हालेलुया। परमेश्वर के पवित्र नाम की तारीफ हो। आओ प्रार्थना करते हैं। हालेलुया। धन्यवाद प्यारे प्रभु यीशु मसीह, मेरे महान पिता, सचमुच मेरे महान खुदा प्रभु जी, तू महान है प्रभु यीशु मसीह। इस करके ਅਸੀਂ तेरी महिमा करने स्थान ਵਿੱਚ ਇਕੱਠੇ ਹੋਏ ਹਾਂ खुदावंदा प्रभु यीशु मसीह। तो कभी भी भेंटां तो पैसे तो खुश नहीं होंदा मेरे महान पिता, तो हमेशा ही अपनी आज्ञाकारी तो खुश होंदा है खुदावंदा। तो मेरे महान पिता ਜਿਹੜੇ लोग खुदावंद प्रभु यीशु मसीह तेरी आज्ञाकारी नहीं करते प्रभु यीशु मसीह, तो उन्होंने लोगों को पसंद नहीं करता, लेकिन तो उन्होंने लोगों को पसंद करता है प्रभु जी जो लोग तेरी आज्ञाकारी करते हैं खुदावंदा। तो मेरे महान पिता सबना को आज्ञाकारी करनी सिखा खुदावंदा, क्योंकि तेरी आज्ञाकारी ਵਿੱਚ जीवन है प्रभु जी। तो मेरे महान पिता जो तेरी मनुख आज्ञाकारी नहीं करता प्रभु यीशु मसीह, मेरे महान पिता शैतान के हत्थों में चले जाता है खुदावंदा। मेरे महान पिता उसके वचन को प्रभु यीशु मसीह तेरा कोई आत्मा खुद बोले खुदावंदा, ते फिरते दे सिद्धा वे मेरे महान पिता सब ते दया ते कृपा करी तेरे जिंदा जलाली सामर्थ्य नाम से हालेलुया। परमेश्वर के पवित्र नाम की तारीफ हो। आओ तुलसियां कटांगे। तुलसियां 3 ਦੀ 5, तुलसियां 3 ਦੀ 5। इस ਲਈ ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ, ਅਰਥਾਤ ਹਰਾਮਕਾਰੀ, ਗੰਦਮੰਦ, ਕਾਮਨਾ, ਬੁਰੀ ਇੱਛਾ ਅਤੇ ਲੋਭ ਨੂੰ ਜਿਹੜਾ ਮੂਰਤੀ ਪੂਜਾ ਹੈ। ਖੁਦਾ ਦਾ ਵਚਨ ਕੀ ਕਹਿੰਦਾ? ਤੁਲਸੀਆਂ 3 ਦੀ 5 ਵਿੱਚ ਲਿਖਿਆ ਹੈ, ਕਹਿੰਦਾ ਤੁਸੀਂ ਆਪਣੇ ਅੰਗਾਂ ਨੂੰ ਮਾਰ ਸੁੱਟੋ। ਅੰਗ ਕੀ ਹੈ? ਇੱਕ ਮਨੁੱਖ ਦੇ ਅੰਗ ਉਹਦੀ ਆਦਤਾਂ ਹੈ। ਜਿਹੜਾ ਇੱਕ ਮਨੁੱਖ ਬਚਨ ਤੋਂ ਬਾਅਦ ਜਦੋਂ ਕੋਈ ਕੰਮ ਕਰਦਾ ਉਹ ਸਭ ਦੇ ਅੰਗ ਬਣ ਜਾਂਦੇ। ਕੋਈ ਝੂਠ ਬੋਲਦਾ, ਸਿਗਰਟਾਂ ਪੀਂਦਾ, ਸ਼ਰਾਬ ਪੀਂਦਾ, ਗਲਤ ਕੰਮ ਕਰਦਾ, ਇਹ ਮਨੁੱਖ ਦੇ ਅੰਗ ਆ। ਇਹ ਅੰਗ ਕੀ ਕਰਦੇ ਆ? ਪਾਪ ਕਰਵਾਉਂਦੇ। ਇਸ ਕਰਕੇ ਪ੍ਰਭੂ ਦਾ ਵਚਨ ਕਹਿੰਦਾ ਤੁਸੀਂ ਆਪਣੇ ਅੰਗਾਂ ਨੂੰ ਕਹਿੰਦਾ ਧਰਤੀ ਉੱਤੋਂ ਮਾਰ ਸੁੱਟੋ। ਇਹ ਅੰਗਾਂ ਨੂੰ ਮਾਰਨਾ ਪੈਣਾ, ਜਿੱਦਾਂ ਕੋਈ ਅੰਗਾਂ ਨੂੰ ਮਾਰਦਾ ਨਹੀਂ ਆ ਤੇ ਖੁਦਾ ਨੇ ਉਹਨੂੰ ਪਸੰਦ ਨਹੀਂ ਕਰਨਾ। ਕੋਈ ਬੁਰੀ ਇੱਛਾ ਕਰਦਾ ਆ, ਲਾਲਚ ਕਰਦਾ ਆ, ਅਣ ਆਗਿਆਕਾਰੀ ਕਰਦਾ ਆ, ਪ੍ਰਭੂ ਇਹੋ ਜਿਹੇ ਲੋਕਾਂ ਨੂੰ ਕੀ ਕਰਦਾ? ਪਸੰਦ ਨਹੀਂ ਕਰਦਾ। ਜਿਨ੍ਹਾਂ ਦੇ ਰਾਹ ਤੁਸੀਂ ਵੀ ਅੱਗੇ ਚੱਲਦੇ ਸਾਓ, ਜਿਸ ਵੇਲੇ ਉਹਨਾਂ ਵਿੱਚ ਜਿਉਂਦੇ ਸਾਓ। ਪਰ ਹੁਣ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਅਰਥਾਤ ਕ੍ਰੋਧ, ਬਦੀ, ਦੁਰਬਚਨ ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ। ਇੱਕ ਦੂਜੇ ਨਾਲ ਝੂਠ ਨਾ ਮਾਰੋ, ਕਿਉਂ ਜੋ ਤੁਸਾਂ ਪੁਰਾਣੀ ਇਨਸਾਨੀਅਤ ਨੂੰ ਉਹਦੀਆਂ ਕਰਨੀਆਂ ਸਣੇ ਲਾਹ ਸੁੱਟਿਆ ਤੇ ਨਵੀਂ ਨੂੰ ਪਹਿਨ ਲਿਆ, ਜੋ ਪੂਰਨ ਗਿਆਨ ਲਈ ਆਪਣੇ ਕਰਤਾਰ ਦੇ ਸਰੂਪ ਉੱਤੇ ਨਵੀਂ ਬਣਦੀ ਜਾਂਦੀ ਹੈ। ਹੁਣ ਖੁਦਾ ਦਾ ਵਚਨ ਕਹਿੰਦਾ ਆ ਵੀ ਜਦੋਂ ਤੁਸੀਂ ਪਾਪ ਤੋਂ ਮੁਕਤ ਹੋ ਚੁੱਕੇ ਹੋ ਤੇ ਦੁਬਾਰਾ ਉਹ ਚੀਜ਼ਾਂ ਵੱਲ ਨਹੀਂ ਦੇਖਣਾ। ਹਮੇਸ਼ਾ ਖੁਦਾ ਦੀ ਆਗਿਆਕਾਰੀ ਕਰਨੀ, ਲੇਕਿਨ ਜਿਹੜੇ ਮਨੁੱਖ ਖੁਦਾ ਦੀ ਆਗਿਆਕਾਰੀ ਨਹੀਂ ਕਰਦੇ, ਅਣਆਗਿਆਕਾਰੀ ਕਰਦੇ, ਪ੍ਰਭੂ ਇਹੋ ਜਿਹੇ ਲੋਕਾਂ ਨੂੰ ਪਸੰਦ ਨਹੀਂ ਕਰਦਾ। ਅੱਜ ਲੋਕ ਸੋਚਦੇ ਆ ਵੀ ਅਸੀਂ ਖੁਦਾ ਦੇ ਘਰ 'ਚ ਭੇਟਾਂ ਚੜਾ ਦਾਂਗੇ, ਜਾ ਕੇ ਅਸੀਂ ਖੁਦਾ ਨੂੰ ਖੁਸ਼ ਕਰ ਲਾਂਗੇ। ਖੁਦਾ ਇੱਦਾਂ ਨਹੀਂ ਖੁਸ਼ ਹੁੰਦਾ। ਖੁਦਾ ਕੋਈ ਮਨੁੱਖ ਨਹੀਂ ਆ ਵੀ ਪੈਸੇ ਦੇ ਨਾਲ, ਚੀਜ਼ਾਂ ਦੇ ਨਾਲ, ਕੱਪੜੇ ਦੇਣ ਦੇ ਨਾਲ ਖੁਸ਼ ਹੋਵੇ। ਖੁਦਾਵੰਦ ਹਮੇਸ਼ਾ ਆਗਿਆਕਾਰੀ ਦੇ ਨਾਲ ਖੁਸ਼ ਹੁੰਦਾ ਆ। ਆਓ ਅਸੀਂ ਵਚਨ ਵਿੱਚੋਂ ਪੜ੍ਹਦੇ ਹਾਂ। उत्पत्ति किताब 3 अध्याय, उत्पत्ति किताब 3 अध्याय 3 ਦੀ 8। ਹੁਣ ਅਸੀਂ ਬਾਈਬਲ ਚੋਂ ਪੜ੍ਹਦੇ, ਕਹਿੰਦਾ ਜਿਹੜਾ ਕੈਨ ਸੀ ਆਪਣੇ ਭਰਾ ਹਾਬਲ ਨੂੰ ਕੁਝ ਕਿਹਾ ਤੇ ਉਸ ਖੇਤ ਵਿੱਚ ਸਨ, ਤਾਂ ਇਉਂ ਹੋਇਆ ਕਿ ਕੈਨ ਨੇ ਆਪਣੇ ਭਰਾ ਹਾਬਲ ਦੇ ਵਿਰੁੱਧ ਉੱਠ ਕੇ ਉਸ ਨੂੰ ਮਾਰ ਸੁੱਟਿਆ। ਹੁਣ ਜਿਹੜਾ ਕੈਨ ਸੀ ਉਹਨੇ ਹਾਬਲ ਨੂੰ ਕਿਉਂ ਮਾਰਿਆ ਸੀਗਾ? ਕਿਉਂਕਿ ਉਹਦੇ ਨਾਲ ਕੀ ਉਹ ਕੀ ਕਰਦਾ ਸੀ? ਈਰਖਾ ਕਰਦਾ ਸੀ, ਇਸ ਕਰਕੇ ਉਹਨੂੰ ਮਾਰਿਆ। ਅੱਜ ਬਹੁਤ ਲੋਕ ਆ ਜਿਹੜੇ ਖੁਦਾ ਦੇ ਲੋਕਾਂ ਨਾਲ ਈਰਖਾ ਕਰਦੇ ਆ ਤੇ ਉਹਨਾਂ ਦੇ ਵਿਰੁੱਧ ਚੱਲਦੇ ਆ, ਲੇਕਿਨ ਖੁਦਾ ਦੇ ਲੋਕਾਂ ਨੂੰ ਨਾ ਤਾਂ ਕੋਈ ਸ਼ਰਾਪ ਦੇ ਸਕਦਾ ਤੇ ਨਾ ਕੋਈ ਉਹਨਾਂ ਦੇ ਨਾਲ ਈਰਖਾ ਕਰ ਸਕਦਾ ਹੈ। ਕਿਉਂਕਿ ਪ੍ਰਭੂ ਨੇ ਕਿਹਾ, ਯਹੋਵਾ ਨੇ ਕਿਹਾ ਆ ਕਿ ਮੇਰੀ ਕੌਮ ਨੂੰ ਜੇ ਕੋਈ ਸ਼ਰਾਪ ਦੇਵੇਗਾ ਤਾਂ ਮੈਂ ਉਸਨੂੰ ਸ਼ਰਾਪ ਦਊਂਗਾ, ਜੇ ਕੋਈ ਬਰਕਤ ਦੇਵੇਗਾ ਤਾਂ ਮੈਂ ਉਸਨੂੰ ਬਰਕਤ ਦਊਂਗਾ। ਹੁਣ ਇੱਥੇ ਕੀ ਹੋ ਰਿਹਾ? ਜਿਹੜਾ ਕੈਨ ਵੀ ਇੱਕ ਵਿਸ਼ਵਾਸੀ ਸੀਗਾ। 7ਵੇਂ ਯੁੱਗ ਦੇ ਇਸ ਨਬੀ ਨੇ ਕਿਹਾ, ਭਾਈ ਬ੍ਰੈਨਮ ਨੇ ਕਿਹਾ, ਕੈਨ ਵੀ ਇੱਕ ਵਿਸ਼ਵਾਸੀ ਸੀਗਾ। ਵਿਸ਼ਵਾਸ ਦੇ ਨਾਲ ਉਹ ਭੇਟ ਚੜਾਉਣ ਗਿਆ ਸੀਗਾ ਖੁਦਾ ਦੇ ਅੱਗੇ। ਹੁਣ ਕੀ ਹੁੰਦਾ ਜਦੋਂ ਭੇਟ ਚੜਾਉਣ ਗਿਆ ਤੇ ਕੀ ਕੀਤਾ? ਉਹਦੀ ਭੇਟ ਨੂੰ ਸਵੀਕਾਰ ਨਹੀਂ ਕੀਤਾ ਗਿਆ, ਕਿਉਂਕਿ ਖੁਦਾਵੰਦ ਭੇਟਾਂ ਦੇ ਨਾਲ ਖੁਸ਼ ਨਹੀਂ ਹੁੰਦਾ, ਬਲੀਆਂ ਦੇ ਨਾਲ ਖੁਸ਼ ਨਹੀਂ ਹੁੰਦਾ, ਕੱਪੜਿਆਂ ਦੇ ਨਾਲ ਖੁਸ਼ ਨਹੀਂ ਹੁੰਦਾ। ਖੁਦਾਵੰਦ ਆਪਣੀ ਆਗਿਆਕਾਰੀ ਮੰਗਦਾ ਆ, ਲੇਕਿਨ ਅੱਜ ਲੋਕ ਕੀ ਕਰਦੇ ਆ? ਆਗਿਆਕਾਰੀ ਨਹੀਂ ਕਰਦੇ। ਕਿਉਂ ਆਗਿਆਕਾਰੀ ਨਹੀਂ ਕਰਦੇ? ਕਿਉਂਕਿ ਖੁਦਾ ਦਾ ਡਰ ਲੋਕਾਂ ਦੇ ਅੰਦਰ ਨਹੀਂ ਆ, ਇਸ ਕਰਕੇ ਲੋਕ ਅੱਜ ਆਗਿਆਕਾਰੀ ਨਹੀਂ ਕਰਦੇ। ਹੁਣ ਜਦੋਂ ਕੈਨ ਤੇ ਹਾਬਲ ਬਲੀ ਚੜਾਉਣ ਗਏ ਸੀਗੇ ਤੇ ਹਾਬਲ ਨੇ ਕੀ ਕੀਤਾ? ਉਹਨੂੰ ਪ੍ਰਕਾਸ਼ਨ ਸੀਗਾ, ਉਹਨੇ ਪ੍ਰਕਾਸ਼ਨ ਦੇ ਦੁਆਰਾ ਭੇਟ ਚੜਾਈ ਖੁਦਾ ਦੇ ਅੱਗੇ। ਉਹ ਚਰਬੀ ਲੈ ਕੇ ਗਿਆ ਉਹਨੇ ਖੁਦਾ ਦੇ ਅੱਗੇ ਚੜਾਈ। ਲੇਕਿਨ ਜਿਹੜਾ ਕੈਨ ਸੀਗਾ ਉਹਨੇ ਆਪਣੀ ਮਰਜ਼ੀ ਦੇ ਨਾਲ ਭੇਟ ਚੜਾਈ। ਉਹ ਸੋਚਦਾ ਸੀਗਾ ਵੀ ਮੈਂ ਭੇਟ ਚੜਾ ਕੇ ਧਰਮੀ ਬਣ ਜਾਊਂਗਾ ਜਾਂ ਮੈਂ ਖੁਦਾ ਨੂੰ ਖੁਸ਼ ਕਰ ਲੂੰ। ਖੁਦਾ ਚੀਜ਼ਾਂ ਦੇ ਨਾਲ ਖੁਸ਼ ਨਹੀਂ ਹੁੰਦਾ ਕਦੇ ਵੀ।
ਜਦੋਂ ਤੱਕ ਕੋਈ ਮਨੁੱਖ ਦੀ ਆਗਿਆਕਾਰੀ ਨਹੀਂ ਕਰਦਾ ਪ੍ਰਭੂ ਖੁਸ਼ ਨਹੀਂ ਹੁੰਦਾ। ਅੱਜ ਲੋਕ ਸੋਚਦੇ ਸੀ ਪ੍ਰਭੂ ਨੇ ਇੱਦਾਂ ਹੀ ਖੁਸ਼ ਕਰ ਲਾਂਗੇ। ਲੋਕ ਆਪਣੇ ਘਰਾਂ 'ਚ ਲੰਬੀਆਂ ਲੰਬੀਆਂ ਪ੍ਰਾਰਥਨਾਵਾਂ ਕਰਦੇ ਆ, ਚਰਚ ਵਿੱਚ ਦਾਨ ਦਸ਼ਮਾਂਸ਼ ਦਿੰਦੇ ਆ, ਲੇਕਿਨ ਖੁਦਾ ਦੇ ਹੁਕਮਾਂ ਤੇ ਕੋਈ ਨਹੀਂ ਚੱਲਦਾ। ਜਿਹੜਾ ਮਨੁੱਖ ਖੁਦਾ ਦੇ ਹੁਕਮਾਂ ਤੇ ਚੱਲੂਗਾ ਉਹਦਾ ਬਚਾਅ ਆ, ਲੇਕਿਨ ਜਿਹੜੇ ਮਨੁੱਖ ਖੁਦਾ ਦੇ ਹੁਕਮਾਂ ਤੇ ਚੱਲਦੇ ਨਹੀਂ ਉਹਦਾ ਬਚਾਅ ਕਿੱਦਾਂ ਹੋ ਸਕਦਾ ਹੈ। ਹੁਣ ਜਦੋਂ ਕੈਨ ਤੇ ਹਾਬਲ ਨੇ ਬਲੀ ਚੜਾਈ ਤੇ ਕੈਨ ਦੀ ਬਲੀ ਸਵੀਕਾਰ ਨਹੀਂ ਕੀਤੀ ਗਈ ਸੀ, ਕਿਉਂਕਿ ਉਹਦੀ ਬਲੀ ਚੜਾਉਣ ਦਾ ਤਰੀਕਾ ਸਹੀ ਨਹੀਂ ਸੀਗਾ, ਉਹ ਖੁਦਾ ਦੀ ਰੇਂਜ ਦੇ ਵਿੱਚ ਨਹੀਂ ਸੀਗਾ। ਕਿਉਂਕਿ ਉਹ ਕੌਣ ਸੀਗਾ? ਜੋ ਕੈਨ ਸੀਗਾ ਉਹ ਸ਼ੈਤਾਨ ਦਾ ਪੁੱਤਰ ਸੀਗਾ। ਅੱਜ ਚਾਹੇ ਕੋਈ ਸ਼ੈਤਾਨ ਦਾ ਪੁੱਤਰ ਹੋਵੇ ਜਿਹਦੇ ਅੰਦਰ ਖੁਦਾ ਦਾ ਆਤਮਾ ਨਹੀਂ ਆ, ਵਚਨ ਵਿਰੁੱਧ ਕੋਈ ਕੰਮ ਕਰਦਾ ਹੈ ਤੇ ਉਹ ਸੋਚਦਾ ਮੈਂ ਭੇਟਾਂ ਚੜਾ ਦੂੰਗਾ ਖੁਦਾ ਨੂੰ ਖੁਸ਼ ਕਰ ਲੂੰ, ਤੇ ਖੁਦਾ ਨੇ ਇਦਾਂ ਖੁਸ਼ ਨਹੀਂ ਹੋਣਾ। ਇਸ ਕਰਕੇ ਉਹਨੇ ਕੈਨ ਦੀ ਭੇਟ ਨੂੰ ਸਵੀਕਾਰ ਨਹੀਂ ਕੀਤਾ, ਹਾਬਲ ਦੀ ਭੇਟ ਨੂੰ ਸਵੀਕਾਰ ਕੀਤਾ, ਕਿਉਂਕਿ ਪ੍ਰਭੂ ਬਲੀਆਂ ਦੇ ਨਾਲ ਖੁਸ਼ ਨਹੀਂ ਹੁੰਦਾ, ਆਗਿਆਕਾਰੀ ਦੇ ਨਾਲ ਖੁਸ਼ ਹੁੰਦਾ ਹੈ। ਹੁਣ ਜਿਹੜਾ ਹਾਬਲ ਸੀਗਾ ਉਹ ਆਗਿਆਕਾਰੀ ਕਰਦਾ ਸੀ, ਯਹੋਵਾ ਦੀ ਆਗਿਆਕਾਰੀ ਕਰਦਾ ਸੀ, ਤੇ ਤਾਂ ਪ੍ਰਭੂ ਉਸ ਤੋਂ ਖੁਸ਼ ਹੋਇਆ ਕਿ ਉਹਨੇ ਹਾਬਲ ਦੀ ਭੇਟ ਨੂੰ ਸਵੀਕਾਰ ਕੀਤਾ। ਅੱਜ ਲੋਕਾਂ ਦੇ ਆਪਣੇ ਮਸਲੇ, ਆਪਣੀਆਂ ਸੋਚਾਂ, ਲੋਕ ਸੋਚਦੇ ਸੀ ਪ੍ਰਭੂ ਨੂੰ ਖੁਸ਼ ਕਰ ਲਵਾਂਗੇ। ਪ੍ਰਭੂ ਇਦਾਂ ਖੁਸ਼ ਨਹੀਂ ਹੁੰਦਾ ਜਦੋਂ ਤੱਕ ਤੁਸੀਂ ਉਹਦੀ ਰੇਂਜ ਵਿੱਚ ਆ ਕੇ, ਉਹਦੇ ਨਿਯਮ ਕਾਨੂੰਨਾਂ ਵਿੱਚ ਆ ਕੇ ਉਹਦੀ ਮਰਜ਼ੀ ਨੂੰ ਪੂਰਾ ਨਹੀਂ ਕਰਦੇ, ਤੇ ਪ੍ਰਭੂ ਨੇ ਕਦੇ ਖੁਸ਼ ਨਹੀਂ ਹੋਣਾ। ਇਸ ਕਰਕੇ ਉਹ ਕਹਿੰਦਾ ਅਣ ਆਗਿਆਕਾਰੀ ਦੇ ਪੁੱਤਰਾਂ ਉੱਤੇ ਕੀ ਆਊਗਾ? ਕ੍ਰੋਧ ਆਊਗਾ। ਹੁਣ ਅਣ ਆਗਿਆਕਾਰੀ ਕੀ ਆ? ਬਚਨ ਤੋਂ ਬਾਹਰ ਜਿੰਨੇ ਕੰਮ ਸਭ ਦੇ ਸਭ ਅਣ ਆਗਿਆਕਾਰੀ ਆ। ਪਹਿਲਾ ਸ਼ੈਮੂਅਲ ਕੱਢਾਂਗੇ 15:17। ਪਹਿਲਾ ਸ਼ੈਮੂਅਲ 15:17। ਹੁਣ ਅਸੀਂ ਦੇਖਦੇ ਹਾਂ ਵਚਨ ਦੇ ਵਿੱਚੋਂ ਪਹਿਲਾ ਸ਼ੈਮੂਅਲ 15:17। ਸੈਮੂਅਲ ਨੇ ਆਖਿਆ ਜਿਸ ਵੇਲੇ ਤੂੰ ਆਪਣੀ ਨਜ਼ਰ ਵਿੱਚ ਤੁੱਛ ਸੈਂ। ਹੁਣ ਸੈਮੂਅਲ ਸ਼ਾਊਲ ਦੇ ਨਾਲ ਗੱਲਾਂ ਕਰ ਰਿਹਾ, ਸ਼ਾਊਲ ਰਾਜਾ ਦੇ ਨਾਲ ਸੈਮੂਅਲ ਗੱਲਾਂ ਕਰ ਰਿਹਾ। ਕਹਿੰਦਾ ਸੈਮੂਅਲ ਨੇ ਆਖਿਆ ਜਿਸ ਵੇਲੇ ਤੂੰ ਆਪਣੀ ਨਜ਼ਰ ਵਿੱਚ ਤੁੱਛ ਸੈਂ ਤਾਂ ਭਲਾ ਇਜ਼ਰਾਈਲ ਦੇ ਗੋਤਾਂ ਦਾ ਪ੍ਰਧਾਨ ਨਹੀਂ ਠਹਿਰਾਇਆ ਗਿਆ। ਹੁਣ ਸ਼ਾਊਲ ਨੂੰ ਕਹਿ ਰਿਹਾ ਆ ਸੈਮੂਅਲ, ਕਹਿੰਦਾ ਜਦੋਂ ਤੂੰ ਤੁੱਛ ਸੀ ਲੋਕਾਂ ਦੀ ਨਜ਼ਰਾਂ 'ਚ, ਤੇ ਕੀ ਖੁਦਾ ਨੇ ਤੈਨੂੰ ਇੰਨਾ ਵੱਡਾ ਰਾਜ ਨਹੀਂ ਦਿੱਤਾ? ਤੈਨੂੰ ਇੱਕ ਰਾਜਾ ਬਣਾ ਦਿੱਤਾ, ਅਤੇ ਯਹੋਵਾ ਨੇ ਇਸਰਾਇਲ ਦਾ ਪਾਤਸ਼ਾਹ ਬਣਨ ਲਈ ਤੈਨੂੰ ਮਸਾ ਕੀਤਾ। ਕਹਿੰਦਾ ਤੈਨੂੰ ਮਸਾ ਕੀਤਾ ਸੀ ਇਸਰਾਇਲ ਦੇ ਪਾਤਸ਼ਾਹ ਹੋਣ ਦੇ ਲਈ। ਯਹੋਵਾ ਨੇ ਤੈਨੂੰ ਪਿੰਡੇ ਵਿੱਚ ਘੱਲਿਆ ਤੇ ਆਖਿਆ ਜਾ ਅਤੇ ਉਹਨਾਂ ਪਾਪੀ ਅਮੇਲੇਕੀਆਂ ਨੂੰ ਨਾਸ਼ ਕਰ, ਅਤੇ ਜਦ ਤੋੜੀ ਉਹ ਨਸ਼ਟ ਨਾ ਹੋ ਜਾਣ ਉਹਨਾਂ ਨਾਲ ਲੜਾਈ ਕਰ। ਹੁਣ ਖੁਦਾ ਕਹਿੰਦਾ ਸੀ ਅਮਾਲੇਕੀਆਂ ਨੂੰ, ਜਿਹੜੇ ਮੂਰਤੀ ਪੂਜਕ ਉਸ ਸਮੇਂ ਦੇ ਲੋਕ ਸੀ ਅਮਾਲੇਕੀ, ਪ੍ਰਭੂ ਉਹਨਾਂ ਦਾ ਨਾਸ਼ ਕਰਨ ਵਾਸਤੇ ਸ਼ਾਊਲ ਨੂੰ ਕਹਿ ਰਿਹਾ ਸੀ ਵੀ ਜਾ ਕੇ ਉਹਨਾਂ ਦਾ ਨਾਸ਼ ਕਰ। ਫਿਰ ਤੂੰ ਯਹੋਵਾ ਦੀ ਗੱਲ ਕਿਉਂ ਨਾ ਮੰਨੀ ਅਤੇ ਲੁੱਟ ਵਿੱਚੋਂ ਕਿਉਂ ਆ ਡਿੱਗਾ ਅਤੇ ਯਹੋਵਾ ਦੇ ਸਨਮੁਖ ਬਦੀ ਕੀਤੀ। ਹੁਣ ਕੀ ਹੋਇਆ? ਜਦੋਂ ਸ਼ਾਊਲ ਰਾਜਾ ਲੜਾਈ ਤੇ ਗਿਆ ਤੇ ਸ਼ਾਊਲ ਨੇ ਕੀ ਕੀਤਾ? ਉਹਨੇ ਸਾਰੇ ਕੀ ਕੀਤੇ, ਜਿਹੜੇ ਵਧੀਆ ਵਧੀਆ ਚੀਜ਼ਾਂ ਸੀ, ਬਲਦ ਸੀ, ਵਧੀਆ ਵਧੀਆ ਜੋ ਵੀ ਉਹਨੂੰ ਲੱਗਿਆ, ਉਹਨੇ ਉਹ ਚੀਜ਼ਾਂ ਨੂੰ ਆਪਣੇ ਕੋਲ ਰੱਖ ਲਿਆ ਵੀ ਮੈਂ ਖੁਦਾ ਨੂੰ ਬਲੀਆਂ ਚੜਾਊਂਗਾ, ਮੈਂ ਪ੍ਰਭੂ ਨੂੰ ਖੁਸ਼ ਕਰੂੰਗਾ। ਕੀ ਪ੍ਰਭੂ ਇਹਨਾਂ ਬਲੀਆਂ ਤੋਂ ਖੁਸ਼ ਹੋ ਸਕਦਾ ਸੀ? ਨਹੀਂ ਹੋ ਸਕਦਾ ਸੀ। ਅੱਜ ਵੀ ਇਸੇ ਤਰ੍ਹਾਂ ਆ। ਅੱਜ ਲੋਕ ਸੋਚਦੇ ਆ ਵੀ ਅਸੀਂ ਕੁਝ ਕਮੀਆਂ ਆਪਣੀਆਂ ਦੂਰ ਕਰ ਲੈਂਦੇ ਆ, ਕੁਝ ਕਮੀਆਂ ਰੱਖ ਲਾਂਗੇ, ਕੋਈ ਗੱਲ ਨਹੀਂ। ਲੇਕਿਨ ਜੇ ਤੁਹਾਡੇ ਅੰਦਰ ਕੁਝ ਕਮੀਆਂ ਹੈਗੀਆਂ ਤਾਂ ਤੁਸੀਂ ਜੀਵਨ 'ਚ ਪ੍ਰਵੇਸ਼ ਨਹੀਂ ਕਰ ਸਕਦੇ। ਜੋ ਤੁਹਾਨੂੰ ਖੁਦਾ ਨੇ ਹੁਕਮ ਦਿੱਤਾ ਆ, ਤੁਹਾਨੂੰ ਉਸ ਚੀਜ਼ ਨੂੰ ਕੱਟਣਾ ਪੈਣਾ, ਵੱਢਣਾ ਪੈਣਾ। ਹੁਣ ਸ਼ਾਊਲ ਨੂੰ ਕਿਹਾ ਸੀਗਾ ਅਮਾਲੇਕੀਆਂ ਦਾ ਨਾਸ਼ ਕਰਨਾ, ਇੱਕ ਵੀ ਨਾ ਬਚੇ, ਲੇਕਿਨ ਇਹਨੇ ਕੀ ਕੀਤਾ? ਇਹਨੇ ਵਧੀਆ ਵਧੀਆ ਜਿਹੜੇ ਡੰਗਰ ਸੀਗੇ, ਵਧੀਆ ਵਧੀਆ ਬਲਦ ਸੀ, ਇਹਨੇ ਉਹ ਰੱਖ ਲਏ। ਸ਼ਾਊਲ ਨੇ ਸੈਮੂਅਲ ਨੂੰ ਆਖਿਆ ਯਹੋਵਾ ਦੀ ਆਗਿਆ ਮੰਨੀ। ਕਹਿੰਦਾ ਤੂੰ ਯਹੋਵਾ ਦੀ ਆਗਿਆ ਨਹੀਂ ਮੰਨੀ। ਤਾਂ ਸ਼ਾਊਲ ਨੇ ਸੈਮੂਅਲ ਨੂੰ ਆਖਿਆ ਮੈਂ ਤਾਂ ਯਹੋਵਾ ਦੀ ਆਗਿਆ ਮੰਨੀ ਹੈ। ਹੁਣ ਦੇਖੋ ਬਹਾਨੇ ਲਗਾ ਰਿਹਾ ਸ਼ਾਊਲ, ਕਹਿੰਦਾ ਮੈਂ ਤਾਂ ਯਹੋਵਾ ਦੀ ਆਗਿਆ ਮੰਨੀ ਹੈ। ਅੱਜ ਵੀ ਇਸੇ ਤਰ੍ਹਾਂ ਹੈ। ਜੇ ਕਿਸੇ ਮਨੁੱਖ ਨੂੰ ਸਮਝਾਇਆ ਜਾਂਦਾ ਵੀ ਤੂੰ ਖੁਦਾ ਦੀ ਆਗਿਆ ਨਹੀਂ ਮੰਨਦੀ, ਕਹਿੰਦਾ ਮੈਂ ਤਾਂ ਖੁਦਾ ਦੀ ਆਗਿਆ ਮੰਨਦਾ ਆ, ਮੈਂ ਖੁਦਾ ਦੀ ਆਗਿਆ ਮੰਨਦੀ ਆ। ਲੋਕ ਭੈਣ ਭਾਈ ਇਸ ਤਰ੍ਹਾਂ ਕਹਿ ਦਿੰਦੇ ਵੀ ਅਸੀਂ ਚੱਲਦੇ ਹਾਂ ਪ੍ਰਭੂ ਵਿੱਚ, ਅਸੀਂ ਪ੍ਰਾਰਥਨਾ ਕਰਦੇ। ਤੁਹਾਡੀ ਪ੍ਰਾਰਥਨਾਵਾਂ, ਤੁਹਾਡੇ ਫਾਸਟ ਸਭ ਕੁਝ ਵਿਅਰਥ ਆ ਜਦੋਂ ਤੱਕ ਤੁਸੀਂ ਖੁਦਾ ਦੀ ਆਗਿਆਕਾਰੀ ਨਹੀਂ ਕਰਦੇ। ਹੁਣ ਇਸੇ ਤਰ੍ਹਾਂ ਸ਼ਾਊਲ ਨੇ ਖੁਦਾ ਦੀ ਆਗਿਆਕਾਰੀ ਨਹੀਂ ਕੀਤੀ। ਕਹਿੰਦਾ ਮੈਂ ਤਾਂ ਯਹੋਵਾ ਦੀ ਆਗਿਆ ਮੰਨੀ ਹੈ ਅਤੇ ਜਿਸ ਦੇ ਵਿੱਚ ਯਹੋਵਾ ਨੇ ਮੈਨੂੰ ਘੱਲਿਆ ਉਸ ਰਾਹ ਤੁਰਿਆ ਹਾਂ ਅਤੇ ਅਮਾਲੇਕ ਦੇ ਪਾਤਸ਼ਾਹ ਅਗਾਗ ਨੂੰ ਲੈ ਕੇ ਆਇਆ ਹਾਂ ਅਤੇ ਅਮਾਲੇਕੀਆਂ ਨੂੰ ਮੁੱਲੋਂ ਨਾਸ਼ ਕੀਤਾ। ਪਰ ਲੋਕ ਲੁੱਟ ਦੇ ਵਿੱਚੋਂ ਭੇਡਾਂ ਤੇ ਬਲਦ ਅਰਥਾਤ ਚੰਗੀਆਂ ਚੰਗੀਆਂ ਵਸਤਾਂ ਜਿਨ੍ਹਾਂ ਨੂੰ ਨਾਸ਼ ਕੀਤਾ ਲੋੜੀਂਦਾ ਸੀ, ਗਿਲਗਾਦ ਦੇ ਦੇਸ਼ ਵਿੱਚ ਤੇਰੇ ਪਰਮੇਸ਼ਵਰ ਦੇ ਅੱਗੇ ਭੇਟ ਚੜਾਉਣ ਲਈ ਲੈ ਆਏ ਹਨ। ਹੁਣ ਕੀ ਹੋਇਆ? ਇਹਦੇ ਵਧੀਆ ਵਧੀਆ ਡੰਗਰ ਸੀ, ਲੈ ਆਇਆ ਭੇਟਾਂ ਚੜਾਉਣ ਵਾਸਤੇ। ਲੇਕਿਨ ਸੈਮੂਅਲ ਕੀ ਕਹਿ ਰਿਹਾ ਆ? ਸੈਮੂਅਲ ਬੋਲਿਆ ਭਲਾ ਯਹੋਵਾ ਹੋਮ ਦੀਆਂ ਭੇਟਾਂ ਅਤੇ ਬਲੀਆਂ ਨਾਲ ਪ੍ਰਸੰਨ ਹੁੰਦਾ ਹੈ? ਕੀ ਖੁਦਾ ਭੇਟਾਂ ਦੇ ਨਾਲ ਪ੍ਰਸੰਨ ਹੁੰਦਾ ਵੀ ਤੁਸੀਂ ਭੇਟਾਂ ਚੜਾ ਦਿਓ ਤੇ ਆਗਿਆਕਾਰੀ ਨਾ ਕਰੋ? ਹੁਣ ਸ਼ਾਊਲ ਦੇ ਨਾਲ ਜਦੋਂ ਗੱਲ ਹੋਈ ਤੇ ਕਹਿੰਦਾ ਮੈਂ ਤਾਂ ਕਹਿੰਦਾ ਵਧੀਆ ਵਧੀਆ ਚੀਜ਼ਾਂ ਭੇਟਾਂ ਲਈ ਰੱਖੀਆਂ ਆ, ਲੇਕਿਨ ਖੁਦਾ ਭੇਟਾਂ ਤੋਂ ਖੁਸ਼ ਨਹੀਂ ਹੁੰਦਾ। ਭਲਾ ਯਹੋਵਾ ਹੋਮ ਦੀਆਂ ਬਲੀਆਂ ਨਾਲ ਪ੍ਰਸੰਨ ਹੁੰਦਾ ਹੈ ਜਾਂ ਇਸ ਗੱਲ ਉੱਤੇ ਜੋ ਉਸਦੀ ਆਵਾਜ਼ ਸੁਣੀ ਜਾਵੇ?
ਖੁਦਾਵੰਦ ਸੈਮੂਅਲ ਕਹਿੰਦਾ ਭੇਡਾਂ ਦੇ ਨਾਲ ਕੁਛ ਨਹੀਂ ਹੁੰਦਾ, ਉਹਦੀ ਆਵਾਜ਼ ਸੁਣਨ ਦੇ ਨਾਲ ਕੁਛ ਹੁੰਦਾ। ਯਹੋਵਾ ਦੀ ਮਰਜ਼ੀ ਉੱਤੇ ਚੱਲੋ, ਉਹਦੀ ਆਗਿਆਕਾਰੀ ਕਰੋ, ਤਾਂ ਖੁਦਾ ਨੇ ਕੁਛ ਹੋਣਾ ਹੈ। ਹੁਣ ਲੋਕ ਸੋਚਦੇ ਆ ਵੀ ਅਸੀਂ ਖੁਦਾ ਵਿੱਚ ਚੱਲ ਰਹੇ ਹਾਂ, ਜਿੱਦਾਂ ਦਾ ਮਰਜ਼ੀ ਜੀਵਨ ਬਤੀਤ ਕਰੀਏ ਤੇ ਖੁਦਾ ਸਾਡੇ ਤੋਂ ਖੁਸ਼ ਆ। ਖੁਦਾ ਇੰਨਾ ਖੁਸ਼ ਨਹੀਂ ਹੁੰਦਾ। ਖੁਦਾਵੰਦ ਪ੍ਰਭੂ ਯੀਸ਼ੂ ਮਸੀਹ ਹਮੇਸ਼ਾ ਜਿਹੜਾ ਮਨੁੱਖ ਵਚਨ ਦੇ ਦਾਇਰੇ ਵਿੱਚ ਰਹਿੰਦਾ ਆ, ਵਚਨ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦਾ ਤੇ ਖੁਦਾ ਦੀ ਆਵਾਜ਼ ਨੂੰ ਸੁਣਦਾ ਆ, ਪ੍ਰਭੂ ਉਹਨਾਂ ਲੋਕਾਂ ਤੋਂ ਖੁਸ਼ ਹੁੰਦਾ। ਲੇਕਿਨ ਸ਼ਾਉਲ ਨੇ ਇੰਨੀ ਵੱਡੀ ਗਲਤੀ ਕੀਤੀ ਤੇ ਕੀ ਹੋਇਆ? ਸ਼ਾਉਲ ਦਾ ਰਾਜ ਕਿਹਨੂੰ ਦੇ ਦਿੱਤਾ ਗਿਆ? ਦਾਊਦ ਨੂੰ ਦੇ ਦਿੱਤਾ ਗਿਆ, ਕਿਉਂਕਿ ਸ਼ਾਉਲ ਉਸ ਜ਼ਿੰਮੇਵਾਰੀ ਨੂੰ ਸਾਂਭ ਨਹੀਂ ਸਕਿਆ। ਅੱਜ ਪਵਿੱਤਰ ਆਤਮਾ ਦੇ ਕੰਮ ਵੀ ਇਸੇ ਤਰ੍ਹਾਂ ਹੈ। ਜੇ ਇੱਕ ਮਨੁੱਖ ਖੁਦਾ ਦੇ ਕੰਮਾਂ ਵਿੱਚ ਸਹੀ ਨਹੀਂ ਚੱਲਦਾ ਤੇ ਪਵਿੱਤਰ ਆਤਮਾ ਕਿਸੇ ਹੋਰ ਨੂੰ ਫੜ ਲੈਂਦਾ ਹੈ। ਅੱਜ ਹਰ ਬੰਦਾ ਆਪਣੀ ਸੋਚ ਦੇ ਨਾਲ, ਆਪਣੀ ਸਮਝ ਦੇ ਨਾਲ ਭਗਤੀ ਕਰਨਾ ਚਾਹੁੰਦਾ। ਜਿੱਦਾਂ ਕੈਨ ਨੇ ਆਪਣੀ ਸਮਝ ਦੇ ਨਾਲ ਭੇਡਾਂ ਚੜਾਉਣੀਆਂ ਚਾਹੀਆਂ, ਉਸੇ ਤਰ੍ਹਾਂ ਅੱਜ ਦੇ ਮਨੁੱਖ ਵੀ ਇਸ ਲਦੂਕੀਏ ਦੇ ਕਲੀਸਿਆ ਦੇ ਯੁੱਗ ਦੇ ਵਿੱਚ ਜਿਹੜੇ ਲੋਕ ਹੈਗੇ ਆ, ਉਹ ਵੀ ਆਪਣੀ ਮਰਜ਼ੀ ਦੇ ਨਾਲ ਚੱਲਣਾ ਚਾਹੁੰਦੇ ਆ। ਲੇਕਿਨ ਖੁਦਾ ਦਾ ਵਚਨ ਕਹਿੰਦਾ ਆ ਵੀ ਤੁਸੀਂ ਵਚਨ ਦੇ ਅਨੁਸਾਰ ਚੱਲੋ। ਲੇਕਿਨ ਲੋਕ ਕੀ ਕਰਦੇ ਆ? ਆਪਣੀ ਆਪਣੀ ਮਰਜ਼ੀ ਕਰਦੇ। ਪਰ ਇੱਥੇ ਕੀ ਹੁੰਦਾ? ਜਿਹੜਾ ਸ਼ਾਉਲ ਦਾ ਰਾਜ ਆ ਚਲੇ ਜਾਂਦਾ ਆ ਤੇ ਸ਼ਾਉਲ ਮਾਰਿਆ ਵੀ ਜਾਂਦਾ। ਬਾਅਦ ਸ਼ਾਉਲ ਦੇ ਉੱਪਰ ਮੌਤ ਆ ਜਾਂਦੀ। ਕਿਉਂ ਆਉਂਦੀ ਹੈ? ਅਣਆਗਿਆਕਾਰੀ ਕਰਕੇ। ਅੱਜ ਬਹੁਤ ਮਨੁੱਖ ਅਣਆਗਿਆਕਾਰੀ ਕਰਦੇ ਆ ਤੇ ਆਪਣੇ ਉੱਪਰ ਕੋੜ ਲੈ ਲੈਂਦੇ ਆ, ਆਪਣੇ ਉੱਪਰ ਬਿਮਾਰੀਆਂ ਲੈ ਲੈਂਦੇ ਆ, ਦੁੱਖਾਂ ਵਿੱਚ ਚਲੇ ਜਾਂਦੇ ਆ, ਕਿਉਂਕਿ ਖੁਦਾ ਦੇ ਵਚਨ ਤੋਂ, ਉਸਦੇ ਰੇਂਜ ਤੋਂ ਬਾਹਰ ਚਲੇ ਜਾਂਦੇ ਆ। ਜੋ ਖੁਦਾ ਨੇ ਇੱਕ ਲਾਈਨ ਖਿੱਚੀ, ਇੱਕ ਦਾਇਰਾ ਖਿੱਚਿਆ ਆ, ਉਸ ਤੋਂ ਬਾਹਰ ਚਲ ਜਾਂਦੇ। ਜੇ ਅੱਜ ਕੋਈ ਆਪਣੇ ਆਪ ਨੂੰ ਮਸੀਹ ਖਵਾਉਂਦਾ ਆ ਤੇ ਮਸੀਹ ਬੰਦਾ ਮਸੀਹ ਦੇ ਦਾਇਰੇ ਵਿੱਚ ਰਹਿ ਕੇ ਹਰ ਕੰਮ ਕਰੇ। ਜੇ ਮਸੀਹ ਦੇ ਦਾਇਰੇ ਤੋਂ ਬਾਹਰ ਜਾਂਦਾ ਤੇ ਖੁਦਾਵੰਦ ਇਹੋ ਜਿਹੇ ਲੋਕਾਂ ਨੂੰ ਪਸੰਦ ਨਹੀਂ ਕਰਦਾ। ਇਸ ਕਰਕੇ ਸ਼ਾਉਲ ਜਦੋਂ ਮਸਾ ਕੀਤਾ ਗਿਆ ਸੀਗਾ ਤੇ ਕੀ ਹੋਇਆ? ਇਹਦੇ ਕੋਲੋਂ ਰਾਜ ਚਲਾ ਗਿਆ, ਦੁਸ਼ਮਣ ਸੈਨਾ ਦੇ ਹੱਥੋਂ ਮਾਰਿਆ ਗਿਆ, ਕਿਉਂਕਿ ਅਣਆਗਿਆਕਾਰੀ ਕਰਦੀ ਸੀ। ਤੇ ਅੱਜ ਵੀ ਲੋਕ ਇਸੇ ਤਰ੍ਹਾਂ ਦੇ ਆ ਜਿਹੜੇ ਕੀ ਕਰਦੇ? ਅਣਆਗਿਆਕਾਰੀ ਕਰਦੇ ਆ, ਲੇਕਿਨ ਖੁਦਾ ਦੇ ਵਚਨ ਤੇ ਚੱਲਣਾ ਨਹੀਂ ਚਾਹੁੰਦੇ। ਇਹ ਭੇਡਾਂ ਸਵੀਕਾਰ ਨਹੀਂ ਹੋਣੀਆਂ। ਜਿਹੜੀ ਵਚਨ ਦੇ ਅਨੁਸਾਰ ਭੇਡ ਨਹੀਂ ਆ, ਕਦੇ ਸਵੀਕਾਰ ਨਹੀਂ ਹੋਗੀ। ਇਸ ਕਰਕੇ ਸੈਮੂਅਲ ਨੇ ਕਿਹਾ ਵੀ ਹੋਮ ਦੀ ਬਲੀਆਂ ਦੇ ਨਾਲ ਖੁਦਾ ਨਹੀਂ ਖੁਸ਼ ਹੁੰਦਾ, ਆਗਿਆਕਾਰੀ ਕਰਨ ਦੇ ਨਾਲ ਖੁਦਾ ਖੁਸ਼ ਹੁੰਦਾ ਆ। ਤੇ ਅੱਜ ਲੋਕਾਂ ਦੇ ਹਾਲਾਤ ਦੇਖ ਲਓ ਕਿੱਦਾਂ ਨੇ। ਜਦੋਂ ਮਿਸਰ ਦੇ ਵਿੱਚੋਂ ਇਜ਼ਰਾਈਲੀ ਸੈਨਾ ਤੋਂ ਛੁਡਾ ਕੇ ਲਿਆਂਦਾ ਗਿਆ ਮੂਸਾ ਦੇ ਦੁਆਰਾ, ਜਦੋਂ ਮੂਸਾ ਨੂੰ ਭੇਜਿਆ ਖੁਦਾ ਨੇ ਇਜ਼ਰਾਈਲੀ ਲੋਕਾਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ, ਤੇ ਕੀ ਹੋਇਆ? ਲਾਲ ਸਮੁੰਦਰ ਦੇ ਵਿੱਚ ਉਹਨਾਂ ਦਾ ਬਪਤਿਸਮਾ ਹੋਇਆ। ਜਿੰਨੇ ਲੋਕ ਸੀ, ਲੱਖਾਂ ਦੀ ਭੀੜ ਦਾ ਬਪਤਿਸਮਾ ਲਾਲ ਸਮੁੰਦਰ ਵਿੱਚ ਹੋਇਆ। ਉਹਨਾਂ ਦਾ ਸ਼ੁੱਧੀਕਰਨ ਕੀਤਾ ਗਿਆ। ਲੇਕਿਨ ਉਹਨਾਂ ਲੋਕਾਂ ਨੇ ਕੀ ਕੀਤਾ? ਖੁਦਾ ਦੀ ਅਣਆਗਿਆਕਾਰੀ ਕੀਤੀ। ਮੂਸਾ ਦੀ ਵਿਵਸਥਾ ਤੋਂ ਬਾਹਰ ਚਲੇ ਗਏ, ਮੁਆਬ ਦੀ ਕੁੜੀਆਂ ਦੇ ਨਾਲ ਜਨਾਹ ਕਰਨ ਲੱਗ ਪਏ। ਪ੍ਰਭੂ ਨੇ ਸਾਰੇ ਮਾਰੇ, ਕੋਈ ਉਹਨਾਂ ਦੇ ਵਿੱਚੋਂ ਬਚਿਆ ਨਹੀਂ, ਕਿਉਂਕਿ ਅਣਆਗਿਆਕਾਰੀ ਕੀਤੀ। ਹੁਣ ਖੁਦਾ ਉਹਨਾਂ ਨੂੰ ਮਾਰਨ ਵਾਸਤੇ ਨਹੀਂ ਸੀ ਲਿਆਇਆ। ਭਾਈ ਬ੍ਰੈਨਮ ਨੇ ਕਿਹਾ, 7ਵੇਂ ਦੂਤ ਨੇ ਕਿਹਾ, ਖੁਦਾ ਕਦੇ ਕਿਸ ਦਾ ਨਿਆਂ ਨਹੀਂ ਕਰਦਾ। ਲੋਕ ਨਿਆਂ ਵਿੱਚ ਖੁਦ ਚਲੇ ਜਾਂਦੇ ਆ, ਖੁਦ ਲੋਕ ਮੌਤ ਨੂੰ ਆਪਣੇ ਉੱਪਰ ਲੈ ਕੇ ਆਉਂਦੇ ਆ। ਹਰ ਬੰਦਾ ਮੌਤ ਨੂੰ ਆਪਣੇ ਉੱਪਰ ਲੈ ਕੇ ਆਉਂਦਾ। ਜਿੱਦਾਂ ਨੂਹ ਦੇ ਸਮੇਂ ਲੋਕਾਂ ਨੂੰ ਮੌਕਾ ਦਿੱਤਾ ਗਿਆ ਸੀ ਵੀ ਸਮੇਂ ਦੇ ਸੰਦੇਸ਼ ਨੂੰ ਕਬੂਲ ਕਰੋ, ਲੇਕਿਨ ਲੋਕਾਂ ਨੇ ਕੀਤਾ ਨਹੀਂ। ਨੂਹ ਦਾ ਮਜ਼ਾਕ ਉਡਾਇਆ, ਉਹਦੀ ਗੱਲਾਂ ਨੂੰ ਹਾਸੇ ਵਿੱਚ ਲਿਆ, ਤੇ ਕੀ ਹੋਇਆ? ਲੋਕੀ ਨਿਆਂ ਵਿੱਚ ਚਲੇ ਗਏ। ਪ੍ਰਭੂ ਮਾਰਨਾ ਨਹੀਂ ਚਾਹੁੰਦਾ ਸੀ। ਜਿਹੜਾ ਮਨੁੱਖ ਕਿਸ਼ਤੀ ਵਿੱਚ ਆ ਜਾਂਦਾ ਉਹਦਾ ਬਚਾਵ ਹੋ ਜਾਣਾ ਸੀਗਾ, ਲੇਕਿਨ ਲੋਕ ਖੁਦ ਨਿਆਂ ਵਿੱਚ ਜਾਂਦੇ ਆ। ਲੋਕ ਖੁਦ ਸ਼ੈਤਾਨ ਦੇ ਹੱਥਾਂ ਵਿੱਚ ਚਲੇ ਜਾਂਦੇ। ਜਦੋਂ ਅਣਆਗਿਆਕਾਰੀ ਕਰਦੇ ਆ, ਮੌਤ ਵਿੱਚ ਜਾਂਦੇ ਆ, ਬਿਮਾਰੀ ਵਿੱਚ ਜਾਂਦੇ, ਪਰੇਸ਼ਾਨੀਆਂ ਵਿੱਚ ਚਲੇ ਜਾਂਦੇ ਆ। ਮਸਲਾ ਕੀ ਆ? ਮਸਲਾ ਅਣਆਗਿਆਕਾਰੀ ਦਾ ਹੈ। ਅਣਆਗਿਆਕਾਰੀ ਕਰਦੇ ਆ, ਆਗਿਆਕਾਰੀ ਕਰਨੀ ਨਹੀਂ ਚਾਹੁੰਦੇ। ਖੁਦਾ ਦੇ ਵਚਨ ਦੇ ਅਨੁਸਾਰ ਨਹੀਂ ਚੱਲਣਾ ਚਾਹੁੰਦੇ। ਕਹਿੰਦੇ ਜਿੱਦਾਂ ਸਾਡਾ ਜੀ ਕਰੂਗਾ ਉਸੇ ਤਰ੍ਹਾਂ ਭਗਤੀ ਕਰਾਂਗੇ। ਜੇ ਤੁਹਾਡੀ ਭਗਤੀ ਆਪਣੀ ਸਮਝ ਦੇ ਨਾਲ ਆ ਤੇ ਕੈਨ ਦੀ ਭਗਤੀ ਹੈ। ਜਿਹੜਾ ਮਨੁੱਖ ਆਪਣੀ ਸਮਝ ਦੇ ਨਾਲ ਭਗਤੀ ਕਰਦਾ ਆ, ਉਹ ਖੁਦਾ ਦੀ ਭਗਤੀ ਨਹੀਂ ਕਰਦਾ, ਉਹ ਕੈਨ ਦੀ ਭਗਤੀ ਕਰਦਾ ਹੈ, ਸ਼ੈਤਾਨ ਦੀ ਭਗਤੀ ਕਰਦਾ ਹੈ। ਲੇਕਿਨ ਜਿਹੜੇ ਲੋਕ ਪ੍ਰਕਾਸ਼ਨ ਨਾਲ ਚੱਲਦੇ ਆ, ਉਹ ਕੀ ਕਰਦੇ ਆ? ਕਹਿੰਦੇ ਪ੍ਰਭੂ ਜੀ ਜੋ ਤੇਰੇ ਵਚਨ 'ਚ ਲਿਖਿਆ ਉਸੇ ਤਰ੍ਹਾਂ ਜੀਵਨ ਬਤੀਤ ਕਰਾਂ, ਤੇਰੇ ਵਚਨ ਤੋਂ ਅਸੀਂ ਬਾਹਰ ਨਹੀਂ ਜਾਵਾਂਗੇ। ਫਿਰ ਅੱਜ ਦੇ ਲੋਕਾਂ ਨੂੰ ਕੀ ਹੋਇਆ? ਅੱਜ ਦੇ ਮਨੁੱਖਾਂ ਨੂੰ, ਕਿਉਂਕਿ ਇਹਨਾਂ ਨੇ ਆਪਣੇ ਅੰਗ ਮਾਰੇ ਨਹੀਂ ਹੈ। ਜਿੱਦਾਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ, ਖੁਦਾ ਦਾ ਵਚਨ ਕਹਿੰਦਾ ਆਪਣੇ ਅੰਗਾਂ ਨੂੰ ਮਾਰ ਸੁੱਟੋ। ਹਰਾਮਕਾਰੀ, ਦੁਰਵਚਨ, ਬੁਰੀ ਇੱਛਾ, ਲੋਭ, ਮਾਇਆ, ਇਹ ਚੀਜ਼ਾਂ ਨੂੰ ਤਿਆਗਣਾ ਪੈਣਾ। ਜਿੱਦ ਤੱਕ ਕੋਈ ਮਨੁੱਖ ਇਹਨਾਂ ਚੀਜ਼ਾਂ ਨੂੰ ਤਿਆਗਦਾ ਨਹੀਂ ਹੈ। ਜਿੰਨੇ ਖੁਦਾ ਦੇ ਲੋਕ ਬਾਈਬਲ ਵਿੱਚ ਆਏ, ਕੋਈ ਵੀ ਲਾਲਚੀ ਨਹੀਂ ਸੀਗਾ।
ਅੱਜ ਲੋਕ ਕਹਿ ਦਿੰਦੇ ਸੇਵਕਾਂ ਨੂੰ ਤੁਸੀਂ ਲਾਲਚੀ ਹੋ। ਖੁਦਾ ਦੇ ਸੇਵਕ ਕਦੇ ਲਾਲਚੀ ਨਹੀਂ ਹੁੰਦੇ। ਖੁਦਾ ਦਾ ਕੋਈ ਸੇਵਕ ਲਾਲਚੀ ਨਹੀਂ ਸੀ। ਬਾਈਬਲ ਵਿੱਚ ਪੜ੍ਹ ਕੇ ਦੇਖੋ, ਉੱਪਰ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਖੁਦਾ ਦੇ ਜਿੰਨੇ ਸੱਚੇ ਸੇਵਕ ਆਏ ਉਹਨਾਂ ਨੇ 1 ਰੁਪਏ ਦਾ ਲਾਲਚ ਨਹੀਂ ਕੀਤਾ। ਜਦੋਂ ਸੈਮੂਅਲ ਨੇ ਵੀ ਕਿਹਾ ਇਜ਼ਰਾਈਲੀ ਲੋਕਾਂ ਨੂੰ, ਕਹਿੰਦਾ ਮੈਂ ਕਦੋਂ ਤੁਹਾਡੇ ਤੋਂ ਪੈਸਾ ਮੰਗਿਆ, ਕਦੋਂ ਮੈਂ ਤੁਹਾਡੇ ਕੋਲ ਚੀਜ਼ਾਂ ਮੰਗੀਆਂ, ਮੇਰੇ ਤੇ ਕੋਈ ਦੋਸ਼ ਲਾ ਕੇ ਦਿਖਾਓ। ਕਿਉਂਕਿ ਸੈਮੂਅਲ ਕੀ ਸੀ, ਜਦੋਂ ਸੈਮੂਅਲ ਇੱਕ ਜਾਜਕ ਸੀਗਾ, ਇੱਕ ਨਬੀ ਸੀਗਾ, ਸੈਮੂਅਲ ਜਦੋਂ ਸੇਵਾ ਕਰਦਾ ਸੀਗਾ ਤੇ ਸੈਮੂਅਲ ਦੇ ਉੱਪਰ ਕੋਈ ਦੋਸ਼ ਨਾ ਲਾ ਸਕਿਆ, ਕਿਉਂਕਿ ਉਹ ਸੱਚੇ ਮਨ ਦੇ ਨਾਲ, ਸੱਚੇ ਹਿਰਦੇ ਨਾਲ ਆਗਿਆਕਾਰੀ ਕਰਦਾ ਹੋਇਆ ਸੇਵਾ ਕਰਦਾ ਸੀ ਪ੍ਰਭੂ ਦੀ। ਲੇਕਿਨ ਕੁਝ ਲੋਕ ਹੈਗੇ ਆ ਜਿਹੜੇ ਅਣ ਆਗਿਆਕਾਰੀ ਵਿੱਚ ਜਾਂਦੇ ਤੇ ਮੌਤ ਵਿੱਚ ਚਲੇ ਜਾਂਦੇ, ਜਿੱਦਾਂ ਬਲਿਆਮ ਨਬੀ ਸੀਗਾ। ਬਲਿਆਮ ਨਬੀ ਨੇ ਕੀ ਕੀਤਾ? ਅਣ ਆਗਿਆਕਾਰੀ ਕੀਤੀ, ਖੁਦਾ ਦੇ ਨਾਲ ਗੱਲਾਂ ਕਰਦਾ ਸੀਗਾ ਤੇ ਸ਼ਰਾਬ ਕਿਹਨੂੰ ਦੇਣ ਚਲਾ ਗਿਆ? ਇਜ਼ਰਾਈਲੀ ਲੋਕਾਂ ਨੂੰ ਸ਼ਰਾਬ ਦੇਣ ਚਲਾ ਗਿਆ। ਕਿਉਂਕਿ ਭਾਈ ਬ੍ਰੈਨਮ ਨੇ ਕਿਹਾ ਉਹਨੂੰ ਅਹੁਦਿਆਂ ਦਾ ਬੜਾ ਸ਼ੌਂਕ ਸੀਗਾ ਕਿ ਮੇਰੀ ਵਾਹਵਾਹੀ ਹੋਵੇ, ਮੇਰਾ ਅਹੁਦਾ ਉੱਚਾ ਹੋਵੇ, ਤੇ ਮੁਆਬ ਦੇ ਰਾਜੇ ਦੇ ਕੋਲ ਚਲਾ ਗਿਆ ਤਾਂ ਕਿ ਇਜ਼ਰਾਈਲੀਆਂ ਨੂੰ ਸ਼ਰਾਬ ਦੇ ਸਕੇ। ਲੇਕਿਨ ਸ਼ਰਾਬ ਨਹੀਂ ਦੇ ਸਕਿਆ, ਕਿਉਂਕਿ ਖੁਦਾ ਦੀ ਪਵਿੱਤਰ ਕੌਮ ਨੂੰ ਕੋਈ ਸ਼ਰਾਬ ਨਹੀਂ ਦੇ ਸਕਦਾ, ਕਿਉਂਕਿ ਖੁਦਾ ਦੀ ਪਵਿੱਤਰ ਕੌਮ ਉਹ ਲੋਕ ਆਗਿਆਕਾਰੀ ਵਿੱਚ ਚੱਲ ਰਹੇ ਸੀਗੇ ਤੇ ਜਿਹੜੇ ਨਹੀਂ ਚੱਲੇ ਪ੍ਰਭੂ ਨੇ ਮਾਰ ਦਿੱਤੇ। ਇਹ ਬਾਈਬਲ ਦਾ ਰੂਲ ਆ, ਖੁਦਾ ਦਾ ਰੂਲ ਆ। ਜੇ ਕੋਈ ਆਗਿਆਕਾਰੀ ਕਰਦਾ ਤੇ ਪ੍ਰਭੂ ਉਹਨੂੰ ਅੱਗੇ ਵਧਾਉਂਦਾ ਆ, ਸਰੀਰ ਵਿੱਚ ਵੀ ਅੱਗੇ ਵਧਾਉਂਦਾ ਆ, ਆਤਮਾ ਦੇ ਵਿੱਚ ਵੀ ਅੱਗੇ ਵਧਾਉਂਦਾ। ਲੇਕਿਨ ਜੇ ਕੋਈ ਮਨੁੱਖ ਅਣ ਆਗਿਆਕਾਰੀ ਕਰਦਾ ਆ, ਆਪਣੀਆਂ ਮਰਜ਼ੀਆਂ ਕਰਦਾ ਆ, ਖੁਦਾ ਦੇ ਵਚਨ ਦੇ ਅਨੁਸਾਰ ਜੀਵਨ ਨਹੀਂ ਬਤੀਤ ਕਰਦਾ, ਇਹੋ ਜਿਹੇ ਲੋਕ ਸ਼ੈਤਾਨ ਦੇ ਹੱਥਾਂ ਵਿੱਚ ਪੈ ਜਾਂਦੇ ਆ। ਅੱਜ ਬਹੁਤ ਲੋਕ ਸ਼ੈਤਾਨ ਦੇ ਹੱਥਾਂ 'ਚ ਪੈ ਚੁੱਕੇ ਆ, ਉਹਨਾਂ ਦੀ ਬੁੱਧ ਖਤਮ ਹੋ ਚੁੱਕੀ ਹੈ। ਜਿੱਦਾਂ ਕੈਨ ਨੂੰ ਪ੍ਰਭੂ ਨੇ ਕਿਹਾ ਸੀਗਾ ਕਿ ਤੂੰ ਆਪਣੇ ਭਰਾ ਨੂੰ ਮਾਰਿਆ, ਤੂੰ ਕਤਲ ਕੀਤਾ, ਤੂੰ ਅਣ ਆਗਿਆਕਾਰੀ ਕੀਤੀ ਆ, ਕਹਿੰਦਾ ਤੂੰ ਭੌਂਦੂ ਤੇ ਭਗੌੜਾ ਹੋਵੇਗਾ। ਅੱਜ ਕਲੀਸਿਆਵਾਂ, ਮਿਸ਼ਨਾਂ, ਜਥੇਬੰਦੀਆਂ ਭੌਂਦੂ ਤੇ ਭਗੌੜੀਆਂ ਆ ਸਭ। ਕੋਈ ਵਚਨ ਦੀ ਸਮਝ ਨਹੀਂ ਆ ਕਿ ਕਿੱਦਾਂ ਵਚਨ ਆ, ਕਿੱਦਾਂ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਨਾ। ਹਰ ਕੋਈ ਆਪਣੀ ਮਰਜ਼ੀ ਦੇ ਅਨੁਸਾਰ ਕੀ ਕਰਨਾ ਚਾਹੁੰਦਾ ਆ? ਭਗਤੀ ਕਰਨਾ ਚਾਹੁੰਦਾ, ਲੇਕਿਨ ਆਪਣੀ ਮਰਜ਼ੀ ਦੇ ਨਾਲ ਕੋਈ ਭਗਤੀ ਨਹੀਂ ਕਰ ਸਕਦਾ। ਜੋ ਬਾਈਬਲ ਦਾ ਰੂਲ ਆ, ਦਸਤੂਰ ਆ, ਉਹਦੇ ਅਨੁਸਾਰ ਹੀ ਭਗਤੀ ਹੋਣੀ। ਲੇਕਿਨ ਇਹ ਭਗਤੀ ਕੌਣ ਕਰੂਗਾ? ਜਿਹੜੇ ਲੋਕ ਜਿਨ੍ਹਾਂ ਨੇ ਆਪਣੇ ਅੰਗਾਂ ਨੂੰ ਇਸ ਧਰਤੀ ਤੋਂ ਕੀ ਕੀਤਾ? ਮਾਰ ਸੁੱਟਿਆ ਹੈ। ਇਸ ਧਰਤੀ ਤੇ ਰਹਿੰਦੇ ਹੋਏ ਆਪਣੇ ਅੰਗਾਂ ਨੂੰ ਮਾਰਿਆ ਆ, ਆਪਣੇ ਜੀਵਨ ਨੂੰ ਖੁਦਾ ਨੂੰ ਸਮਰਪਿਤ ਕੀਤਾ ਹੈ। ਉਹ ਲੋਕ ਆਗਿਆਕਾਰੀ ਕਰਨਗੇ। ਹਰ ਕੋਈ ਬੰਦਾ ਆਗਿਆਕਾਰੀ ਨਹੀਂ ਕਰ ਸਕਦਾ। ਖੁਦਾ ਦਾ ਵਚਨ ਸਾਰਿਆਂ ਵਾਸਤੇ ਆ ਕਿ ਖੁਦਾ ਦੇ ਵਚਨ ਨੂੰ ਹਰ ਇੱਕ ਬੰਦਾ ਗ੍ਰਹਿਣ ਕਰੇ ਤੇ ਬਚਾਇਆ ਜਾਵੇ। ਹੁਣ ਫੈਸਲਾ ਕਿਹਦੇ ਹੱਥਾਂ ਦੇ ਵਿੱਚ ਆ? ਫੈਸਲਾ ਲੋਕਾਂ ਦੇ ਹੱਥਾਂ ਦੇ ਵਿੱਚ ਆ। ਨੂਹ ਦੇ ਸਮੇਂ ਵਿੱਚ ਵੀ ਉਹਨਾਂ ਦਾ ਬਚਾਅ ਉਹਨਾਂ ਦੇ ਹੱਥਾਂ 'ਚ ਸੀਗਾ। ਜਿੰਨੇ ਲੋਕ ਸੀਗੇ ਉਹਨਾਂ ਦਾ ਬਚਾਅ ਉਹਨਾਂ ਦੇ ਹੱਥਾਂ 'ਚ। ਉਹ ਚਾਹੁੰਦੇ ਤਾਂ ਬਚ ਸਕਦੇ ਸੀ, ਲੇਕਿਨ ਵਿਸ਼ਵਾਸ ਨਹੀਂ ਕੀਤਾ। ਅੱਜ ਵੀ ਇਸੇ ਤਰ੍ਹਾਂ ਲੋਕ ਵਿਸ਼ਵਾਸ ਨਹੀਂ ਕਰਦੇ, ਵਚਨ ਤੇ ਵਿਸ਼ਵਾਸ ਨਹੀਂ ਕਰਦੇ। ਹਰ ਕੋਈ ਆਪਣੀ ਮਰਜ਼ੀ ਕਰਦਾ ਹੈ, ਲੇਕਿਨ ਆਪਣੀ ਮਰਜ਼ੀ ਕੀ ਆ? ਮੌਤ ਆ। ਲੇਕਿਨ ਪ੍ਰਭੂ ਯੀਸ਼ੂ ਮਸੀਹ ਦੀ ਮਰਜ਼ੀ ਅਨੰਤਤਾ ਦਾ ਜੀਵਨ ਆ। ਤੇ ਖੁਦਾਵੰਦ ਚਾਹੁੰਦਾ ਹਰੇਕ ਨੂੰ ਜੀਵਨ ਦੇਣਾ ਚਾਹੁੰਦਾ ਪ੍ਰਭੂ ਯੀਸ਼ੂ ਮਸੀਹ, ਲੇਕਿਨ ਲੋਕ ਜੀਵਨ ਨਹੀਂ ਲੈਣਾ ਚਾਹੁੰਦੇ। ਦੂਸਰਾ ਰਾਜਾ ਕੱਢਾਂਗੇ 5 ਚੈਪਟਰ, ਦੂਸਰਾ ਰਾਜਾ 5 ਦੇ ਆਏ। ਹੁਣ ਅਸੀਂ ਦੇਖਦੇ ਹਾਂ ਦੂਜਾ ਰਾਜਾ 5 ਦਾ ਹੈ, ਨਮਾਨ ਕੋੜੀ ਬਾਰੇ। ਹੁਣ ਨਮਾਨ ਕੋੜੀ ਨੇ ਕੀ ਕੀਤੀ ਸੀ? ਆਗਿਆਕਾਰੀ ਕੀਤੀ ਸੀ। ਆਓ ਪੜ੍ਹਦੇ ਹਾਂ। ਅਰਾਮ ਦੇ ਰਾਜਾ ਦਾ ਸੈਨਾਪਤੀ ਨਮਾਨ ਆਪਣੇ ਸਵਾਮੀ ਦੇ ਅੱਗੇ ਵੱਡਾ ਆਦਮੀ ਸੀ ਤੇ ਉਸ ਦਾ ਆਦਰ ਮਾਣ ਹੁੰਦਾ ਸੀ, ਕਿਉਂ ਜੋ ਉਸ ਦੇ ਰਾਹੀਂ ਯਹੋਵਾ ਨੇ ਅਰਾਮ ਨੂੰ ਫਤਿਹ ਦਿੱਤੀ ਸੀ। ਉਹ ਮਨੁੱਖ ਯੋਧਾ ਸੂਰਮਾ ਸੀ, ਪਰ ਕੋੜੀ ਸੀਗਾ। ਹੁਣ ਬਾਈਬਲ ਕੀ ਬਿਆਨ ਕਰ ਰਹੀ ਨਮਾਨ ਬਾਰੇ? ਇੱਕ ਸੈਨਾਪਤੀ ਸੀਗਾ, ਲੇਕਿਨ ਕੋੜੀ ਸੀਗਾ। ਉਹ ਮਨੁੱਖ ਯੋਧਾ ਸੀ ਪਰ ਕੋੜੀ ਸੀ। ਅਰਾਮੀ ਜਿੱਥੇ ਬੰਨ ਕੇ ਨਿਕਲੇ ਤੇ ਇਜ਼ਰਾਈਲ ਦੇ ਦੇਸ਼ ਵਿੱਚੋਂ ਇੱਕ ਨਿੱਕੀ ਕੁੜੀ ਨੂੰ ਫੜ ਕੇ ਨਾਲ ਲੈ ਆਏ ਸਨ, ਜੋ ਨਮਾਨ ਦੀ ਇਸਤਰੀ ਦੀ ਗੋਲੀ ਬਣ ਗਈ। ਹੁਣ ਕੀ ਹੋਇਆ? ਇਹਨਾਂ ਨੇ ਇੱਕ ਜਿਹੜੀ ਛੋਟੀ ਬੱਚੀ ਸੀਗੀ ਉਹਨੂੰ ਅਗਵਾ ਕਰ ਲਿਆ ਸੀਗਾ ਤੇ ਨਮਾਨ ਦੀ ਜਿਹੜੀ ਪਤਨੀ ਸੀ ਉਹਦੀ ਗੋਲੀ ਬਣ ਗਈ। ਤੇ ਕੀ ਹੋਇਆ? ਜਦੋਂ ਇਹਦਾ ਕੋਟ ਦੇਖਿਆ ਤੇ ਉਸਨੇ ਕਿਹਾ ਵੀ ਸਾਡੇ ਖੁਦਾ ਦਾ ਇੱਕ ਨਬੀ ਆ ਜਿਹੜਾ ਤੇਰੇ ਕੋਟ ਨੂੰ ਦੂਰ ਕਰ ਸਕਦਾ ਆ। ਤੇ ਕੀ ਹੋਇਆ? ਨਮਾਨ ਕੋੜੀ ਇਹਦੇ ਕੋਲ ਆਇਆ, ਅਲੀਸ਼ਾ ਦੇ ਕੋਲ ਆਇਆ। ਨਮਾਨ ਕੋੜੀ ਅਲੀਸ਼ਾ ਦੇ ਕੋਲ ਆਇਆ ਤਾਂ ਕਿ ਆਪਣੇ ਕੋਟ ਤੋਂ ਸ਼ੁੱਧ ਹੋ ਸਕੇ। ਲੇਕਿਨ ਜਦੋਂ ਉਸਨੇ ਅਲੀਸ਼ਾ ਨਾਲ ਮੁਲਾਕਾਤ ਕੀਤੀ ਤਾਂ ਅਲੀਸ਼ਾ ਨੇ ਉਸਨੂੰ ਕਿਹਾ ਕਿ ਤੂੰ ਜਾ ਕੇ ਯਰਦਨ ਨਦੀ ਵਿੱਚ 7 ਚੁੰਗੀਆਂ ਮਾਰ। ਤੇ ਪਹਿਲੋਂ ਕ੍ਰੋਧਿਤ ਹੋ ਗਿਆ ਕਿ ਮੈਂ ਇੰਨਾ ਵੱਡਾ ਸੈਨਾਪਤੀ ਹੈ, ਮੇਰਾ ਆਦਰ ਮਾਣ ਨਹੀਂ ਕੀਤਾ, ਮੈਨੂੰ ਗੰਦੀ ਨਦੀ ਵਿੱਚ ਭੇਜ ਰਿਹਾ ਜਿਹਨੂੰ ਚਿੱਕੜ ਨਾਲ ਭਰੀ ਹੋਈ ਹੈ। ਲੇਕਿਨ ਇੱਥੇ ਗੱਲ ਆਗਿਆਕਾਰੀ ਦੀ ਸੀ, ਇੱਥੇ ਆਗਿਆਕਾਰੀ ਕਰਨੀ ਪੈਣੀ ਸੀ। ਤੇ ਕੀ ਹੁੰਦਾ ਆ? ਨਮਾਨ ਕੋੜੀ ਦਾ ਨੌਕਰ ਕਹਿੰਦਾ ਜੇ ਤੈਨੂੰ ਨਬੀ ਕੋਈ ਵੱਡਾ ਕੰਮ ਕਰਨ ਨੂੰ ਕਹਿੰਦਾ ਤੇ ਤੂੰ ਨਾ ਕਰਦਾ।
ਤੇ ਕੀ ਹੁੰਦਾ ਆ, ਨਮਾਨ ਯਰਦਨ ਨਦੀ ਦੇ 7 ਚੁੰਗੀਆਂ ਲਾਉਂਦਾ ਤੇ ਉਹਦਾ ਸਾਰਾ ਕੋੜ ਖਤਮ ਹੋ ਜਾਂਦਾ ਹੈ, ਸਾਰਾ ਕੋੜ ਉਹਦਾ ਖਤਮ ਹੋ ਜਾਂਦਾ ਆ। ਤੇ ਅੱਜ ਇਸੇ ਤਰ੍ਹਾਂ ਆ, ਜਿਹੜੇ ਲੋਕ ਆਗਿਆਕਾਰੀ ਕਰਦੇ ਆਪਣੇ ਕੋੜ ਨੂੰ ਖਤਮ ਕਰਦੇ, ਲੇਕਿਨ ਜਿਹੜੇ ਲੋਕ ਆਗਿਆਕਾਰੀ ਨਹੀਂ ਕਰਦੇ ਉਹਨਾਂ ਦੇ ਉੱਪਰ ਕੋੜ ਆ ਜਾਂਦਾ। ਹੁਣ ਅਲੀਸ਼ਾ ਦਾ ਜਿਹੜਾ ਚੇਲਾ ਸੀਗਾ, ਉਹਦਾ ਬਾਲਕਾ ਸੀ ਜਿਹਦਾ ਨਾਮ ਗਹੇਜੀ ਸੀਗਾ, ਉਹ ਉਸ ਕੋੜ ਨੂੰ ਲੈ ਲਿਆ ਉਹਨੇ ਆਪਣੇ ਉੱਪਰ। ਉਹ ਲਾਲਚ ਵਿੱਚ ਆ ਗਿਆ, ਕਿਉਂਕਿ ਉਹਨੇ ਆਪਣੇ ਅੰਗਾਂ ਨੂੰ ਮਾਰਿਆ ਨਹੀਂ ਸੀਗਾ ਧਰਤੀ ਦੇ ਉੱਪਰ, ਉਹਦੇ ਅੰਦਰ ਲਾਲਚ ਸੀਗਾ, ਬੁਰੀ ਇੱਛਾ ਸੀ ਉਹਦੇ ਅੰਦਰ। ਤੇ ਨਮਾਨ ਕੋੜੀ ਦੇ ਪਿੱਛੇ ਭੱਜਿਆ ਤੇ ਉਹਨੂੰ ਕਹਿੰਦਾ ਮੈਨੂੰ ਕੁਝ ਦੇ। ਤੇ ਜਦੋਂ ਅਲੀਸ਼ਾ ਨੇ ਉਸ ਤੋਂ ਪੁੱਛਿਆ ਤੂੰ ਕਿੱਥੋਂ ਆਇਆ, ਕਹਿੰਦਾ ਤੇਰਾ ਬਾਲਕਾ ਇੱਧਰ ਉੱਧਰ ਕਿਤੇ ਨਹੀਂ ਗਿਆ। ਉਹ ਕਹਿੰਦਾ ਜਦੋਂ ਤੂੰ ਉਹਦੇ ਪਿੱਛੇ ਨੱਸਿਆ ਜਾਂਦਾ ਸੀ ਤੇ ਮੈਂ ਤੈਨੂੰ ਵੇਖ ਰਿਹਾ ਸੀਗਾ, ਕਹਿੰਦਾ। ਤੇ ਕੀ ਹੋਇਆ, ਨਮਾਨ ਦਾ ਕੋੜ ਗਹੇਜੀ ਉੱਪਰ ਆ ਗਿਆ। ਅੱਜ ਇਸੇ ਤਰ੍ਹਾਂ ਆ, ਕੁਝ ਲੋਕ ਆਗਿਆਕਾਰੀ ਕਰਕੇ ਜੀਵਨ ਲੈ ਜਾਂਦੇ ਆ, ਲੇਕਿਨ ਕੁਝ ਲੋਕ ਅਣਆਗਿਆਕਾਰੀ ਕਰਕੇ ਕੀ ਲੈ ਜਾਂਦੇ, ਕੋੜ ਲੈ ਜਾਂਦੇ ਆ, ਮੌਤ ਲੈ ਜਾਂਦੇ ਆ। ਇਸ ਕਰਕੇ ਖੁਦਾ ਇਹਨਾਂ ਚੀਜ਼ਾਂ ਤੋਂ ਖੁਸ਼ ਨਹੀਂ ਹੁੰਦਾ। ਭੇਟਾਂ ਦੇ ਦਿਓ, ਪੈਸਾ ਦੇ ਦਿਓ, ਖੁਦਾਵੰਦ ਆਗਿਆਕਾਰੀ ਤੋਂ ਖੁਸ਼ ਹੁੰਦਾ। ਪ੍ਰਭੂ ਕਹਿੰਦਾ ਮੇਰੀ ਆਗਿਆਕਾਰੀ ਕਰ, ਇਹੀ ਤੇਰੇ ਵਾਸਤੇ ਕਾਫੀ ਹੈ। ਜੇ ਖੁਦਾ ਭੇਟਾਂ ਤੋਂ ਖੁਸ਼ ਹੁੰਦਾ, ਪੈਸੇ ਤੋਂ ਖੁਸ਼ ਹੁੰਦਾ, ਤੇ ਅੱਜ ਜਿੰਨੇ ਅਮੀਰ ਸੀ ਸਭ ਖੁਦਾ ਦੇ ਰਾਜ 'ਚ ਹੁੰਦੇ, ਲੇਕਿਨ ਇਸ ਤਰ੍ਹਾਂ ਨਹੀਂ ਹੈ। ਇਸ ਕਰਕੇ ਪ੍ਰਭੂ ਨੇ ਕਿਹਾ ਸੀ ਅਮੀਰ ਮਨੁੱਖ ਦਾ ਸਵਰਗ ਵਿੱਚ ਜਾਣਾ ਬਹੁਤ ਔਖਾ ਆ, ਬਹੁਤ ਔਖਾ, ਲੇਕਿਨ ਊਂਠ ਸੂਈ ਦੇ ਨੱਕੇ ਵਿੱਚੋਂ ਨਿਕਲ ਸਕਦਾ ਹੈ। ਇਸ ਕਰਕੇ ਪ੍ਰਭੂ ਨੇ ਕਿਹਾ ਸੀ, ਕਿਉਂਕਿ ਜਦੋਂ ਪ੍ਰਭੂ ਯਿਸੂ ਮਸੀਹ ਦੇ ਕੋਲ ਅਮੀਰ ਮਨੁੱਖ ਆਇਆ ਤੇ ਉਸਨੇ ਕਿਹਾ ਕਿ ਆਪਣਾ ਸਭ ਕੁਝ ਤਿਆਗ ਦੇ ਜੇ ਤੂੰ ਜੀਵਨ ਚਾਹਨਾ, ਲੇਕਿਨ ਉਹਨੇ ਲਾਲਚ ਵਿੱਚ ਆ ਕੇ ਕੀ ਕੀਤਾ, ਕੁਝ ਵੀ ਤਿਆਗਿਆ ਨਹੀਂ, ਉਦਾਸ ਹੋ ਕੇ ਚਲਾ ਗਿਆ। ਕਿਉਂਕਿ ਬਾਈਬਲ ਬਿਆਨ ਕਰਦੀ, ਭਾਈ ਬ੍ਰੈਨਮ ਨੇ ਕਿਹਾ, ਉਹ ਆਪਣੇ ਸਮੇਂ ਦਾ ਬੜਾ ਤਗੜਾ ਇਨਸਾਨ ਸੀਗਾ, ਪੈਸੇ ਵਾਲਾ ਮਨੁੱਖ ਸੀਗਾ, ਇਸ ਕਰਕੇ ਉਹਨੇ ਪ੍ਰਭੂ ਦੀ ਆਗਿਆਕਾਰੀ ਨਹੀਂ ਕੀਤੀ। ਤੁਹਾਨੂੰ ਪਤਾ ਖੁਦਾ ਦੀ ਅਣਆਗਿਆਕਾਰੀ ਕਰਨੀ ਕੀ ਆ, ਖੁਦਾ ਦੀ ਅਣਆਗਿਆਕਾਰੀ ਮੌਤ ਆ। ਤੇ ਜਿਹੜਾ ਮਨੁੱਖ ਖੁਦਾ ਦੀ ਅਣਆਗਿਆਕਾਰੀ ਕਰਦਾ ਉਹ ਮੌਤ ਵਿੱਚ ਚਲੇ ਜਾਂਦਾ ਹੈ। ਕਿਉਂਕਿ ਸ਼ਾਉਲ ਨੇ ਕੀ ਕੀਤੀ, ਅਣਆਗਿਆਕਾਰੀ ਕੀਤੀ ਤੇ ਕਿੱਥੇ ਚਲਾ ਗਿਆ, ਮੌਤ ਵਿੱਚ ਚਲਾ ਗਿਆ। ਆਦਮ ਹਵਾ ਨੇ ਅਣਆਗਿਆਕਾਰੀ ਕੀਤੀ ਤੇ ਉਹਨਾਂ ਨੂੰ ਅਦਨ ਦੇ ਬਾਗ ਵਿੱਚੋਂ ਬਾਹਰ ਜਾਣਾ ਪਿਆ, ਕਿਉਂਕਿ ਅਣਆਗਿਆਕਾਰੀ ਕੀਤੀ ਸੀ। ਜਿਹੜਾ ਮਨੁੱਖ ਅਣਆਗਿਆਕਾਰੀ ਕਰਦਾ ਆ ਉਹ ਕਦੇ ਵੀ ਖੁਦਾ ਨੂੰ ਪਸੰਦ ਨਹੀਂ ਆਉਂਦਾ, ਉਹ ਸਜ਼ਾ ਦਾ ਲਾਇਕ ਹੁੰਦਾ ਆ। ਇਸ ਕਰਕੇ ਪ੍ਰਭੂ ਕਹਿੰਦਾ ਆਗਿਆਕਾਰੀ ਕਰੋ, ਹਮੇਸ਼ਾ ਵਚਨ ਦੀ ਆਗਿਆਕਾਰੀ ਕਰੋ, ਕਿਸੇ ਮਨੁੱਖ ਦੀ ਆਗਿਆਕਾਰੀ ਨਹੀਂ ਕਰਨੀ। ਹਮੇਸ਼ਾ ਕੀ ਕਰਨਾ, ਪ੍ਰਭੂ ਯਿਸੂ ਮਸੀਹ ਦੇ ਵਚਨਾਂ ਦੀ, ਬਾਈਬਲ ਦੇ ਵਚਨਾਂ ਦੀ ਆਗਿਆਕਾਰੀ ਕਰਨੀ ਆ, ਤਾਂ ਖੁਦਾ ਨੇ ਖੁਸ਼ ਹੋਣਾ ਹੈ। ਏਦਾਂ ਖੁਦਾ ਖੁਸ਼ ਨਹੀਂ ਹੁੰਦਾ। ਚਾਹੇ ਜਿੰਨੀ ਮਰਜ਼ੀ ਭੇਟਾਂ ਦੇ ਦਿਓ, ਜੋ ਮਰਜ਼ੀ ਕਰ ਦਿਓ, ਭਾਵੇਂ ਲੱਖ ਰੁਪਇਆ ਚੜਾ ਦਿਓ, ਖੁਦਾਬੰਦ ਕਹਿੰਦਾ ਤੇਰਾ ਤਨ, ਮਨ ਤੇ ਧਨ ਤਿੰਨੋਂ ਹੀ ਮੈਨੂੰ ਸਮਰਪਿਤ ਹੋਣੇ ਚਾਹੀਦੇ। ਇਹ ਨਾ ਹੋਵੇ ਵੀ ਅਸੀਂ ਪੈਸਾ ਦਿੰਦਾ ਕੋਈ ਮਨੁੱਖ ਚਰਚ ਵਿੱਚ, ਉਹਦਾ ਮਨ ਕਿਤੇ ਹੋਰ ਆ, ਸੰਸਾਰ ਦੇ ਵਿੱਚ ਆ, ਫਿਰ ਪ੍ਰਭੂ ਦੇ ਖੁਸ਼ ਨਹੀਂ ਹੋਣਾ। ਖੁਦਾਬੰਦ ਸਮਰਪਿਤ ਹਿਰਦੇ ਨੂੰ ਪਸੰਦ ਕਰਦਾ, ਆਗਿਆਕਾਰੀ ਨੂੰ ਪਸੰਦ ਕਰਦਾ। ਇਸ ਕਰਕੇ ਕੀ ਆ, ਆਗਿਆਕਾਰੀ ਕਰਨੀ ਬਹੁਤ ਜ਼ਰੂਰੀ ਹੈ। ਜੇ ਆਗਿਆਕਾਰੀ ਕਰੋਗੇ ਤਾਂ ਜੀਵਨ ਵਿੱਚ ਪ੍ਰਵੇਸ਼ ਕਰੋਗੇ, ਜੇ ਆਗਿਆਕਾਰੀ ਨਹੀਂ ਕਰੋਗੇ ਤੇ ਫਿਰ ਮੌਤ ਖੜੀ। ਅੱਜ ਹਜ਼ਾਰਾਂ ਲੋਕ ਮੌਤ ਵਿੱਚ ਜਾ ਰਹੇ, ਕਿਉਂਕਿ ਖੁਦਾ ਦੀ ਅਣਆਗਿਆਕਾਰੀ ਦਾ ਮਤਲਬ ਮੌਤ ਹੁੰਦਾ ਹੈ ਤੇ ਆਗਿਆਕਾਰੀ ਦਾ ਮਤਲਬ ਹੁੰਦਾ ਜੀਵਨ। ਇਸ ਕਰਕੇ ਆਗਿਆਕਾਰੀ ਕਰੋ। ਜਿਹੜਾ ਮਨੁੱਖ ਆਗਿਆਕਾਰੀ ਕਰੂਗਾ ਖੁਦਾ ਦੇ ਵਚਨਾਂ ਦੀ ਆਗਿਆਕਾਰੀ ਕਰੂਗਾ, ਉਸ ਨੂੰ ਕੋਈ ਵੀ ਸੰਸਾਰ ਦੀ ਕੋਈ ਚੀਜ਼ ਨੂੰ ਡਰਾ ਨਹੀਂ ਸਕਦੀ, ਧਮਕਾ ਨਹੀਂ ਸਕਦੀ, ਨਾ ਉਹਨੂੰ ਕੋਈ ਚੀਜ਼ ਮਾਰ ਸਕਦੀ, ਕਿਉਂਕਿ ਉਹ ਮਨੁੱਖ ਖੁਦਾ ਦੀ ਆਗਿਆਕਾਰੀ ਕਰਦਾ ਹੈ। ਇਸ ਕਰਕੇ ਹਮੇਸ਼ਾ ਖੁਦਾ ਦੀ ਆਗਿਆਕਾਰੀ ਕਰਨੀ ਚਾਹੀਦੀ ਹੈ। ਹੁਣ ਇੱਥੇ ਕੀ ਹੁੰਦਾ, ਜਿਹੜਾ ਗਹੇਜੀ ਸੀਗਾ ਉਹਦਾ ਸਾਰਾ ਉਹਦੇ ਉੱਪਰ ਕੋੜ ਆ ਗਿਆ, ਗਹੇਜੀ ਦੇ ਉੱਪਰ ਕੋੜ ਆ ਗਿਆ। ਹੁਣ ਗਹੇਜੀ ਕੋੜ ਲੈ ਕੇ ਚਲਾ ਗਿਆ। ਇੱਕ ਨਬੀ ਦਾ ਬਾਲਕਾ, ਇੱਕ ਨਬੀ ਦੇ ਨਾਲ ਚੱਲਣ ਵਾਲਾ ਮਨੁੱਖ ਕੋੜ ਦੇ ਨਾਲ ਭਰ ਗਿਆ। ਇਸ ਕਰਕੇ ਭਰਿਆ ਕਿਉਂਕਿ ਉਹਦੇ ਅੰਦਰ ਡਰ ਨਹੀਂ ਸੀਗਾ। ਜੇ ਉਹਦੇ ਅੰਦਰ ਖੁਦਾ ਦਾ ਡਰ ਹੁੰਦਾ ਤੇ ਉਹਦੇ ਉੱਪਰ ਕੋੜ ਨਾ ਆਉਂਦਾ, ਲੇਕਿਨ ਉਹ ਮਨੁੱਖ ਕੋੜ ਲੈ ਕੇ ਚਲਾ ਗਿਆ। ਅੱਜ ਬਹੁਤ ਮਨੁੱਖ ਆ ਕੋੜ ਨੂੰ ਆਪਣੇ ਉੱਪਰ ਲੈਂਦੇ, ਕਿਉਂਕਿ ਕੀ ਕਰਦੇ ਆ, ਅਣਆਗਿਆਕਾਰੀ ਕਰਦੇ ਆ। ਹੁਣ ਗਹੇਜੀ ਦਾ ਕੋੜ ਕਿਹਦੇ ਉੱਪਰ ਆਇਆ, ਗਹੇਜੀ ਦਾ ਕੋੜ ਜਿਹੜਾ ਨਮਾਨ ਦਾ ਕੋੜ ਸੀ ਉਹ ਗਹੇਜੀ ਉੱਪਰ ਆਇਆ। ਨਮਾਨ ਕੋੜੀ ਦਾ ਜਿਹੜਾ ਕੋੜ ਗਹੇਜੀ ਦੇ ਉੱਪਰ ਆਇਆ, ਅਲੀਸ਼ਾ ਦੇ ਚੇਲੇ ਦੇ ਉੱਪਰ ਆਇਆ, ਕਿਉਂਕਿ ਇਹਨੇ ਕੀ ਕੀਤੀ, ਅਣਆਗਿਆਕਾਰੀ ਕੀਤੀ। ਹੁਣ ਦੇਖੋ ਬਚਨ ਚ ਅਸੀਂ ਪੜ੍ਹਦੇ ਹਾਂ, ਤਦ ਉਹ ਅੰਦਰ ਆ ਕੇ ਆਪਣੇ ਸਵਾਮੀ ਦੇ ਅੱਗੇ ਖਲੋਤਾ ਤਾਂ ਅਲੀਸ਼ਾ ਨੇ ਉਸਨੂੰ ਆਖਿਆ ਕਿ ਹਾਜੀ ਤੂੰ ਕਿੱਥੋਂ ਆ ਰਿਹਾ ਹੈ। ਉਹ ਬੋਲਿਆ ਤੇਰਾ ਬਾਲਕਾ ਇੱਧਰ ਉੱਧਰ ਕਿਤੇ ਨਹੀਂ ਗਿਆ। ਤਦ ਉਸਨੇ ਆਖਿਆ ਜਦ ਉਹ ਮਨੁੱਖ ਤੇਰੇ ਮਿਲਣ ਨੂੰ ਆਪਣੇ ਰੱਥ ਉੱਤੋਂ ਮੁੜ ਆਇਆ ਤਾਂ ਕੀ ਮੇਰਾ ਮਨ ਤੇਰੇ ਨਾਲ ਨਹੀਂ ਸੀ ਕਿ ਚਾਂਦੀ ਲੈਣ ਅਤੇ ਬਸਤਰ
ਤੇ ਜੈਤੂਨ ਦੇ ਬਾਗਾਂ ਤੇ ਅੰਗੂਰੀ ਬਾਗਾਂ ਤੇ ਇਜੜਾਂ ਦੇ ਬੱਗਾਂ ਅਤੇ ਗੋਲੇ ਗੋਲੀਆਂ ਦਾ ਲੈਣ ਦਾ ਇਹੋ ਵੇਲਾ ਹੈ। ਹੁਣ ਇਹਨੂੰ ਕੀ ਕਰਨਾ ਚਾਹੀਦਾ ਸੀਗਾ? ਆਪਣੇ ਸੇਵਕ ਦੀ, ਆਪਣੇ ਪਾਸਟਰ ਦੀ, ਆਪਣੇ ਨਬੀ ਦੀ ਆਗਿਆਕਾਰੀ ਕਰਨੀ ਚਾਹੀਦੀ ਸੀ, ਲੇਕਿਨ ਆਗਿਆਕਾਰੀ ਨਹੀਂ ਕੀਤੀ। ਇਸ ਕਰਕੇ ਕੀ ਲੈ ਗਿਆ? ਕੋੜ ਲੈ ਗਿਆ। ਤੇ ਇਹਦਾ ਕੋੜ ਇਹਦੇ ਤੱਕ ਸੀਮਤ ਨਹੀਂ ਰਿਹਾ। ਜੇ ਕੋਈ ਮਨੁੱਖ ਅੱਜ ਪਾਪ ਵਾਲਾ ਜੀਵਨ ਬਤੀਤ ਕਰਦਾ ਤੇ ਉਹ ਇਹ ਨਾ ਸੋਚੇ ਵੀ ਮੇਰੇ ਬੱਚੇ ਸੇਫ ਆ। ਉਹਦੇ ਬੱਚੇ ਸੇਫ ਨਹੀਂ, ਉਹਦੇ ਬੱਚਿਆਂ ਦੇ ਉੱਪਰ ਵੀ ਕੋੜ ਆਊਗਾ, ਕਿਉਂਕਿ ਬਾਈਬਲ ਇਸ ਚੀਜ਼ ਨੂੰ ਕਲੀਅਰ ਕਰਦੀ ਆ। ਕਿਉਂਕਿ ਕੀ ਹੋਇਆ? ਉਹਦਾ ਕੋੜ ਕਹਿੰਦਾ, ਤੇਰਾ ਕੋੜ ਨਮਾਨ ਦਾ ਕੋੜ ਤੈਨੂੰ ਤੇ ਤੇਰੀ ਅੰਸ਼ ਨੂੰ ਸਦਾ ਤੀਕ ਲੱਗਿਆ ਰਹੇਗਾ। ਖੁਦਾਵੰਦ ਬਖਸ਼ਦਾ ਨਹੀਂ ਆ। ਉਹਨੇ ਕਿਹਾ ਤੇਰੀ ਅੰਸ਼। ਹੁਣ ਜੇ ਅਸੀਂ ਦੇਖੀਏ, ਜਿਹੜਾ ਗਿਹਾਜੀ ਸੀਗਾ ਉਹਦੇ ਬੱਚਿਆਂ ਦਾ ਕੀ ਕਸੂਰ ਸੀਗਾ? ਉਹਦੇ ਬੱਚਿਆਂ ਦਾ ਕੋਈ ਕਸੂਰ ਨਹੀਂ ਸੀ, ਲੇਕਿਨ ਯਹੋਵਾ ਦੇ ਅੱਗੇ ਉਹਨੇ ਪਾਪ ਕੀਤਾ ਸੀਗਾ। ਇਸ ਕਰਕੇ ਖੁਦਾ ਨੇ ਕ੍ਰੋਧਿਤ ਹੋ ਕੇ ਕਿਹਾ, ਕਹਿੰਦਾ ਤੈਨੂੰ ਲੱਗਿਆ ਰਵੇ। ਆਪਣੇ ਨਬੀ ਦੇ ਵਿੱਚੋਂ ਬੋਲਿਆ, ਕਹਿੰਦਾ ਤੇਰਾ ਕੋੜ ਤੇਰੀ ਅੰਸ਼ ਨੂੰ ਸਦਾ ਤੱਕ ਲੱਗਾ ਰਹੇਗਾ। ਤੇ ਉਹ ਬਰਫ਼ ਵਰਗਾ ਚਿੱਟਾ ਕੋੜੀ ਹੋ ਕੇ ਉਸਦੇ ਅੱਗੇ ਚਲਿਆ ਗਿਆ। ਨਬੀ ਦੇ ਨਾਲ ਰਹਿਣ ਵਾਲਾ ਮਨੁੱਖ ਕੋੜ ਲੈ ਕੇ ਚਲਾ ਗਿਆ, ਲੇਕਿਨ ਇੱਕ ਬੰਦਾ ਜਿਹੜਾ ਦੂਜੇ ਦੇਸ਼ ਦਾ ਸੈਨਾਪਤੀ ਸੀ, ਉਹ ਕੀ ਲੈ ਕੇ ਚਲਾ ਗਿਆ? ਜੀਵਨ ਲੈ ਕੇ। ਕਿਉਂਕਿ ਉਹਨੇ ਕੀ ਕੀਤਾ? ਆਗਿਆਕਾਰੀ ਕੀਤੀ। ਅੱਜ ਇਹੀ ਮਸਲਾ ਆ। ਅੱਜ ਮਨੁੱਖ ਆਗਿਆਕਾਰੀ ਨਹੀਂ ਕਰਦਾ ਕੋਈ ਵੀ। ਜਦੋਂ ਤੱਕ ਤੁਸੀਂ ਆਗਿਆਕਾਰੀ ਨਹੀਂ ਕਰੋਗੇ ਤਾਂ ਸਮਝ ਲਓ ਤੁਸੀਂ ਕੋੜ ਦੇ ਹੇਠ ਹੋ। ਲੇਕਿਨ ਜਿਹੜਾ ਮਨੁੱਖ ਆਗਿਆਕਾਰੀ ਕਰਦਾ ਆ, ਉਹ ਖੁਦਾਵੰਦ ਯਿਸੂ ਮਸੀਹ ਦੇ ਲਹੂ ਦੇ ਥੱਲੇ ਢੱਕਿਆ ਜਾਂਦਾ ਆ। ਉਹਦੇ ਉੱਪਰ ਬਿਮਾਰੀਆਂ, ਸ਼ੈਤਾਨੀ ਅਟੈਕ ਨਹੀਂ ਆ ਸਕਦੇ। ਹੁਣ ਮਨੁੱਖਾਂ ਦੇ ਉੱਪਰ ਕਿਉਂ ਅਟੈਕ ਆਉਂਦੇ ਆ? ਕਿਉਂ ਸ਼ੈਤਾਨ ਲੋਕਾਂ ਨੂੰ ਤੰਗ ਕਰਦਾ? ਕਿਉਂਕਿ ਜਿਹੜੇ ਲੋਕ ਆ ਉਹ ਖੁਦਾ ਦੀ ਰੇਸ ਤੋਂ ਬਾਹਰ ਜਾਂਦੇ ਆ। ਜਿਹੜਾ ਇੱਕ ਦਾਇਰਾ ਖੁਦਾ ਨੇ ਬਣਾਇਆ ਵੀ ਤੁਸੀਂ ਵਚਨ ਦੇ ਵਿੱਚ ਰਹਿਣਾ ਹੈ। ਕਿਉਂ ਖੁਦਾ ਨੇ ਕਿਹਾ ਆ ਵੀ ਵਚਨ ਦੇ ਵਿੱਚ ਰਹਿਣਾ? ਕਿਉਂ ਉਹਨੇ ਆਦਮ ਤੇ ਹਵਾ ਨੂੰ ਕਿਹਾ ਸੀਗਾ ਵੀ ਫਲ ਨਹੀਂ ਖਾਣਾ, ਵਚਨ ਦੇ ਵਿੱਚ ਰਹਿਣਾ, ਵਚਨ ਤੋਂ ਬਾਹਰ ਨਹੀਂ ਜਾਣਾ? ਲੇਕਿਨ ਉਹਨਾਂ ਨੇ ਖੁਦਾ ਦੀ ਗੱਲ ਨੂੰ ਕੀ ਕੀਤਾ? ਕਰਾ ਦਿੱਤਾ। ਤੇ ਕੀ ਉਹਨਾਂ ਦੇ ਉੱਪਰ ਆਈ? ਆਦਮ ਤੇ ਹਵਾ ਦੇ ਉੱਪਰ ਮੌਤ ਆ ਗਈ। ਮੌਤ ਆ ਗਈ। ਹੁਣ ਆਦਮ ਤੇ ਹਵਾ ਖੁਦਾ ਦਾ ਪਹਿਲਾ ਚਰਚ ਸੀ। ਹੁਣ ਜੇ ਅਸੀਂ ਦੇਖਦੇ ਹਾਂ ਵੀ ਪਹਿਲਾ ਚਰਚ ਕੌਣ ਸੀ ਇਸ ਦੁਨੀਆ ਦੇ ਵਿੱਚ? ਖੁਦਾ ਦਾ। ਆਦਮ ਤੇ ਹਵਾ ਖੁਦਾ ਦਾ ਪਹਿਲਾ ਚਰਚ ਸੀਗਾ। ਅਦਨ ਦੇ ਬਾਗ ਵਿੱਚ ਪਹਿਲਾ ਚਰਚ ਬਣਾਇਆ ਗਿਆ, ਆਦਮ ਤੇ ਹਵਾ। ਲੇਕਿਨ ਇਸ ਚਰਚ ਦੇ ਵਿੱਚੋਂ ਖੁਦਾ ਕਿਉਂ ਬਾਹਰ ਚਲਾ ਗਿਆ? ਆਦਮ ਦੇ ਅੰਦਰੋਂ ਖੁਦਾ ਕਿਉਂ ਬਾਹਰ ਚਲਾ ਗਿਆ? ਹਵਾ ਦੇ ਅੰਦਰੋਂ ਖੁਦਾ? ਕਿਉਂਕਿ ਇਹਨਾਂ ਨੇ ਅਣਆਗਿਆਕਾਰੀ ਕੀਤੀ। ਪਹਿਲਾ ਚਰਚ ਤਿਆਰ ਸੀਗਾ ਤੇ ਖੁਦਾ ਇਸ ਚਰਚ ਨੂੰ ਵਧਾਉਣਾ ਚਾਹੁੰਦਾ ਸੀਗਾ, ਲੇਕਿਨ ਅਣਆਗਿਆਕਾਰੀ ਕਰਕੇ ਖੁਦਾਵੰਦ ਇਸ ਚਰਚ ਤੋਂ ਬਾਹਰ ਚਲਾ ਗਿਆ। ਪ੍ਰਭੂ ਨੇ ਉਹਨਾਂ ਨੂੰ ਅਦਨ ਦੇ ਬਾਗ ਵਿੱਚੋਂ ਬਾਹਰ ਕੱਢ ਦਿੱਤਾ। ਖੁਦਾ ਦੀ ਹਜ਼ੂਰੀ ਵਿੱਚੋਂ ਬਾਹਰ ਚਲੇ ਗਏ। ਕਿਉਂ? ਕਿਉਂਕਿ ਉਹਨਾਂ ਨੇ ਖੁਦਾ ਦੇ ਵਚਨ ਦੀ ਆਗਿਆਕਾਰੀ ਨਹੀਂ ਕੀਤੀ। ਅੱਜ ਲੋਕ ਕਹਿੰਦੇ ਅਸੀਂ ਫਲ ਖਾਣਾ ਆ, ਅਸੀਂ ਸੰਸਾਰਿਕ ਫਲ ਖਾਣਾ ਆ, ਲੇਕਿਨ ਜਿਹੜਾ ਸੰਸਾਰਿਕ ਫਲ ਆ ਮੌਤ ਨੂੰ ਦਰਸਾਉਂਦਾ। ਕਿਉਂਕਿ ਖੁਦਾ ਦਾ ਵਚਨ ਕਹਿੰਦਾ ਸੰਸਾਰ ਮੌਤ, ਸੰਸਾਰ ਦਾ ਮਿੱਤਰਚਾਰਾ ਪਰਮੇਸ਼ਵਰ ਦੇ ਨਾਲ ਵੈਰ ਆ। ਜੇ ਕੋਈ ਸੰਸਾਰ ਦੇ ਨਾਲ ਮਿੱਤਰਚਾਰਾ ਰੱਖਦਾ ਆ ਤੇ ਪਰਮੇਸ਼ਵਰ ਨਾਲ ਵੈਰ ਕਰਦਾ ਆ। ਤਾਂ ਦੇਖੋ ਕਿੱਡੇ ਮੂਰਖ ਲੋਕ ਆ, ਪਰਮੇਸ਼ਵਰ ਨਾਲ ਵੈਰ ਕਰੀ ਜਾਂਦੇ। ਜੇ ਮਨੁੱਖ ਨਾਲ ਵੈਰ ਕਰੇ ਤੇ ਚਲੋ ਮੰਨਿਆ ਵੀ ਠੀਕ ਆ, ਮਨੁੱਖ ਨਾਲ ਵੈਰ ਕਰਦਾ, ਲੇਕਿਨ ਮਨੁੱਖ ਤਾਂ ਖੁਦਾ ਦੇ ਨਾਲ ਵੈਰ ਕਰ ਰਹੇ ਆ। ਤੇ ਕੀ ਖੁਦਾ ਇਹੋ ਜਿਹੇ ਲੋਕਾਂ ਨੂੰ ਬਖਸ਼ੂਗਾ? ਬਾਈਬਲ ਬਿਆਨ ਕਰਦੀ ਆ, ਜੋ ਤੁਸੀਂ ਬੀਜੋਗੇ ਸੋਈਓ ਵੱਢੋਗੇ। ਬਾਈਬਲ ਇਸ ਚੀਜ਼ ਨੂੰ ਸਾਬਤ ਕਰਦੀ ਹੈ। ਜਿੰਨੇ ਮਨੁੱਖਾਂ ਨੇ ਗਲਤੀਆਂ ਕੀਤੀਆਂ ਬਾਈਬਲ ਦੇ ਵਿੱਚ ਸਭਨਾਂ ਨੂੰ ਸਜ਼ਾ ਮਿਲੀ, ਕੋਈ ਵੀ ਬਖਸ਼ਿਆ ਨਹੀਂ ਗਿਆ। ਮਾਫੀ ਮਿਲ ਗਈ ਲੇਕਿਨ ਸਜ਼ਾ ਮਿਲੀ ਨਾਲ। ਇਹ ਬਾਈਬਲ ਦਾ ਰੂਲ ਆ। ਕਿਉਂਕਿ ਬਾਈਬਲ ਬਿਆਨ ਕਰਦੀ ਜੋ ਤੁਸੀਂ ਬੀਜੋਗੇ। ਹੁਣ ਜੇ ਕੋਈ ਸਰੀਰਕ ਮਨੁੱਖ ਕਣਕ ਬੀਜਦਾ ਆ, ਚੌਲ ਬੀਜਦਾ, ਝੋਨਾ ਬੀਜਦਾ, ਕੁਛ ਵੀ ਬੀਜਦਾ, ਤੇ ਕੀ ਵੱਢਦਾ ਆ? ਜੋ ਉਹਨੇ ਬੀਜਿਆ ਉਹੀ ਵੱਢਦਾ ਹੈ। ਤੇ ਖੁਦਾ ਦਾ ਵਚਨ ਕਹਿੰਦਾ ਜੋ ਤੁਸੀਂ ਬੀਜੋਗੇ ਉਹੀ ਵੱਢੋਗੇ। ਇਸ ਕਰਕੇ ਅੱਜ ਸਮਾਂ ਹੈਗਾ ਜਿਹੜੇ ਲੋਕ ਅਣਆਗਿਆਕਾਰੀ ਦੇ ਵਿੱਚ ਆ, ਆਗਿਆਕਾਰੀ ਦੇ ਵਿੱਚ ਆਉਣ। ਉਹ ਲੋਕ ਖੁਦਾ ਦੇ ਅੱਗੇ ਤੌਬਾ ਕਰਨ, ਮਾਫੀਆਂ ਮੰਗਣ ਵੀ ਪ੍ਰਭੂ ਸਾਡੇ ਜੀਵਨ ਨੂੰ ਲੈ ਲਾ, ਕਿਤੇ ਸ਼ੈਤਾਨ ਸਾਡੇ ਜੀਵਨ ਨੂੰ ਨਾ ਲੈ ਜਾਵੇ। ਕਿਉਂਕਿ ਜਿਹੜਾ ਸ਼ੈਤਾਨ ਆ ਉਹ ਲੋਕਾਂ ਦੇ ਪਿੱਛੇ ਪਿਆ ਹੋਇਆ ਹੈ ਕਿ ਕਦੋਂ ਮੈਂ ਇਹਨਾਂ ਨੂੰ ਮਾਰਾਂ ਤੇ ਆਪਣੇ ਨਾਲ ਨਰਕ ਨੂੰ ਲੈ ਜਾਵਾਂ। ਕਿਉਂਕਿ ਉਹ ਨਹੀਂ ਚਾਹੁੰਦਾ ਕਿ ਖੁਦਾ ਦੇ ਲੋਕ ਖੁਦਾ ਦੇ ਰਾਜ 'ਚ ਜਾਣ। ਕਿਉਂਕਿ ਮੱਤੀ 24 ਅਸੀਂ 24 ਦੀ 24 ਪੜਾਂਗੇ। ਮੱਤੀ 24 ਦੀ 24 ਮੱਤੀ 24 ਦੀ 24। ਅੱਜ ਜੇ ਕੋਈ ਤੁਹਾਨੂੰ ਆਖੇ ਵੇਖੋ ਮਸੀਹ ਇੱਥੇ ਆ ਉੱਥੇ ਹੈ, ਤਾਂ ਸੱਚ ਨਾ ਮੰਨਣਾ। ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਅਜਿਹੇ ਵੱਡੇ ਨਿਸ਼ਾਨ ਅਤੇ ਅਚਰਜ ਕੰਮ ਦਿਖਾਉਣਗੇ ਕਿ ਜੇ
हो सकदा तां चुनिया होया नूं भी भुलावे विच पा दिंदे। हुण मत्ती 24:24 बयान कर रही ऐदां दे लोग भी हैगे दुनिया दे। हुण ये किहड़े लोग आ? ये वो लोग आ जिन्हां ने एक धर्म बनाया होया, धार्मिक चोला पाया, लेकिन आग्याकारी नहीं करते खुदा दी। वचन की गल होंदी ते वचन नूं की करदे आ? तुच्छ समझदे आ, असीं नहीं मनना। ये लोग किहड़े आ? हुण खुदावंद इन्हां झूठे लोकां वास्ते की कह रहा, कहंदा तुहानूं आखे मसीह इत्थे आ उत्थे सच ना मनना। अज लोग दावा करदे आ साडे चर्च खुदा आ, साडी हैकल दे विच खुदा, साडे चर्च विच खुदा है। खुदावंद चर्चां दे विच नहीं खुदा, खुदावंद मनुखा दे अंदर रहिंदा है। किसी मनुख दे अंदर खुदावंद रहिंदा, वास करदा। जदों किसी मनुख दे अंदर वास करदा ते मनुख अपनी मर्जी नाल कपड़े नहीं पा सकदा, अपनी मर्जी नाल खा पी नहीं सकदा, अपनी मर्जी नाल घूम फिर नहीं सकदा, क्योंकि खुदावंद दे दायरे विचों बंदा हुंदा, ओहदी आग्याकारी विच हुंदा है। ते अज लोग पाप वाला जीवन बतीत करके कहते साडे अंदर खुदा दा पवित्र आत्मा है। जे तुहाडे अंदर खुदा दा पवित्र आत्मा आ ते की वो तुहाडे तों गंदगी करवाएगा? कि तुहानूं कहेगा भी संसार दे नाल मित्रचारा रखो? क्योंकि जिहड़े खुदा दे सच्चे लोग संसार तो मरे हुए हुंदे, ये निशानी है खुदा दे लोकां दी। लेकिन जिहड़े लोग संसार विच फिरदे आ वो कौन आ? जिन्हां ने बलियाम दी सिੱਖਿਆ ਨੂੰ ਧਾਰਿਆ होया। क्योंकि बलियाम दी सिੱਖਿਆ की है? मौत दी सिੱਖਿਆ है। बलियाम भी बलियां चढ़ाउंदा सी खुदा दे अगे, लेकिन उन्हें आग्याकारी नहीं दी। प्रभु ने कहा सी तेरे लोगों को श्राप देण नहीं जाना। जदों गधी ते जा रहा सी बलियाम नबी ते दूत ओहदे अगे खड़ गया आके, उन्हें दूत नूं भी नहीं वेखिया, ओहदी इन्नी अखां अंधियां हो गईयां, ओहदे दूत नूं भी वेखिया, लेकिन दूत नूं किने देखिया? गधी ने देखिया। जिहड़ी ओहदी गधी सी ओहने दूत नूं देखिया। और प्रभु ने उन्होंने मना किया सी कि मेरे लोगों को श्राप नहीं देना, लेकिन वो बंदा भाई ब्रैनम ने कहा बहुत लालची सीगा, उन्होंने चीज़ों की उन्होंने अहुदियां की बड़ी लोड़ सीगी, बहुत सीगा भी मैनूं अहुदे मिल, मैनूं आ मिल जाए वो मिल जाए, कि इस करके इजरायली लोगों को श्राप देण चला गया। तो की होया? मौत विच चला गया। इस करके बलियाम की सिੱਖਿਆ ते ना चलो, किहदी सिੱਖਿਆ ते चलना आ? वचन की सिੱਖਿਆ ते चलना है। ਜਿਹੜਾ ਮਨੁੱਖ वचन की सिੱਖਿਆ ਤੇ नहीं ਚੱਲੂਗਾ ਉਹਦੇ ਉੱਪਰ मौत आ जानी। क्योंकि नूह ਦੇ ਸਮੇਂ भी इदां ही ਸੀਗਾ। ਜਦੋਂ मूसा इजरायली लोगों को ਕੱਢ ਕੇ ਲਿਆਇਆ ਉਦੋਂ भी इदां ही ਸੀਗਾ। ਉਹਨੇ ਕਿਹਾ ਸੀ आग्याकारी करो, लेकिन वो लोग बाहर मुआब के देश 'ਚ ਵਿਆਹ ਕਰਨ ਲੱਗ ਗਏ, जाके जनाह करिया ਕਰਨ ਲੱਗ गए, प्रसाद खाण ਲੱਗ गए, ਉਹਨਾਂ ਦੀ ਭੇਟਾਂ ਤੇ ਚੜਾਵੇ ਖਾਣ ਲੱਗ ਗਏ ਤੇ प्रभु ने सारे मारे। शाउल ने गलती की, शाउल का राज चला गया, शाउल के उपर मौत आ गई, बलियाम के उपर मौत आ गई, क्योंकि की किया? अनाग्याकारी की। जिन्ने लोग अनाग्याकारी करते खुदा का आत्मा उन्होंने तो हट जाता है, चले जाता है। जिदा शाउल के उत्तों की सी, खुदा का आत्मा हट गया, क्योंकि जो उन्हें अनाग्याकारी की, गलतियां की, आत्मा उस तो अड हो गया। बाइबल इस चीज़ को बयान करती है। इस करके उन्हें कहा कि दूजे राजे को मसा किया जाए, दाऊद को मसा किया गया। दाऊद कौन सी? दाऊद खुदा की आग्याकारी करता सी, लेकिन जो दाऊद ने भी गलती की तो प्रभु ने उन्हें बख्शिया नहीं। खुदा बंदा रूल आ, बाइबल का जो कोई गलती करता उन्हें बख्शिया नहीं जाता, उन्होंने सज़ा मिलती उस चीज़ की। लोग कहते भी खुदा सानू बहुत प्यार करता है, प्रभु सानू बहुत प्यार करता। पुराने नियम च सख्ती सी, लेकिन मैं तुहानू दसना चाहना जिन्नी सख्ती नए नियम के विच आ, उन्नी सख्ती पुराने नियम च नहीं सी। बाइबल एक लॉ, एक कानून आ, जिहड़ा इस कानून को तोड़ूगा उसके ऊपर सज़ा का हुक्म लाया जाएगा। बाइबल बयान करती है। इस करके अज मौका है खुदा की आग्याकारी करने का। जे कोई मनुख आग्याकारी नहीं करता तो प्रभु यीशु मसीह की करूँगा? हुण अमीर मनुख जो प्रभु के कोल गया तो बाइबल बयान करती है, वो कहता भी तू हुक्मां नूं मान। कहता मैं तो बचपन तो हुक्मां नूं मानदा, सारे हुक्मां नूं मानदा, भेटां दिंदा, दशमां दिंदा, सब कुछ करदा। लेकिन प्रभु कहता नहीं, सब कुछ छड़ के मेरे पीछे हो। इन्ना बड़ा ऑफर अमीर मनुख ने ठुकरा दिता। क्यों? क्योंकि संसार के नाल उहदा मित्रचारा सी, बहुत अमीर मनुख सीगा ते खुदा दे रेंज चों बाहर चला गया। कि पैसा उन्होंने जीवन दे सकता सी? नहीं, पैसा किसी मनुख को जीवन नहीं दिंदा, लेकिन खुदा बंदा सच्चा लहू इमानुएल का लहू जीवन दिंदा है। इस करके सबनों नूं चाहिए भी इमानुएल के लहू के थले आण। जे इमानुएल के लहू के थले जिहड़े लोग नहीं होणगे वो सब मारे जाण। भाई ब्रैनम ने कहा आ मौत का मतलब की है? खुदा की जिहड़ा मनुख अनाग्याकारी करता मौत 'च चल जाता है। मौत का मतलब आ खुदा तो हमेशा का विछोड़ा।
ਜਿਹੜੇ ਲੋਕ ਅਣ ਆਗਿਆਕਾਰੀ ਕਰਦੇ ਹੋਏ ਇਸ ਧਰਤੀ ਤੋਂ ਚਲੇ ਗਏ, ਉਹ ਮੌਤ ਵਿੱਚ ਚਲੇ ਜਾਣਗੇ। ਉਹ ਕਦੇ ਵੀ ਖੁਦਾ ਨੂੰ ਵੇਖ ਨਹੀਂ ਪਾਣਗੇ, ਕਿਉਂਕਿ ਬਾਈਬਲ 'ਚ ਜੋ ਲਿਖਿਆ ਮੰਨਣਾ ਹੀ ਪੈਣਾ ਹੈ। ਜੋ ਆਗਿਆ, ਜੋ ਹੁਕਮ ਆ, ਪੂਰੇ ਲੇਲਾ ਪੂਰਾ ਖਾਣਾ, ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਪੂਰੀ ਦੀ ਪੂਰੀ ਬਾਈਬਲ ਮੰਨਣੀ ਪੈਣੀ। ਅੱਜ ਲੋਕ ਕਹਿੰਦੇ ਇੰਨੇ ਹੁਕਮ ਕਿੱਦਾਂ ਮੰਨਾਂਗੇ, ਲੇਕਿਨ ਜਿਹਦਾ ਜੀਵਨ ਸਮਰਪਿਤ ਆ, ਖੁਦਾ ਉਹਨੂੰ ਆਪਣੇ ਆਪ ਚਲਾਉਂਦਾ। ਹੁਕਮ ਮਨਾਣਾ ਖੁਦਾਵੰਦ ਸਿਖਾਉਂਦਾ ਆ, ਆਗਿਆਕਾਰੀ ਕਰਨੀ ਖੁਦਾਵੰਦ ਆਪੇ ਸਿਖਾਉਂਦਾ। ਇੱਕ ਮਨੁੱਖ ਨੂੰ ਕੀ ਲੋੜ, ਸਿਰਫ ਉਹਦੇ ਸਾਹਮਣੇ ਹਲੀਮ ਹੋ ਜਾਵੇ, ਖੁਦਾਵੰਦ ਮੇਰਾ ਜੀਵਨ ਤੈਨੂੰ ਸਮਰਪਿਤ ਆ, ਮੇਰੇ ਜੀਵਨ ਨੂੰ ਤੂੰ ਲੈ, ਮੈਨੂੰ ਆਪਣੇ ਅਨੁਸਾਰ ਚਲਾ। ਜਦੋਂ ਚੇਲੇ ਪ੍ਰਚਾਰ ਕਰਨ ਜਾ ਰਹੇ ਸੀ ਤੇ ਕਹਿੰਦੇ ਪ੍ਰਭੂ ਜੀ ਅਸੀਂ ਕੀ ਬੋਲਾਂਗੇ? ਉਹ ਕਹਿੰਦਾ ਬੋਲਣ ਵਾਲੇ ਤੁਸੀਂ ਨਹੀਂ, ਬੋਲਣ ਵਾਲਾ ਪਵਿੱਤਰ ਆਤਮਾ ਹੋਵੇਗਾ। ਇਸ ਕਰਕੇ ਕਦੇ ਡਰਨ ਦੀ ਲੋੜ ਨਹੀਂ ਹੈ। ਜੇ ਕਮੀਆਂ ਆ, ਕਮਜ਼ੋਰੀਆਂ ਆ, ਘਟੀਆਂ ਆ, ਤੇ ਖੁਦਾਵੰਦ ਦੇ ਅੱਗੇ ਹਲੀਮ ਹੋ ਜਾਓ। ਕਹੋ ਪ੍ਰਭੂ ਜੀ ਮੈਂ ਆਪਣੀ ਸਾਰਾ ਕਮਾਂਡ, ਆਪਣੀ ਆਕੜ ਤੂੰ ਛੱਡਦਾ, ਖੁਦਾਵੰਦ ਮੈਂ ਤੇਰੇ ਅੱਗੇ ਹਲੀਮ ਹੁੰਨੀ, ਮੇਰੇ ਤੇ ਦਇਆ ਕਰ। ਤੇ ਫਿਰ ਪ੍ਰਭੂ ਦਇਆ ਕਰਦਾ, ਕਿਉਂਕਿ ਖੁਦਾ ਨੂੰ ਕੋਈ ਗਿਆਨ ਦੇ ਨਾਲ ਨਹੀਂ ਜਾਣ ਸਕਦਾ। ਕਿ ਬੜੀ ਬਾਈਬਲ ਦੀ ਨੌਲੇਜ ਆ ਗਈ, ਬੜੇ ਸੰਦੇਸ਼ ਪੜ੍ਹ ਲਏ ਜੀ ਅਸੀਂ, ਤਾਂ ਸਾਨੂੰ ਬੜੀ ਬਾਈਬਲ ਦੀ ਨੌਲੇਜ ਆ। ਬਾਈਬਲ ਦੀ ਨੌਲੇਜ ਇਹ ਚੀਜ਼ਾਂ ਨੂੰ ਨਹੀਂ, ਖੁਦਾਵੰਦ ਪਸੰਦ ਕਰਦਾ ਆਗਿਆਕਾਰੀ। ਜੇ ਬਾਈਬਲ ਪੜ੍ਹੀ ਤੇ ਆਗਿਆਕਾਰੀ ਕਿਉਂ ਨਹੀਂ ਕੀਤੀ? ਅਣ ਆਗਿਆਕਾਰੀ ਵਿੱਚ ਕਿਉਂ ਤੁਹਾਡਾ ਜੀਵਨ? ਇਸ ਕਰਕੇ ਪ੍ਰਭੂ ਕਹਿੰਦਾ ਆਪਣੇ ਅੰਗਾਂ ਨੂੰ ਮਾਰ ਸੁੱਟੋ। ਹੁਣ ਇਹ ਅੰਗ ਕੀ ਆ? ਲਾਲਚ, ਬੁਰੀ ਇੱਛਾ, ਵੈਰ, ਵਿਰੋਧ, ਘਮੰਡ, ਈਰਖਾ, ਇਹ ਸਭ ਕੀ ਆ? ਅੰਗ ਆ ਮਨੁੱਖਾਂ ਦੇ। ਤੇ ਮਨੁੱਖ ਇਹਨਾਂ ਅੰਗਾਂ ਨੂੰ ਵੱਢਣਾ ਨਹੀਂ ਚਾਹਤਾ। ਇਹਨਾਂ ਅੰਗਾਂ ਨੂੰ ਛੱਡਣਾ ਪੈਣਾ ਆ, ਕਿਉਂਕਿ ਇਹ ਅੰਗ ਕੀ ਕਰਨਗੇ? ਖੁਦਾ ਦੇ ਵਿੱਚ ਰਾਜ ਵਿੱਚ ਜਾਣ ਦੇ ਮਨੁੱਖ ਨੂੰ ਰੋਕ ਸਕਦੇ ਆ। ਇਸ ਕਰਕੇ ਪ੍ਰਭੂ ਕੀ ਕਰਦਾ? ਹਮੇਸ਼ਾ ਉਹ ਆਪਣੇ ਇੱਕ ਨਬੀ ਨੂੰ ਭੇਜਦਾ। ਇਸ ਯੁੱਗ ਦੇ ਵਿੱਚ ਵੀ ਉਹਨੇ ਇੱਕ ਆਪਣੇ ਨਬੀ ਨੂੰ ਭੇਜਿਆ, ਜਿਹਦੇ ਦੁਆਰਾ ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਖੋਲ ਦਿੱਤੀ ਗਈ। ਤੇ ਇਹ ਨਬੀ ਨੇ ਕੀ ਕੀਤਾ ਕਿ ਨਬੀ ਨੇ ਲੋਕਾਂ ਨੂੰ ਆਗਿਆਕਾਰੀ ਕਰਨੀ ਸਿਖਾਈ, ਵੀ ਸੰਦੇਸ਼ ਦੇ ਉੱਪਰ ਕਿੱਦਾਂ ਜੀਵਨ ਬਤੀਤ ਕਰਨਾ। ਜੇ ਅੱਜ ਕੋਈ ਮਨੁੱਖ ਕਹਿੰਦਾ ਆ, ਅੱਜ ਬਹੁਤ ਲੋਕ ਮਨੁੱਖ ਕਹਿੰਦੇ ਅਸੀਂ ਬਸਮਾ ਲੈ ਲਿਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਅਸੀਂ ਸੰਦੇਸ਼ ਦੇ ਵਿੱਚ ਆ, ਅਸੀਂ ਸੰਦੇਸ਼ੀ ਆ। ਕੀ ਖੁਦਾ ਦਾ ਸੰਦੇਸ਼ ਤੁਹਾਡੇ ਜੀਵਨ ਵਿੱਚ ਕੰਮ ਕਰਦਾ ਹੈ? ਕੀ ਲੋਕ ਤੁਹਾਡੇ ਜੀਵਨਾਂ ਤੋਂ ਪ੍ਰਭਾਵਿਤ ਹੁੰਦੇ? ਕੀ ਤੁਹਾਡੇ ਰਿਸ਼ਤੇਦਾਰ ਪ੍ਰਭਾਵਿਤ ਹੁੰਦੇ ਤੁਹਾਡੇ ਜੀਵਨਾਂ ਤੋਂ? ਵੀ ਸੱਚਮੁੱਚ ਖੁਦਾ ਇਹਨਾਂ ਦੇ ਅੰਦਰ ਰਹਿੰਦਾ ਹੈ? ਨਹੀਂ ਪ੍ਰਭਾਵਿਤ ਹੁੰਦੇ, ਕਿਉਂਕਿ ਲੋਕਾਂ ਦਾ ਜੀਵਨ ਗਲਤ ਆ। ਲੋਕ ਯਿਸੂ ਮਸੀਹ ਨੇ ਤਾਂ ਬਾਬੇ ਦੀ ਤਰ੍ਹਾਂ ਮੰਨਦੇ ਆ, ਭੇਡ ਚੜਾਤੀ, ਠੀਕ ਆ, ਬਸ ਬਰਕਤ ਮਿਲਣੀ ਚਾਹੀਦੀ। ਹੁਣ ਇਸ ਕਰਕੇ ਸ਼ੈਮੂਅਲ ਨੇ ਕਿਹਾ ਸੀ ਸ਼ਾਊਲ ਨੂੰ, ਖੁਦਾਵੰਦ ਆਗਿਆਕਾਰੀ ਦੇ ਨਾਲ ਖੁਸ਼ ਹੁੰਦਾ, ਭੇਡਾਂ ਦੇ ਨਾਲ ਖੁਸ਼ ਨਹੀਂ ਹੁੰਦਾ। ਭੇਡਾਂ ਦੇ ਨਾਲ ਕੀ ਪ੍ਰਭੂ ਕਦੇ ਖੁਸ਼ ਹੋ ਸਕਦਾ ਹੈ? ਕਦੇ ਵੀ ਨਹੀਂ ਖੁਸ਼ ਹੋ ਸਕਦਾ। ਹਮੇਸ਼ਾ ਪ੍ਰਭੂ ਆਗਿਆਕਾਰੀ ਪਸੰਦ ਕਰਦਾ। ਸ਼ੈਮੂਅਲ ਨੇ ਪੂਰੀ ਸੇਵਕਾਈ ਦੇ ਵਿੱਚ ਉਹਦੀ ਆਗਿਆਕਾਰੀ ਕੀਤੀ। ਜਿੰਨੇ ਉਹਦੇ ਨਬੀ ਰਸੂਲ ਆਏ ਉਹਨੇ ਆਗਿਆਕਾਰੀ ਕੀਤੀ, ਕਿਉਂਕਿ ਉਹਨਾਂ ਦੇ ਅੰਦਰ ਖੁਦਾ ਦਾ ਆਤਮਾ ਸੀਗਾ। ਉਹ ਲੋਕ ਹਲੀਮ ਸੀਗੇ, ਇਸ ਕਰਕੇ ਖੁਦਾ ਦੀ ਆਗਿਆਕਾਰੀ ਉਹ ਲੋਕ ਕਰਦੇ ਸੀ। ਲੇਕਿਨ ਜੇ ਕੋਈ ਮਨੁੱਖ ਖੁਦਾ ਦੀ ਆਗਿਆਕਾਰੀ ਨਹੀਂ ਕਰਦਾ ਤੇ ਕੀ ਹੋਵੇਗਾ? ਮੌਤ ਵਿੱਚ ਜਾਵੇਗਾ। ਹੁਣ ਦੇਖੋ ਵਚਨ ਵਿੱਚ ਲਿਖਿਆ, ਕਹਿੰਦਾ ਚੌਕਸ ਰਹੋ, ਤੁਹਾਨੂੰ ਕੋਈ ਭੁਲਾਵੇ ਵਿੱਚ ਨਾ ਪਾ ਦੇਵੇ, ਕਿਉਂਕਿ ਮੇਰਾ ਨਾਮ ਧਾਰ ਕੇ ਬਥੇਰੇ ਆਣਗੇ। ਅੱਜ ਬਹੁਤ ਲੋਕਾਂ ਨੇ ਯਿਸੂ ਮਸੀਹ ਦਾ ਨਾਮ ਧਾਰਿਆ। ਇਸ ਕਰਕੇ ਭਾਈ ਬ੍ਰੈਨਮ ਨੇ, ਭਾਈ ਵਿਲੀਅਮ ਮੈਰੀ ਬ੍ਰੈਨਮ ਨੇ ਕਿਹਾ, ਮਸੀਹ ਲੋਕਾਂ ਨੂੰ ਨਾਮਧਾਰੀ ਕਲੀਸਿਆ, ਲੋਕੀ ਨਾਮ ਨੂੰ ਧਾਰਿਆ ਆ ਵੀ ਅਸੀਂ ਮਸੀਹ ਆ, ਲੇਕਿਨ ਮਸੀਹ ਜੀਵਨ ਅੰਦਰੋਂ ਪ੍ਰਗਟ ਨਹੀਂ ਹੁੰਦਾ, ਉਹਨਾਂ ਦੇ ਅੰਦਰੋਂ ਕੁਝ ਹੋਰ ਹੀ ਹੈ। ਅਤੇ ਲੜਾਈਆਂ ਦੀ ਆਵਾਜ਼ਾਂ ਸੁਣੋਗੇ, ਖਬਰਦਾਰ ਕਿਤੇ ਘਬਰਾ ਨਾ ਜਾਣਾ, ਕਿਉਂ ਜੋ ਇਹ ਗੱਲਾਂ ਤਾਂ ਹੋਣੀਆਂ ਹੀ ਹਨ ਅਤੇ ਅੰਤ ਅਜੇ ਨਹੀਂ। ਕੌਮ ਉੱਤੇ ਪਾਤਸ਼ਾਹੀ ਕਰੇਗੀ ਅਤੇ ਚੜ੍ਹਾਈ ਕਰੇਗੀ, ਤੇ ਥਾਂ ਥਾਂ ਅਕਾਲ ਪੈਣਗੇ ਅਤੇ ਭੁਚਾਲ ਆਉਣਗੇ। ਇਹ ਸਭ ਪੀੜਾਂ ਦਾ ਆਰੰਭ ਆ। ਤਦ ਉਹ ਤੁਹਾਨੂੰ ਬਿਪਤਾ ਲਈ ਫੜਵਾ ਦੇਣਗੇ ਔਰ ਤੁਹਾਨੂੰ ਮਾਰ ਦੇਣਗੇ, ਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਕਰਨਗੀਆਂ। ਖੁਦਾ ਦਾ ਵਚਨ ਕਹਿੰਦਾ ਆ ਵੈਰ ਕਰਨਗੀਆਂ। ਅੱਜ ਖੁਦਾ ਦੇ ਸੱਚੇ ਲੋਕਾਂ ਦੇ ਨਾਲ ਵੈਰ ਕੀਤਾ ਜਾਂਦਾ ਹੈ। ਖੁਦਾ ਦੇ ਸੱਚੇ ਲੋਕਾਂ ਨੂੰ ਗਲਤ ਬੋਲਿਆ ਜਾਂਦਾ ਹੈ। ਕਿਉਂ ਬੋਲਿਆ ਜਾਂਦਾ? ਕਿਉਂਕਿ ਖੁਦਾ ਦਾ ਵਚਨ ਪੂਰਾ ਹੋਣਾ ਹੈ, ਇਸ ਕਰਕੇ ਗਲਤ ਕਿਹਾ ਜਾਂਦਾ ਹੈ। ਜੇ ਕੋਈ ਅੱਜ ਸੱਚ ਦਾ ਪ੍ਰਚਾਰ ਕਰਦਾ, ਲੋਕ ਉਹ ਨਹੀਂ ਸੁਣਦੇ। ਇੱਕ ਸੇਵਕ ਕੌਣ ਹੁੰਦਾ? ਸੇਵਕ ਪ੍ਰਚਾਰ ਕਰਨਾ ਕੋਈ ਸੇਵਕ ਨਹੀਂ ਬਣਦਾ। ਹੀਲਿੰਗ ਕਰਨ ਦੇ ਨਾਲ ਕੋਈ ਸੇਵਕ ਨਹੀਂ ਬਣਦਾ। ਵੀ ਲੋਕਾਂ ਨੂੰ, ਅੰਨ੍ਹਿਆਂ ਨੂੰ ਸਹੀ ਕਰਤਾ, ਲੰਗੜਿਆਂ ਨੂੰ ਸਹੀ ਕਰਤਾ, ਉਹ ਸੇਵਕ ਬਣ ਗਿਆ। ਸੇਵਕ ਉਹਨੂੰ ਕਹਿੰਦੇ ਆ ਜਿਹੜਾ ਜੀਵਨ ਨੂੰ ਤਬਦੀਲ ਕਰੇ। ਜੇ ਤੁਹਾਡੇ ਜੀਵਨ ਤਬਦੀਲ ਨਹੀਂ ਆ ਤੇ ਫਿਰ ਗੜਬੜੀ ਆ, ਫਿਰ ਤੁਹਾਨੂੰ ਚੋਣ ਨਹੀਂ ਕਰਨੀ ਆਈ। ਨਾ ਤੁਹਾਨੂੰ ਮਸੀਹ ਦਾ ਪਤਾ, ਨਾ ਤੁਹਾਨੂੰ ਕਿਸੇ ਵਧੀਆ ਚੀਜ਼ ਦਾ ਪਤਾ, ਨਾ ਖੁਦਾ ਦੇ ਵਚਨ ਦਾ ਪਤਾ, ਜੇ ਤੁਹਾਨੂੰ ਚੋਣ ਨਹੀਂ ਕਰਨੀ ਹੈ। ਜਿਹੜਾ ਮਨੁੱਖ, ਜਿਹੜਾ ਸੇਵਕ ਇਸ ਦਾ ਜੀਵਨ ਨਾ ਸੁਧਾਰ ਸਕਿਆ, ਉਹ ਕਾਹਦਾ ਸੇਵਕ ਹੋਇਆ?
फिर बाइबल बयान करती खुदा के सच्चे सेवक संसार तो मरे हुए होंगे, उन्होंने कोई लालच नहीं किसी चीज़ का होंगे, ना पैसे का लालच होगा, ना चीज़ों का लालच होगा। वो हमेशा एको ही लालच रखते भी खुदावन तेरी सेवकाई में अगे बढ़ते जाइए। और खुदा के सच्चे लोगों को कोई लालच नहीं होता किसी चीज़ों का, क्योंकि पवित्र आत्मा उन्होंने अंदर रहता। तो पवित्र आत्मा किसका लालच नहीं करता। पवित्र आत्मा की चाहता है, खुदा का पवित्र आत्मा आज्ञाकारी चाहता है। हम जो आज्ञाकारी कोई मनुष्य नहीं करता तो प्रभु उसको अट हो जाता है। शाऊल तो प्रभु अट हो गया, सैमसन तो प्रभु अट हो गया, क्योंकि उन्हें दलीला के नाल प्रीत लाई। वो नजीर सीगा, उहदे बाल कट दिते गए, उहदे सिर ते ओसरा फेर दिता गया। लेकिन की होया जो आखिरी समय में उन्होंने बन्निया गया, फिलिस्ती उहदा मजाक उड़ा रहे थे, प्रभु नूं कहंदा प्रभु जी अपने बंदे नूं एक बार फिर बल दे। उन्हें तौबा की स्थान के जे तौबा ना करता तो हो सकता उदों मार दिता जाता। लेकिन की होया, उन्हें क्या प्रभु जी मैं तेरे हजूर च गलती की है, इन्हां फिलिस्तियां दे नाल मेरी भी जान जावे। ते की होया, उस समय उन्हें 3000 लोगों को मार सुटिया। देखो खुदावंद किस तरह काम करता। जे कोई खुदा नूं पुकारदा, जे तुहाडा जीवन पाप दे विच आ, व्यभिचारी विच आ, बुरी कामना विच, लालच दे विच आ, तो उसनूं छड्डो, प्रभु दे अगे आओ कि खुदावंद मेरे जीवन नूं मैं तैनूं समर्पित करदा, तैनूं समर्पित करदी आ। ते खुदावंद की करूगा, तुहाडे पापां नूं भुल जूगा। संत पौलुस ने कहा कि असीं बार-बार पाप करी जाइए, जे तुहाडे ते किरपा होगी तो की एक मनुष्य बार-बार पाप करे। एक बारी माफ़ी, 2 बारी माफ़ी, 3 बारी माफ़ी, लेकिन बार-बार माफ़ी नहीं मिलती। फिर की हुंदा, खुदा दा हथ पिछे हट जांदा। कहंदा शाऊल दे उपरों खुदा दा हथ पिछे हट गया, क्योंकि उन्हें की कीती, अण आग्याकारी कीती। उन्हें अपने नबी दी गल्लां नूं नहीं मन्निया, अपने सेवक दी गल्लां नूं नहीं मन्निया। उन्हें की कीता, वधिया-वधिया बल्द रख ले, वधिया-वधिया चीज़ां रख लिया कि मैं प्रभु नूं खुश करूँगा। ते प्रभु ने कहा सी एक भी नहीं छड्डना, सारे दे सारे मार देने। अज भी मनुखा का जीवन इस तरह है। मनुख जिहड़ियां चीज़ां तां उन्हें जीवन दे विच वधिया लगदियां आ, उन्हां नूं रखदे अपने अंदर भी हाँ संसार दे नाल चलना भी बड़ा जरूरी है। जे उन्हां लिंक छड्डदे ते असीं किद्दां जीवांगे, साडी रोटी पानी किद्दां चलूगी। इस करके खुदा दा वचन कहता संसार दा मित्रचारा परमेश्वर दे नाल वैर आ। इस करके अज लोग की कर रहे, परमेश्वर दे नाल, खुदा दे नाल वैर करदे आ। ते जे कोई खुदा नाल वैर करदा ते बचदा नहीं है कदे। खुदा नाल वैर करना मौत आ, ते लोकी मौत विच जा रहे, कोड़ विच जा रहे हैं। जिद्दां नमान कोड़ी का कोड़ गहेजी नूं लग गया। एक सेवक के नाल रहिंदा सी, एक नबी के नाल रहिंदा सी, लेकिन कोड़ लैके चले गए। अज लोगों के जीवन भी इस तरह है। अज भाई विलियम मैरिन ब्रैनम के द्वारा 7वें दूत के द्वारा संदेश उतरिया, लेकिन लोग उस तो बाद जीवन व्यतीत करके की लैंदे, कोड़ लैंदे, अपनी कोड़ लैके अपना जीवन नाश करते हैं। तो इहो जिहे लोगों को खुदा पसंद नहीं करता कदे। हुण देखो जिहड़े लोग खुदा का डर रखते आ, प्रभु उन्होंने जीवन च कितना काम करता है। जे उन्होंने पर मौत आ जाए तो प्रभु मौत भी की करता, मौत को भी वापस मोड़ दिंदा है। आओ असीं पढ़ते हैं दूजा राजा 20 दे आए। दूसरा राजा 20 दे आए। उन्नी दिनी हिजकिया बीमार होके मरन लगा, और आमोस दा पुत्र यशाया नबी उसदे कोल आया अते उसनूं आखिया, यहोवा इउं आखदा है कि तू अपने घराणे उत्ते जिम्मेवारी पा। हुण की हुंदा आ, हिजकिया जिहड़ा कि एक राजा सीगा, खुदा दा डर रखण वाला मनुख सीगा, बीमार हो गया। इहनूं तो फोड़ा हो गया, जिन्हों असीं कैंसर दा फोड़ा कह सकते हैं। एक फोड़ा हो गया, ये बीमार हो गया उहदे नाल। ते नबी उन्होंने आके की कह रहा, यहोवा इउं आखदा है कि तू अपने घराणे उत्ते जिम्मेवारी पा, क्यों जो तू मरनाऊ है अते नहीं बचेगा। हुण नबी ने उन्होंने क्लीयर किया भी तू नहीं बचेगा। तद उसने कंध वल मूँह फेर के यहोवा कोलों प्रार्थना की, हे यहोवा मैं तेरी मिन्नत करदा हाँ, चेते कर मैं किवें वफादारी नाल ते पूरे दिल दे नाल तेरे हजूर च चलदा रहा। और की हो रहा, हिजकिया राजा खुदा दे अगे प्रार्थना करदा, बेनती करदा, कहना प्रभु मेरा जीवन तेनू समर्पित सीगा, मैनू इस मौत तो बचा, इस बीमारी तो मैनू बचा। ते देखो खुदावंद कदे भी अपने लोगों की प्रार्थनावां नू छड्डदा नहीं है, ठुकराउंदा नहीं है, क्योंकि ये कौन सीगा, हिजकिया खुदा दा खौफ रखने वाला मनुख सीगा। वफादारी नाल तेरे पूरे दिल नाल तेरे हजूर च चलदा रहा हाँ, ते जो तेरी निगाह विच भला है उहो मैं कीता है। तां हिजकिया भुब्बा मार के रोया।
ਹੁਣ ਇੱਕ ਰਾਜਾ ਹਿਜਕੀਆ ਕੀ ਹੋ ਰਿਹਾ, ਭੁੱਬਾ ਮਾਰ ਕੇ ਰੋ ਰਿਹਾ ਆ, ਆਪਣੇ ਖੁਦਾ ਨੂੰ ਕਹਿ ਰਿਹਾ ਪ੍ਰਭੂ ਜੀ ਮੈਂ ਕਦੇ ਵੀ ਤੇਰੇ ਖਿਲਾਫ ਕੋਈ ਪਾਪ ਨਹੀਂ ਕੀਤਾ। ਤੇ ਕੀ ਹੁੰਦਾ ਆ, ਖੁਦਾ ਕਿਹਦੀ ਪ੍ਰਾਰਥਨਾ ਨੂੰ ਸੁਣਦਾ? ਖੁਦਾਵੰਦ ਆਪਣੇ ਪਵਿੱਤਰ ਲੋਕਾਂ ਦੀ ਪ੍ਰਾਰਥਨਾ ਨੂੰ ਸੁਣਦਾ। ਅੱਜ ਬਹੁਤ ਲੋਕ ਖੁਦਾ ਦੇ ਅੱਗੇ ਜਾਂਦੇ ਆ, ਜਗਵੇਦੀ ਦੇ ਅੱਗੇ ਜਾਂਦੇ, ਚਰਚਾਂ ਦੇ ਵਿੱਚ ਜਾਂਦੇ ਆ, ਭੇਟਾਂ ਦਸ਼ਮਾਸ਼ਾਂ ਦਿੰਦੇ, ਪ੍ਰਭੂ ਯਿਸੂ ਮਸੀਹ ਕਦੇ ਖੁਸ਼ ਨਹੀਂ ਹੋਵੇਗਾ, ਕਦੇ ਖੁਦਾਵੰਦ ਖੁਸ਼ ਨਹੀਂ ਹੋਵੇਗਾ ਜਦੋਂ ਤੱਕ ਉਹਦੀ ਆਗਿਆਕਾਰੀ ਨਾ ਕੀਤੀ ਜਾਵੇ। ਹੁਣ ਇੱਥੇ ਜਿਹੜਾ ਹਿਜਕੀਆ ਸੀਗਾ, ਹਿਜਕੀਆ ਆਗਿਆਕਾਰੀ ਸੀ, ਕਰਦਾ ਸੀਗਾ ਖੁਦਾ ਦੀ, ਭੁੱਬਾ ਮਾਰ ਕੇ ਰੋਇਆ। ਤਾਂ ਇਉਂ ਹੋਇਆ ਕਿ ਯਸ਼ਾਇਆ ਨਿਕਲ ਕੇ ਹਾਤੇ ਦੇ ਵਿਚਕਾਰ ਵੀ ਨਹੀਂ ਗਿਆ ਸੀ ਕਿ ਯਹੋਵਾ ਦਾ ਵਚਨ ਉਸ ਨੂੰ ਮਿਲਿਆ ਕਿ ਮੁੜ ਜਾ ਤੇ ਤੂੰ ਮੇਰੀ ਪ੍ਰਜਾ ਦੇ ਪ੍ਰਧਾਨ ਹਿਜਕੀਆ ਨੂੰ ਆਖ, ਯਹੋਵਾ ਤੇਰੇ ਪਿਓ ਦਾਊਦ ਦਾ ਪਰਮੇਸ਼ਰ ਇਉਂ ਆਖਦਾ ਹੈ, ਮੈਂ ਤੇਰੀ ਪ੍ਰਾਰਥਨਾ ਸੁਣੀ ਹੈ। ਹੁਣ ਆਪਣੇ ਨਬੀ ਨੂੰ ਭੇਜ ਰਿਹਾ ਹੈ ਖੁਦਾਵੰਦ ਵੀ ਜਾ ਉਹਨੂੰ ਕਹਿ ਤੇਰੇ ਉੱਪਰ ਮੌਤ ਆਉਣ ਵਾਲੀ ਹੈ। ਤੇ ਕੀ ਹੁੰਦਾ, ਹਲੇ ਉਹ ਰਾਸਤੇ ਵਿੱਚ ਹੀ ਸੀ, ਖੁਦਾ ਨੇ ਉਹਨੂੰ ਫਿਰ ਮੋੜਤਾ ਵੀ ਜਾ ਉਹਨੂੰ ਕਹਿ ਵੀ ਤੈਨੂੰ ਜੀਵਨ ਦਿੱਤਾ ਜਾਵੇਗਾ। ਕਿਉਂਕਿ ਉਹਨੇ ਆਪਣੇ ਦਾਸ ਦੀ ਪ੍ਰਾਰਥਨਾ ਨੂੰ ਸੁਣਿਆ, ਹਿਜਕੀਆ ਦੀ ਪ੍ਰਾਰਥਨਾ ਨੂੰ ਸੁਣਿਆ, ਕਿਉਂਕਿ ਇਹ ਮਨੁੱਖ ਖੁਦਾ ਦਾ ਆਗਿਆਕਾਰੀ ਮਨੁੱਖ ਸੀਗਾ। ਬਾਈਬਲ ਇਸ ਚੀਜ਼ ਨੂੰ ਬਿਆਨ ਕਰਦੀ ਹੈ, ਆਖ ਯਹੋਵਾ ਤੇਰੇ ਪਿਤਾ ਦਾਊਦ ਦਾ ਪਰਮੇਸ਼ਰ ਇਉਂ ਆਖਦਾ ਹੈ, ਮੈਂ ਤੇਰੀ ਪ੍ਰਾਰਥਨਾ ਸੁਣੀ ਹੈ, ਮੈਂ ਤੇਰੇ ਅਥਰੂ ਵੇਖ ਲਏ ਹਨ। ਹੁਣ ਪ੍ਰਭੂ ਕਿਹਦੇ ਅਥਰੂਆਂ ਨੂੰ ਵੇਖਦਾ ਹੈ? ਖੁਦਾਵੰਦ ਆਪਣੇ ਲੋਕਾਂ ਦੇ ਅਥਰੂਆਂ ਨੂੰ ਵੇਖਦਾ। ਅੱਜ ਬਹੁਤ ਲੋਕ ਖੁਦਾ ਦੀ ਭਗਤੀ ਕਰਦੇ ਆ ਤਾਂ ਵੀ ਉਹਨਾਂ ਦੇ ਉੱਪਰ ਕਸ਼ਟ ਰਹਿੰਦੇ, ਦੁੱਖਾਂ ਵਿੱਚ ਰਹਿੰਦੇ। ਪ੍ਰਭੂ ਉਹਨਾਂ ਦੀ ਆਵਾਜ਼ ਨੂੰ ਸੁਣਦਾ ਨਹੀਂ। ਕਿਉਂ ਨਹੀਂ ਸੁਣਦਾ? ਕਿਉਂਕਿ ਉਹਨਾਂ ਦੇ ਜੀਵਨ ਸਮਰਪਿਤ ਨਹੀਂ ਹੈ। ਮੈਂ ਤੇਰੇ ਅਥਰੂ ਵੇਖ ਲਏ ਹਨ, ਵੇਖ ਮੈਂ ਤੈਨੂੰ ਅੱਛਾ ਕਰਨ ਵਾਲਾ ਹਾਂ। ਤੀਜੇ ਦਿਹਾੜੇ ਤੂੰ ਯਹੋਵਾ ਦੇ ਭਵਨ ਵਿੱਚ ਜਾਵੇਂਗਾ ਔਰ ਮੈਂ ਤੇਰੀਆਂ ਦਿਨਾਂ ਵਿੱਚ 15 ਵਰੇ ਹੋਰ ਵਧਾਵਾਂਗਾ ਤੇ ਤੈਨੂੰ ਇਸ ਸ਼ਹਿਰ ਨੂੰ ਸ਼ੂਰ ਦੇ ਪਾਤਸ਼ਾਹ ਦੇ ਹੱਥੋਂ ਛਡਾਵਾਂਗਾ। ਕਹਿੰਦਾ ਤੈਨੂੰ ਵੱਡੀ ਉਮਰ ਵੀ ਦਊਂਗਾ ਤੇ ਤੇਰੇ ਦੁਸ਼ਮਣਾਂ ਤੋਂ ਵੀ ਤੈਨੂੰ ਬਚਾਊਂਗਾ। ਹੁਣ ਅੱਜ ਜੇ ਕੋਈ ਮਨੁੱਖ ਕਹਿੰਦਾ ਆ ਵੀ ਪ੍ਰਭੂ ਮੈਨੂੰ ਜੀਵਨ ਦੇ, ਤੇ ਪ੍ਰਭੂ ਨੇ ਕਹਿਣਾ ਤੇਰਾ ਜੀਵਨ ਸਮਰਪਿਤ ਹੈ। ਅੱਜ ਬਹੁਤ ਲੋਕ ਪ੍ਰਾਰਥਨਾ ਕਰਦੇ, ਪ੍ਰਭੂ ਜੀ ਮੈਨੂੰ ਸ਼ੈਤਾਨ ਤੋਂ ਬਚਾ, ਮੈਨੂੰ ਦੁਸ਼ਮਣਾਂ ਤੋਂ ਬਚਾ। ਤੇ ਕੀ ਹੁੰਦਾ, ਪ੍ਰਭੂ ਕਿਹਦੀ ਪ੍ਰਾਰਥਨਾ ਨੂੰ ਸੁਣਦਾ? ਜਿਹੜੇ ਲੋਕ ਉਹਦੀ ਉਪਾਸਨਾ ਕਰਦੇ ਆ, ਸੱਚੀ ਉਪਾਸਨਾ ਕਰਦੇ ਆ, ਪ੍ਰਭੂ ਉਹਨਾਂ ਲੋਕਾਂ ਦੀ ਪ੍ਰਾਰਥਨਾ ਨੂੰ ਸੁਣਦਾ ਹੈ। ਹੁਣ ਜੇ ਅਸੀਂ ਦਾਊਦ ਬਾਰੇ ਦੇਖਦੇ ਹਾਂ, ਦਾਊਦ ਨੇ ਗੋਲੀਅਤ ਨੂੰ ਕਿੱਦਾਂ ਮਾਰਿਆ? ਕਿਉਂਕਿ ਦਾਊਦ ਉਹਦੀ ਆਗਿਆਕਾਰੀ ਕਰਦਾ ਸੀ ਖੁਦਾ ਦੀ। ਇੰਨਾ ਵੱਡਾ ਗੋਲੀਅਤ ਜਿਹਦੇ ਕੋਲ ਬਹੁਤ ਸ਼ਕਤੀ ਤੇ ਤਾਕਤ ਸੀਗੀ, ਤੇ ਕੀ ਹੋਇਆ, ਇੱਕ ਪੱਥਰ ਦੇ ਨਾਲ ਮਾਰਿਆ ਗਿਆ। ਜਦੋਂ ਦਾਊਦ ਨੇ ਗੋਪੀਆ ਕਮਾਇਆ, ਖੁਦਾਵੰਦ ਦਾ ਨਾਮ ਲੈ ਕੇ ਕਹਿੰਦਾ ਯਹੋਵਾ ਦੇ ਨਾਮ ਦੇ ਵਿੱਚ ਮੈਂ ਤੈਨੂੰ ਮਾਰਨਾ ਹੈ। ਤੇ ਦੇਖੋ ਕਿਸ ਤਰ੍ਹਾਂ ਦਾਊਦ ਸੀਗਾ, ਉਹਨੇ ਗੋਲੀਅਤ ਨੂੰ ਮਾਰ ਸੁੱਟਿਆ। ਤੇ ਅੱਜ ਦਾ ਗੋਲੀਅਤ ਕੌਣ ਆ? ਅੱਜ ਵੀ ਗੋਲੀਅਤ ਹੈ, ਸ਼ੈਤਾਨ ਅੱਜ ਦਾ ਗੋਲੀਅਤ ਆ। ਤੁਹਾਡੇ ਜਿਹੜੇ ਅੰਗ ਆ ਉਹ ਗੋਲੀਅਤ ਹੀ ਆ। ਤੁਹਾਡੇ ਅੰਦਰ ਬੁਰੀ ਇੱਛਾ, ਲਾਲਚ, ਵਚਨ ਤੋਂ ਵਿਰੋਧੀ ਤੁਸੀਂ ਕੰਮ ਕਰਦੇ ਹੋ, ਸਭ ਦਾ ਸਭ ਗੋਲੀਅਤ ਆ। ਤੇ ਇਸ ਗੋਲੀਅਤ ਨੂੰ ਕਿੱਦਾਂ ਮਾਰਨਾ ਆ? ਇਸ ਗੋਲੀਅਤ ਨੂੰ ਇੱਕੋ ਹੀ ਤਰੀਕਾ ਆ ਮਾਰਨ ਦਾ, ਖੁਦਾ ਦੇ ਅੱਗੇ ਸਮਰਪਿਤ ਹੋ ਜਾਓ। ਜਿੱਦਾਂ ਦਾਊਦ ਖੁਦਾ ਦੇ ਅੱਗੇ ਸਮਰਪਿਤ ਸੀਗਾ ਤੇ ਉਹਨੇ ਗੋਲੀਅਤ ਨੂੰ ਮਾਰਿਆ। ਤੇ ਪੂਰਾ ਇਸਰਾਇਲ ਉਸ ਸਮੇਂ ਡਰਦਾ ਸੀਗਾ, ਗੋਲੀਅਤ ਨੂੰ ਲਲਕਾਰਦਾ ਸੀਗਾ, ਗਾਲਾਂ ਕੱਢਦਾ ਸੀਗਾ ਇਸਰਾਇਲੀ ਲੋਕਾਂ ਨੂੰ। ਤੇ ਪ੍ਰਭੂ ਨੇ ਕੀ ਕੀਤਾ? ਆਪਣੇ ਬੰਦੇ ਨੂੰ ਭੇਜਿਆ। ਖੁਦਾਵੰਦ ਹਮੇਸ਼ਾ ਆਪਣੇ ਲੋਕਾਂ ਨੂੰ ਖੜਾ ਕਰਦਾ, ਬਲ ਦੇ ਨਾਲ ਖੜਾ ਕਰਦਾ। ਲੇਕਿਨ ਕਿਹੜੇ ਲੋਕਾਂ ਨੂੰ ਖੜਾ ਕਰਦਾ? ਜਿਹੜੇ ਦੋਗਲੇ, ਉਹਨਾਂ ਨੂੰ ਨਹੀਂ ਖੜਾ ਕਰਦਾ। ਪ੍ਰਭੂ ਹਮੇਸ਼ਾ ਉਹਨਾਂ ਲੋਕਾਂ ਨੂੰ ਖੜੇ ਕਰਦਾ ਆ ਜਿਹੜੇ ਆਗਿਆਕਾਰੀ ਕਰਦੇ ਆ। ਹੁਣ ਅੱਜ ਮਸਲਾ ਇਹੀ ਆ ਸੰਸਾਰ ਦਾ, ਲੋਕ ਚਾਹੁੰਦੇ ਆ ਸਾਨੂੰ ਬਰਕਤ, ਚੰਗਿਆਈ, ਪੈਸਾ ਸਭ ਕੁਝ ਮਿਲ ਜਾਵੇ, ਸਾਨੂੰ ਮੁਕਤੀ ਵੀ ਮਿਲ ਜਾਵੇ, ਕਰਨਾ ਕੁਛ ਨਾ ਪਵੇ। ਬਿਨਾਂ ਕੀਤੇ, ਬਿਨਾਂ ਮੁੱਲ ਤਾਰੇ ਕੁਛ ਨਹੀਂ ਮਿਲਦਾ। ਨਾ ਦੁਕਾਨਾਂ ਤੋਂ ਸਮਾਨ ਮਿਲਦਾ, ਨਾ ਤੁਸੀਂ ਕਿਸੇ ਸ਼ਹਿਰ 'ਚ ਜਾ ਸਕਦੇ ਬਿਨਾਂ ਕਿਰਾਇਆ ਦਿੱਤੇ। ਤੇ ਕੀ ਖੁਦਾ ਦੇ ਘਰ ਦੇ ਵਿੱਚ ਚਲੇ ਜਾਓਗੇ ਬਿਨਾਂ ਮੁੱਲ ਤਾਰੇ? ਅੱਜ ਪ੍ਰਭੂ ਕੀ ਚਾਹੁੰਦਾ? ਪ੍ਰਭੂ ਕਹਿੰਦੀ ਬਲੀਆਂ ਨਹੀਂ ਮੰਗਦਾ। ਪ੍ਰਭੂ ਕਹਿੰਦਾ ਬਲੀਆਂ ਨਾ ਚਾੜ, ਮੈਨੂੰ ਆਪਣਾ ਜੀਵਨ ਸਮਰਪਿਤ ਕਰ ਦੇ। ਜਿਹੜਾ ਮਨੁੱਖ ਖੁਦਾ ਨੂੰ ਆਪਣਾ ਜੀਵਨ ਸਮਰਪਿਤ ਕਰੂਗਾ, ਉਹਦੇ ਰੈਪਚਰ ਨੂੰ ਕੋਈ ਰੋਕ ਨਹੀਂ ਸਕਦਾ। ਕੋਈ ਉਹਦੇ ਰੈਪਚਰ ਨੂੰ ਰੋਕ ਨਹੀਂ ਸਕਦਾ। ਲੇਕਿਨ ਕਰਨੀ ਕੀ? ਆਗਿਆਕਾਰੀ ਕਰਨੀ। ਹੁਣ ਅੱਜ ਇਹੀ ਮਸਲਾ, ਲੋਕ ਆਗਿਆਕਾਰੀ ਨਹੀਂ ਕਰਨੀ ਚਾਹੁੰਦੇ। ਹੁਣ ਬਾਈਬਲ ਕੀ ਬਿਆਨ ਕਰਦੀ ਹੈ? ਬਾਈਬਲ ਬਿਆਨ ਕਰਦੀ ਆ ਜਦੋਂ ਯਿਸੂ ਮਸੀਹ ਧਰਤੀ ਤੇ ਆਇਆ, ਉਸਨੇ ਸੇਵਕਾਈ ਕੀਤੀ, ਮਨੁੱਖਾਂ ਨੂੰ ਰਿਹਾ, ਖਾਧਾ ਪੀਤਾ। ਤੇ ਕੀ ਹੋਇਆ? ਉਹਦੇ ਆਪਣੇ ਘਰ ਵਿੱਚ ਆਇਆ ਤੇ ਆਪਣੇ ਲੋਕਾਂ ਨੂੰ ਉਹਨੂੰ ਖਵਾਇਆ। ਉਹਦੇ ਕੱਪੜੇ ਉਤਾਰ ਕੇ ਉਹਨੂੰ ਕਟਵਾਇਆ ਗਿਆ, ਉਹਦੇ ਤਾੜੀ ਘੋੜੇ ਮਾਰੇ ਗਏ, ਉਹਦੇ ਥੱਪੜ ਮਾਰੇ ਗਏ, ਉਹਦੇ ਚਪੇੜਾਂ ਮਾਰੀਆਂ ਗਈਆਂ। ਹੁਣ ਖੁਦਾਵੰਦ ਸਰੀਰ 'ਚ ਆ ਕੇ ਵੀ ਆਗਿਆਕਾਰੀ ਕਰ ਰਿਹਾ ਸੀ। ਉਹਨੇ ਕਿਹਾ, ਕਹਿੰਦਾ ਹੇ ਪਿਤਾ, ਜੇ ਹੋ ਸਕੇ ਤਾਂ ਇਹ ਪਿਆਲਾ ਮੇਰੇ ਤੋਂ ਟਲ ਜਾਵੇ, ਲੇਕਿਨ ਮੇਰੀ ਨਹੀਂ, ਤੇਰੀ ਮਰਜ਼ੀ ਪੂਰੀ ਹੋ। ਹੁਣ ਖੁਦਾਵੰਦ ਆਗਿਆਕਾਰੀ ਕਰਨੀ ਸਿਖਾ ਰਿਹਾ ਸੀ ਲੋਕਾਂ ਨੂੰ, ਕਿਉਂਕਿ ਉਸ ਸਮੇਂ ਬੜੀ ਬੁਰੀ ਤਰ੍ਹਾਂ ਮਾਰਿਆ ਜਾਂਦਾ ਸੀ। ਰੋਮੀ ਸੈਨਾ ਦੇ ਹੱਥੋਂ ਜਿਹੜੀ ਸਜ਼ਾ ਸੀ ਬੜੀ ਬੁਰੀ ਸੀਗੀ।
ਉਹ ਬਹੁਤ ਲੋਕਾਂ ਨੂੰ ਮਾਰਦੇ ਤੇ ਕੁੱਟਦੇ ਸੀ। ਜਿਹੜੀ ਸਲੀਬ ਦੀ ਮੌਤ ਆ, ਭਾਈ ਬ੍ਰੈਨਮ ਨੇ ਕਿਹਾ ਸਭ ਤੋਂ ਕਰੂਰ ਮੌਤ ਆ ਸਲੀਬ ਦੀ। ਸਲੀਬ ਤੇ ਜੇ ਕਿਸੇ ਬੰਦੇ ਨੂੰ ਟੰਗਿਆ ਜਾਵੇ ਤਾਂ ਨਾ ਉਹਦੇ ਪ੍ਰਾਣ ਨਿਕਲਦੇ ਜਲਦੀ, ਉਹ ਤੜਫਦਾ ਹੀ ਰਹਿੰਦਾ ਹੈ। ਤੇ ਪ੍ਰਭੂ ਯੀਸ਼ੂ ਮਸੀਹ ਵੀ ਤੜਫ ਰਿਹਾ ਸੀਗਾ ਤੇ ਉਹਨੇ ਕਿਹਾ ਹੇ ਪਿਤਾ ਉਹਨੂੰ ਮਾਫ ਕਰ। ਹੁਣ ਖੁਦਾਵੰਦ ਆਗਿਆਕਾਰੀ ਕਰਨੀ ਸਿਖਾ ਰਿਹਾ ਸੀ। ਜਦੋਂ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਪ੍ਰਾਣ ਛੱਡੇ, ਜਦੋਂ ਖੁਦਾਵੰਦ ਨੇ, ਤੇ ਕੀ ਹੋਇਆ? ਤੀਜੇ ਦਿਨ ਫਿਰ ਜਿਉਂਦਾ ਹੋਇਆ। 40 ਦਿਨ ਤੇ 40 ਰਾਤਾਂ ਆਪਣੇ ਚੇਲਿਆਂ ਨੂੰ ਦਰਸ਼ਨ ਦਿੱਤਾ ਉਹਨੇ। 40 ਦਿਨ 40 ਰਾਤਾਂ ਦਰਸ਼ਨ ਦੇ ਕੇ ਉਹਨਾਂ ਨੂੰ ਆਗਿਆਕਾਰੀ ਕਰਨੀ ਸਿਖਾਈ। ਉਹਨਾਂ ਨੂੰ ਕਿਹਾ ਵੀ ਜਦੋਂ ਤੱਕ ਕਰਾਰ ਕੀਤਾ ਹੋਇਆ ਪਵਿੱਤਰ ਆਤਮਾ ਤੁਹਾਡੇ ਕੋਲ ਨਹੀਂ ਆਂਦਾ, ਤੁਸੀਂ ਨਗਰ ਤੋਂ ਬਾਹਰ ਨਾ ਜਾਇਓ। ਤੇ ਬਾਈਬਲ ਬਿਆਨ ਕਰਦੀ ਇੱਕ ਵੀ ਮਨੁੱਖ ਨਗਰ ਤੋਂ ਬਾਹਰ ਨਹੀਂ ਸੀਗਾ। ਇੱਕ ਵੀ ਮਨੁੱਖ, ਸਭ ਦੇ ਸਭ ਪ੍ਰਾਰਥਨਾ ਕਰ ਰਹੇ ਸੀ। ਇੱਥੇ ਤੱਕ ਕਿ ਯੀਸ਼ੂ ਮਸੀਹ ਦੀ ਮਾਤਾ ਮਰੀਅਮ ਵੀ 120 ਦੀ ਜਮਾਤ ਤੇ ਸੀ, ਉਹ ਵੀ ਪ੍ਰਾਰਥਨਾ ਕਰ ਰਹੀ ਸੀ। ਤੇ ਕੀ ਹੋਇਆ? 50ਵੇਂ ਦਿਨ ਪਵਿੱਤਰ ਆਤਮਾ ਉਤਰਿਆ। ਪੈਂਤੇਕੁਸਤ ਦੇ ਦਿਨ ਪਵਿੱਤਰ ਆਤਮਾ ਉਤਰਿਆ, ਜਦੋਂ ਉਹ ਤਿਉਹਾਰ ਮਨਾਉਂਦੇ ਸੀ ਇਜ਼ਰਾਈਲੀ ਲੋਕ ਪੈਂਤੇਕੁਸਤ ਦਾ। ਤੇ ਕੀ ਹੋਇਆ? ਪਵਿੱਤਰ ਆਤਮਾ ਉਤਰਿਆ ਤੇ ਅੱਗ ਵਾਲੀ ਜੀਭਾ ਵੀ ਉਤਰੀ। ਤੇ ਅੱਗ ਵਾਲੀ ਜੀਭਾ ਨੇ ਕੀ ਕੀਤਾ? ਆਗਿਆਕਾਰੀ ਕਰਨੀ ਸਿਖਾਈ। ਪਤਰਸ ਦੇ ਅੰਦਰ ਜਦੋਂ ਪਵਿੱਤਰ ਆਤਮਾ ਆਇਆ ਤੇ ਪਤਰਸ ਕਹਿੰਦਾ ਵੀ ਤੁਸੀਂ ਯੀਸ਼ੂ ਮਸੀਹ ਦੇ ਨਾਮ 'ਚ ਬਸਮਾ ਲਓ ਤਾਂ ਪਵਿੱਤਰ ਆਤਮਾ ਦਾ ਨਾਮ ਪਾਓ। ਹੁਣ ਬਾਈਬਲ ਬਿਆਨ ਕਰਦੀ ਬਸਮਾ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਹੁਣ ਜਿਹੜੇ ਲੋਕ ਖੁਦਾ ਦੇ ਬਚਨ ਨੂੰ ਕੱਟ ਕੇ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ 'ਚ ਬਸਮਾ ਦਿੰਦੇ ਆ, ਇਹ ਗਲਤ ਆ। ਇਹ ਮਨੁੱਖਾਂ ਦੀ ਰੀਤਾਂ ਤੇ ਸੋਚਾਂ ਵਿਚਾਰਾਂ ਦੇ ਨਾਲ ਬਸਮਾ ਬਣਾਇਆ ਗਿਆ। ਲੇਕਿਨ ਬਾਈਬਲ ਕੀ ਕਹਿੰਦੀ ਆ? ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੁਕਤੀ ਆ। ਇੱਕੋ ਹੀ ਬਸਮਾ, ਇੱਕੋ ਹੀ ਪ੍ਰਭੂ ਤੇ ਇੱਕੋ ਹੀ ਨਿਸ਼ਚਾ ਆ, ਕੋਈ ਦੂਜਾ ਰਾਹ ਨਹੀਂ ਆ। ਯੀਸ਼ੂ ਮਸੀਹ ਨੇ ਕਿਹਾ ਸੀ ਜੇ ਪਿਤਾ ਦੇ ਕੋਲ ਜਾਣਾ ਤੇ ਦਰਵਾਜ਼ਾ ਮੈਂ ਆ, ਮੇਰੇ ਥਾਣੀ ਨਿਕਲਣਾ ਪੈਣਾ। ਹੁਣ ਅੱਗੇ ਤਾਂ ਯੀਸ਼ੂ ਮਸੀਹ ਖੜਾ ਤੇ ਜਾਣਗੇ ਕਿਧਰੋਂ ਲੋਕ? ਜਿਹੜੇ ਲੋਕਾਂ ਨੂੰ ਅੱਜ ਪ੍ਰਭੂ ਦਾ ਨਹੀਂ ਪਤਾ, ਲੋਕ ਬਚਨ ਦੀ ਅਣਆਗਿਆਕਾਰੀ ਕਰੀ ਜਾਂਦੇ। ਬਾਈਬਲ ਵਿੱਚੋਂ ਸਿੱਧ ਕੀਤਾ ਜਾਂਦਾ ਆ ਕਿ ਪਤਰਸ ਦੇ ਅੰਦਰ ਪਵਿੱਤਰ ਆਤਮਾ ਸੀਗਾ। ਪਤਰਸ ਨੇ ਪਵਿੱਤਰ ਆਤਮਾ ਦੇ ਨਾਲ ਭਰ ਕੇ ਬਸਮਾ ਦਿੱਤਾ ਹੈ। ਪਤਰਸ ਨੇ ਨਹੀਂ, ਪਵਿੱਤਰ ਆਤਮਾ ਨੇ ਭੇਤ ਖੋਲਿਆ ਸੀ। ਉਹਨੇ ਹਨਨਿਆ ਸ਼ਪੀਰਾ ਨੂੰ ਮਾਰਿਆ। ਕਿਹਨੇ ਮਾਰਿਆ? ਪਵਿੱਤਰ ਆਤਮਾ ਨੇ। ਜਦੋਂ ਉਹਨੇ ਕਿਹਾ ਕਿ ਤੁਸੀਂ ਜੋ ਤੁਸੀਂ ਦਸ਼ਮਾਂਸ਼ ਦੇਣਾ ਸੀ, ਜੋ ਤੁਸੀਂ ਭੇਟ ਦੇਣੀ ਸੀ, ਤੁਸੀਂ ਘੱਟ ਦਿੱਤੀ ਆ, ਤੁਸੀਂ ਪਵਿੱਤਰ ਆਤਮਾ ਨਾਲ ਝੂਠ ਬੋਲਿਆ। ਉਹਨੇ ਇਹ ਨਹੀਂ ਕਿਹਾ ਕਿ ਪਤਰਸ ਦੇ ਨਾਲ ਝੂਠ ਬੋਲਿਆ। ਹੁਣ ਜਿਹੜੇ ਲੋਕ ਖੁਦਾ ਦੇ ਮਨੁੱਖ ਦੇ ਅੰਦਰ, ਜਿਹੜਾ ਖੁਦਾ ਦਾ ਕੋਈ ਬੰਦਾ ਆ, ਉਹਦੇ ਅੰਦਰ ਪਵਿੱਤਰ ਆਤਮਾ ਰਹਿੰਦਾ ਆ, ਉਹਨਾਂ ਕੋਈ ਟੱਕਰ ਨਹੀਂ ਲੈ ਸਕਦਾ। ਚਾਹੇ ਉਹ ਭੈਣ ਹੋਵੇ, ਚਾਹੇ ਭਾਈ ਹੋਵੇ। ਜਦੋਂ ਪਵਿੱਤਰ ਆਤਮਾ ਕਿਸੇ ਭੈਣ ਭਾਈ ਦੇ ਅੰਦਰ ਆਂਦਾ ਆ ਤੇ ਆਪਣੇ ਅਨੁਸਾਰ ਉਹਨੂੰ ਚਲਾਉਂਦਾ ਆ। ਕੋਈ ਵੀ ਮਨੁੱਖ ਉਹਨੂੰ ਸ਼ਰਾਪ ਨਹੀਂ ਦੇ ਸਕਦਾ। ਇਸ ਕਰਕੇ ਬਲਿਆਮ ਜਦੋਂ ਸ਼ਰਾਪ ਦੇਣ ਗਿਆ ਇਸਰਾਏਲੀਆਂ ਨੂੰ, ਤੇ ਪ੍ਰਭੂ ਨੇ ਉਹਦਾ ਮੂੰਹ ਫੜ ਲਿਆ, ਬਰਕਤ ਦੇ ਕੇ ਗਿਆ। ਉਹ ਕਹਿੰਦਾ ਮੇਰੀ ਕੌਮ ਨੂੰ ਜੇ ਕੋਈ ਸ਼ਰਾਪ ਦੇਵੇਗਾ ਤੇ ਸ਼ਰਾਪੀ ਹੋਵੇਗਾ, ਜੇ ਮੇਰੀ ਕੌਮ ਨੂੰ ਕੋਈ ਆਸ਼ੀਸ਼ ਦੇਵੇਗਾ ਤੇ ਆਸ਼ੀਸ਼ਿਤ ਹੋਵੇਗਾ। ਅੱਜ ਖੁਦਾ ਇਸ ਤਰ੍ਹਾਂ ਕੰਮ ਕਰ ਰਿਹਾ। ਖੁਦਾਵੰਦ ਆਗਿਆਕਾਰੀ ਚਾਹੁੰਦਾ, ਕਹਿੰਦਾ ਆਗਿਆਕਾਰੀ ਕਰੋ, ਬਿਨਾਂ ਆਗਿਆਕਾਰੀ ਤੋਂ ਕੁਝ ਨਹੀਂ ਮਿਲਣਾ। ਹੁਣ ਜੇ ਅਸੀਂ ਮੱਤੀ 28 ਦੀ 19 ਦੇਖਦੇ ਹਾਂ, ਮੱਤੀ 28 ਦੀ 19 ਵਿੱਚ ਲਿਖਿਆ ਆ, ਪ੍ਰਭੂ ਨੇ ਜਦੋਂ ਆਗਿਆਕਾਰੀ ਕਰਨੀ ਸਿਖਾਈ, ਉਹਨਾਂ ਨੂੰ ਕਿਹਾ ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ। ਹੁਣ ਪ੍ਰਭੂ ਕੀ ਕਰ ਰਿਹਾ? ਆਗਿਆਕਾਰੀ ਸਿਖਾ ਰਿਹਾ ਸੀ ਚੇਲਿਆਂ ਨੂੰ। ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ ਬਸਮਾ ਦਿਓ। ਫਿਰ ਉਹਨੇ ਪਤਰਸ ਨੂੰ ਕਿਹਾ ਜੋ ਤੂੰ ਬੰਨੇਗਾ ਉਹ ਉੱਪਰ ਬੰਨ ਦਿੱਤਾ ਜਾਵੇਗਾ, ਜੋ ਤੂੰ ਧਰਤੀ ਤੇ ਖੋਲੇਗਾ ਉੱਪਰ ਖੋਲ ਦਿੱਤਾ ਜਾਵੇਗਾ। ਹੁਣ ਇਹ ਲਿਖਤ ਕਿੱਥੇ ਪੂਰੀ ਹੋਈ? ਜਦੋਂ ਉਹਨੇ ਕਿਹਾ ਰਸੂਲਾਂ ਦੇ ਕਰਤੱਵ 2:38 ਵਿੱਚ, ਕਹਿੰਦਾ ਆਪਣੇ ਆਪਣੇ ਗੁਨਾਹ ਪਾਪਾਂ ਦੀ ਮਾਫੀ ਦੇ ਲਈ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਬਸਮਾ ਲਓ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਤੇ ਅੱਜ ਲੋਕੀ ਕਿੱਦਾਂ ਦਾਵਾ ਕਰਦੇ ਸਾਡੇ ਅੰਦਰ ਪਵਿੱਤਰ ਆਤਮਾ? ਜਦੋਂ ਤੱਕ ਕੋਈ ਨਵੇਂ ਸਿਰੇ ਤੋਂ ਨਹੀਂ ਜੰਮਦਾ ਉਹਦੇ ਕੋਲ ਪਵਿੱਤਰ ਆਤਮਾ ਨਹੀਂ ਆ ਸਕਦਾ। ਕਿਉਂਕਿ ਨਬੀ ਨੇ ਕਿਹਾ ਹੈ ਚਿੰਨ ਚਮਤਕਾਰ, ਜੇ ਕੋਈ ਸੇਵਕ ਚਿੰਨ ਚਮਤਕਾਰ ਕਰਦਾ, ਕੁਝ ਕਰਦਾ ਆ, ਕੁਝ ਵੀ ਕਰਦਾ, ਉਹ ਬਿਨਾਂ ਤੋਬਾ ਤੋਂ ਸਾਰੇ ਪਾਪੀ ਜੀਵਨ ਦੇ ਵਿੱਚ ਰਹਿ ਕੇ ਵੀ ਉਹ ਸਾਰੇ ਚਿੰਨ ਚਮਤਕਾਰ ਕਰ ਸਕਦਾ। ਇਸ ਕਰਕੇ ਬਾਈਬਲ ਜਿਵੇਂ ਪਹਿਲਾਂ ਪੜ੍ਹਿਆ ਕਿ ਤੁਹਾਨੂੰ ਵੀ ਭੁਲਾਵੇ ਵਿੱਚ ਨਾ ਪਾਓ, ਕਿਉਂਕਿ ਇਹ ਲੋਕ ਵੱਡੇ ਵੱਡੇ ਚਿੰਨ ਚਮਤਕਾਰ ਕਰ ਸਭ ਕੁਝ ਕਰ ਸਕਦੇ, ਲੇਕਿਨ ਆਗਿਆਕਾਰੀ ਕਰਨੀ ਕੌਣ ਸਿਖਾਉਂਦਾ? ਖੁਦਾਵੰਦ ਹਮੇਸ਼ਾ ਆਪਣੇ ਇੱਕ ਨਬੀ ਨੂੰ ਭੇਜਦਾ ਹੈ। ਮੂਸਾ ਨੂੰ ਭੇਜਿਆ ਇਸਰਾਏਲੀਆਂ ਨੂੰ ਆਗਿਆਕਾਰੀ ਕਰਨੀ ਸਿਖਾਉਣ ਵਾਸਤੇ। ਨੂਹ ਦੇ ਸਮੇਂ ਉਹਨੇ ਨੂਹ ਨੂੰ ਖੜਾ ਕੀਤਾ। ਇਸ ਸਮੇਂ ਦੇ ਵਿੱਚ ਉਹਨੇ ਭਾਈ ਵਿਲੀਅਮ ਮੈਰੀ ਬ੍ਰੈਨਮ ਨੂੰ ਭੇਜਿਆ ਤਾਂ ਕਿ ਲੋਕ ਆਗਿਆਕਾਰੀ ਕਰਨ। ਹੁਣ ਕਿਹਦੀ ਆਗਿਆਕਾਰੀ ਕਰਨੀ ਹੈ? ਆਗਿਆਕਾਰੀ ਵਚਨ ਦੀ ਕਰਨੀ ਆ, ਕਿਸੇ ਮਨੁੱਖ ਦੀ ਨਹੀਂ ਕਰਨੀ। ਕਿਉਂਕਿ ਜਿੰਨੇ ਨਬੀ ਆਏ, ਨਬੀ ਹਮੇਸ਼ਾ ਖੁਦਾ ਦੇ ਵਚਨ ਦੇ ਨਾਲ ਲੋਕਾਂ ਨੂੰ ਜੋੜਦੇ ਆ, ਆਪਣੇ ਨਾਲ ਨਹੀਂ ਜੋੜਦੇ। ਕਿਉਂਕਿ ਨਬੀ ਕੌਣ ਹੁੰਦੇ? ਨਬੀ ਖੁਦਾ ਦਾ ਮੂੰਹ ਹੁੰਦੇ ਆ, ਤੇ ਖੁਦਾਵੰਦ ਹਮੇਸ਼ਾ ਆਪਣੇ ਮੂੰਹ ਦੁਆਰਾ ਬੋਲਦਾ ਹੈ। ਕਿਉਂਕਿ ਯੀਸ਼ੂ ਮਸੀਹ ਜਿਉਂਦਾ ਖੁਦਾ, ਉਹਦਾ ਮੂੰਹ ਆ, ਉਹ ਸੁਣਦਾ ਆ ਤੇ ਸੁਣਦਾ ਆ, ਬੋਲਦਾ ਆ।
ਤੇ ਜੇ ਕੋਈ ਖੁਦਾ ਦੀ ਆਵਾਜ਼ ਨੂੰ ਨਹੀਂ ਸੁਣਦਾ ਤੇ ਉਹ ਕੀ ਕਰਦਾ? ਮੌਤ ਵਿੱਚ ਜਾਂਦਾ। ਖੁਦਾ ਦੀ ਆਵਾਜ਼ ਨਾ ਸੁਣੀ ਸ਼ਾਉਲ ਨੇ ਤੇ ਕੀ ਹੋਇਆ? ਮੌਤ ਵਿੱਚ ਚਲਾ ਗਿਆ। ਜਿੰਨੇ ਲੋਕਾਂ ਨੇ ਅਣ ਆਗਿਆਕਾਰੀ ਕੀਤੀ ਹੈ, ਪੂਰੀ ਬਾਈਬਲ ਦੇ ਵਿੱਚ ਹਰੇਕ ਦੇ ਉੱਪਰ ਸਜ਼ਾ ਆਈ ਹੈ। ਹਰੇਕ ਨੂੰ ਸਜ਼ਾ ਮਿਲੀ, ਬਖਸ਼ਿਆ ਨਹੀਂ ਗਿਆ ਕੋਈ ਵੀ। ਇਹ ਬਾਈਬਲ ਦਾ ਰੂਲ ਹੈ, ਕਿਸ ਨੂੰ ਮਾਫੀ ਨਹੀਂ, ਕਿਸ ਨੂੰ ਮਾਫੀ ਨਹੀਂ ਹੈ ਕਿਸੇ ਚੀਜ਼ ਦੀ। ਕਿਉਂ ਲੋਕ ਅਣ ਆਗਿਆਕਾਰੀ ਕਰਦੇ ਆ? ਹੁਣ ਮਰਕੁਸ 16:16 ਵਿੱਚ ਲਿਖਿਆ ਆ, ਕਹਿੰਦਾ ਜਿਹੜਾ ਨਿਸ਼ਚਾ ਕਰੇ ਅਤੇ ਬਸਮਾ ਲਵੇ ਉਹ ਬਚਾਇਆ ਜਾਵੇਗਾ। ਨਿਸ਼ਚਾ ਕਰਨੀ ਪੈਣੀ ਆ ਕਿ ਯਿਸੂ ਮਸੀਹ ਦੇ ਨਾਮ 'ਚ ਬਸਮਾ, ਤੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਹੀ ਬਸਮਾ ਆ, ਹੋਰ ਕੋਈ ਦੂਜੇ ਨਾਮ 'ਚ ਬਸਮਾ ਨਹੀਂ ਹੈ। ਬਚਾਇਆ ਜਾਵੇਗਾ, ਪਰ ਜਿਹੜਾ ਪ੍ਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਲਾਇਆ ਜਾਵੇਗਾ। ਹੁਣ ਜਿੰਨੇ ਲੋਕ ਪ੍ਰਭੂ ਯਿਸੂ ਮਸੀਹ ਦੇ ਬਸਮੇ ਨੂੰ ਰੱਖਦੇ ਆ, ਉਹ ਕਹਿੰਦੇ ਅਸੀਂ ਨਹੀਂ ਮੰਨਣਾ, ਉਹ ਲੋਕਾਂ ਦੇ ਉੱਪਰ ਸਜ਼ਾ ਆਣੀ ਹੈ। ਕਿਉਂਕਿ ਕਿਹਦੇ ਵਚਨ ਨੂੰ ਰੱਦਿਆ ਆ? ਕਿਸੇ ਮਨੁੱਖ ਦੇ ਵਚਨ ਨੂੰ ਨਹੀਂ, ਜਿਉਂਦੇ ਯਹੋਵਾ ਦੇ ਵਚਨ ਨੂੰ ਰੱਦਿਆ ਆ। ਜਦੋਂ ਆਪਣੇ ਮੂੰਹ ਦੇ ਦੁਆਰਾ ਬੋਲਿਆ, ਆਪਣੇ ਨਬੀ ਦੇ ਦੁਆਰਾ ਬੋਲਿਆ ਕਿ ਯਿਸੂ ਮਸੀਹ ਦੇ ਨਾਮ 'ਚ ਬਸਮਾ ਆ, ਤੁਹਾਡੀ ਪਾਪਾਂ ਦੀ ਮਾਫੀ ਦੇ ਦੁਆਰਾ ਹੀ ਹੋਣੀ ਆ, ਤੇ ਲੋਕਾਂ ਨੇ ਮੰਨਿਆ ਨਹੀਂ। ਲੋਕ ਕਹਿੰਦੇ ਅਸੀਂ ਨਹੀਂ ਮੰਨਣਾ। ਇਸ ਕਰਕੇ ਖੁਦਾ ਦਾ ਵਚਨ ਕਹਿੰਦਾ ਸਜ਼ਾ ਦਾ ਹੁਕਮ ਲਾਊਂਗਾ। ਹੁਣ ਰਸੂਲਾਂ ਦੇ ਕਰਤੱਵ 4:12 ਕੀ ਬਿਆਨ ਕਰਦੀ ਆ? ਕਹਿੰਦਾ ਕਿਸੇ ਦੂਜੇ ਤੋਂ ਮੁਕਤੀ ਨਹੀਂ, ਕਿਉਂ ਜੋ ਆਕਾਸ਼ ਦੇ ਹੇਠਾਂ ਮਨੁੱਖਾਂ ਦੇ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ, ਇੱਕੋ ਹੀ ਨਾਮ ਦਿੱਤਾ ਗਿਆ ਹੈ ਜਿਸ ਤੋਂ ਅਸੀਂ ਬਚਾਏ ਜਾਣਾ ਹੈ। ਉਹਦਾ ਨਾਮ ਅਨੰਤ ਕਾਲ ਦਾ ਪਿਤਾ, ਸ਼ਾਂਤੀ ਦਾ ਰਾਜਕੁਮਾਰ ਪ੍ਰਭੂ ਯਿਸੂ ਮਸੀਹ। ਹੁਣ ਇਸ ਯਹੋਵਾ ਖੁਦਾ ਦੀ ਉਪਾਸਨਾ ਕਰਨ ਵਾਲਾ ਹਿਜਕੀਆ ਜਦੋਂ ਇਹਨੇ ਪ੍ਰਾਰਥਨਾ ਕੀਤੀ ਖੁਦਾ ਦੇ ਅੱਗੇ, ਤੇ ਪ੍ਰਭੂ ਕਹਿੰਦਾ ਠੀਕ ਆ ਮੇਰੇ ਜਨ, ਮੈਂ ਤੇਰੀ ਪ੍ਰਾਰਥਨਾ ਨੂੰ ਸੁਣਦਾ, ਤੇਰੇ 15 ਸਾਲ ਵੀ ਵਧਾਵਾਂਗਾ ਤੇ ਤੇਰੇ ਦੁਸ਼ਮਣਾਂ ਤੋਂ ਤੈਨੂੰ ਨਿਜਾਤ ਦਿਵਾਵਾਂਗਾ। ਤੇ ਪ੍ਰਭੂ ਨੇ ਇਹਨੂੰ ਅਸ਼ੀਸ਼ ਬਰਕਤ ਵੀ ਦਿੱਤੀ, ਕਿਉਂਕਿ ਆਗਿਆਕਾਰੀ ਕੀਤੀ ਸੀ। ਇਸੇ ਤਰ੍ਹਾਂ ਪ੍ਰਭੂ ਆਗਿਆਕਾਰੀ ਕਰਨ ਵਾਲੇ ਮਨੁੱਖਾਂ ਨੂੰ ਪਸੰਦ ਕਰਦਾ ਹੈ। ਹੁਣ ਅੱਜ ਦੇ ਲੋਕ ਕੀ ਕਰਦੇ? ਵਚਨਾਂ ਨੂੰ ਟਾਲੀ ਜਾਂਦੇ। ਉਹ ਕਹਿੰਦੇ ਅਸੀਂ ਬਸਮਾ ਨਹੀਂ ਮੰਨਣਾ, ਅਸੀਂ ਆਹ ਨਹੀਂ ਮੰਨਣਾ, ਅਸੀਂ ਉਹ ਨਹੀਂ ਮੰਨਣਾ। ਬਾਈਬਲ ਕਹਿੰਦੀ ਇੱਕ ਬਿੰਦੀ ਵੀ ਕੋਈ ਟਾਲ ਨਹੀਂ ਸਕਦਾ। ਜਿਉਂਦੇ ਯਹੋਵਾ ਦਾ ਵਾਕ ਆ, ਜੇ ਕੋਈ ਇੱਕ ਬਿੰਦੀ ਜਾਂ ਟਿੱਪੀ ਵੀ ਟਾਲੇ ਤੇ ਉਹਦਾ ਬਚਾਵ ਨਹੀਂ ਆ। ਸੰਤ ਪੌਲੁਸ ਨੇ ਕਿਹਾ ਜਿਹੜੀ ਸਿੱਖਿਆ ਅਸੀਂ ਤੁਹਾਨੂੰ ਦਿੱਤੀ ਆ, ਕਹਿੰਦਾ ਇਸ ਤੋਂ ਇਲਾਵਾ ਜੇ ਤੁਹਾਨੂੰ ਕੋਈ ਹੋਰ ਸਿੱਖਿਆ ਦਵੇ, ਭਾਵੇਂ ਸਵਰਗ ਤੋਂ ਕੋਈ ਦੂਤ ਵੀ ਉਤਰ ਜਾਵੇ, ਸਵਰਗ ਦੂਤ ਦਾ, ਕਹਿੰਦਾ ਸ਼ਾਪਿਤ ਹੋਵੇ। ਜੋ ਲਿਖ ਦਿੱਤਾ ਗਿਆ, ਜੋ ਕਹਿ ਦਿੱਤਾ ਗਿਆ ਪਤਰਸ ਦੇ ਦੁਆਰਾ ਯਿਸੂ ਮਸੀਹ ਦੇ ਨਾਮ 'ਚ ਬਸਮਾ, ਤੇ ਯਿਸੂ ਮਸੀਹ ਦੇ ਨਾਮ 'ਚ ਹੀ ਬਸਮਾ ਆ। ਕੋਈ ਮਾਇਨੇ ਨਹੀਂ ਰੱਖਦਾ ਕਿ ਲੋਕ ਜਾਂ ਮਿਸ਼ਨਾਂ ਜਥੇਬੰਦੀਆਂ ਕੀ ਕਹਿੰਦੀਆਂ, ਕਿਉਂਕਿ ਕਿਸੇ ਦੂਜੇ ਤੋਂ ਮੁਕਤੀ ਹੈ ਹੀ ਨਹੀਂ। ਮੁਕਤੀ ਸਿਰਫ ਯਿਸੂ ਮਸੀਹ ਦੇ ਨਾਮ ਤੋਂ। ਜੇ ਅਸੀਂ ਯਸ਼ਾਇਆ ਵਿੱਚ ਪੜ੍ਹਦੇ ਹਾਂ, ਯਸ਼ਾਇਆ ਵਿੱਚ ਲਿਖਿਆ ਕਹਿੰਦਾ ਮੈਂ ਮੁਕਤੀ ਦਾਤਾ ਆ। ਯਹੋਵਾ ਕਹਿ ਰਿਹਾ ਕੋਈ ਦੂਜਾ ਪਰਮੇਸ਼ਵਰ ਮੇਰੇ ਤੁਲ ਨਹੀਂ ਹੈ, ਕਹਿੰਦਾ ਮੈਂ ਹੀ ਆ ਯਹੋਵਾ, ਮੈਂ ਹੀ ਮੁਕਤੀ ਦਾਤਾ ਆ। ਤੇ ਇੱਥੇ ਯਿਸੂ ਮਸੀਹ ਕਹਿੰਦਾ ਮੈਂ ਮੁਕਤੀ ਦਾਤਾ। ਇਹਦਾ ਮਤਲਬ ਕਿ ਦੋ ਖੁਦਾ ਹੋ ਗਏ? ਦੋ ਖੁਦਾ ਨਹੀਂ ਆ। ਪੁਰਾਣੇ ਨਿਯਮ ਦਾ ਯਹੋਵਾ ਹੀ, ਨਵੇਂ ਨਿਯਮ ਦਾ ਯਿਸੂ ਮਸੀਹ ਹੈ। ਬਾਈਬਲ ਇਸ ਨੂੰ ਬਿਆਨ ਕਰਦੀ। ਯਹੂਨਾ 1:1 ਵਿੱਚ ਲਿਖਿਆ ਆਦਿ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਵਰ ਦੇ ਸੰਗ ਸੀ, ਤੇ ਸ਼ਬਦ ਹੀ ਪਰਮੇਸ਼ਵਰ ਸੀਗਾ। ਹੁਣ ਖੁਦਾਵੰਦ ਇਸ ਕਰਕੇ ਥੱਲੇ ਆਇਆ ਤਾਂ ਕਿ ਲੋਕਾਂ ਨੂੰ ਆਗਿਆਕਾਰੀ ਸਿਖਾਵੇ, ਜੀਵਨ ਬਤੀਤ ਕਰਨਾ ਸਿਖਾਵੇ। ਇਸ ਕਰਕੇ ਪ੍ਰਭੂ ਨੇ ਖੁਦ ਮਾਰ ਖਾਧੀ, ਨੀਵਾ ਬਣਿਆ, ਇੱਕ ਦਾਸ ਬਣ ਗਿਆ। ਉਹਦੇ ਅੰਦਰ ਕੋਈ ਆਕੜ ਨਹੀਂ ਸੀਗੀ, ਕੁਛ ਨਹੀਂ ਸੀਗਾ। ਇੱਕ ਦਾਸ ਬਣ ਕੇ, ਇੱਕ ਨੀਵਾ ਬਣ ਕੇ ਉਹਨੇ ਆਪਣੇ ਚੇਲਿਆਂ ਦੇ ਪੈਰ ਤੱਕ ਧੋਤੇ। ਕਿਉਂ ਧੋਤੇ? ਤਾਂ ਕਿ ਉਹਨਾਂ ਨੂੰ ਹੀਣੀ ਸਿਖਾਵੇ। ਖੁਦਾਵੰਦ ਆਕੜਬਾਜ਼ਾਂ ਦਾ, ਘਮੰਡੀਆਂ ਦਾ, ਮੂਰਤੀ ਪੂਜਕਾਂ ਦਾ ਖੁਦਾ ਨਹੀਂ। ਖੁਦਾਵੰਦ ਆਪਣੀ ਦੁਲਹਨ ਦਾ ਖੁਦਾ, ਜਿਹੜੇ ਲੋਕ ਉਹਦੀ ਆਗਿਆਕਾਰੀ ਕਰਦੇ ਉਹਦਾ ਖੁਦਾ ਹੈ। ਅੱਜ ਲੋਕ ਦਾਵਾ ਕਰਦੇ ਖੁਦਾ ਸਾਨੂੰ ਲੈਣ ਆ ਰਿਹਾ ਹੈ। ਬਹੁਤ ਲੋਕ ਮਿਸ਼ਨਾਂ ਜਥੇਬੰਦੀਆਂ ਵੀ ਦਾਵਾ ਕਰਦੀਆਂ ਕਿ ਸਾਡਾ ਰੈਪਚਰ ਹੋਣਾ, ਲੇਕਿਨ ਉਹਦੇ ਰੂਲ ਦੇ ਵਿੱਚ, ਉਹਦੇ ਨਿਯਮ ਦੇ ਵਿੱਚ ਤਾਂ ਤੁਸੀਂ ਖੜੇ ਨਹੀਂ। ਸੰਤ ਪੌਲੁਸ ਨੇ ਕਿਹਾ, ਕਹਿੰਦਾ ਇੱਕ ਦੌੜ ਵਿੱਚ ਦੌੜ ਰਹੇ ਆ, ਇਹ ਦੌੜ ਆ, ਜਿਹੜਾ ਇਸ ਦੌੜ ਵਿੱਚ ਬਹਿ ਗਿਆ, ਥੱਕ ਗਿਆ, ਜਾਂ ਕਹਿ ਦੂਗਾ ਜੀ ਮੈਂ ਹਿੰਮਤ ਹਾਰ ਗਈ, ਉਹ ਖੁਦਾ ਦੇ ਰਾਹ 'ਚ ਨਹੀਂ ਲੱਗ ਸਕਦਾ। ਜੋ ਮਸੀਹ ਜੀਵਨ ਆ, ਇਹਨੂੰ ਜੀਣਾ ਪੈਣਾ, ਕਿਉਂਕਿ ਖੁਦਾਵੰਦ ਜਦੋਂ ਨੀਚੇ ਆਇਆ ਉਹਨੇ ਮਸੀਹ ਜੀਵਨ ਨੂੰ ਜੀ ਕੇ ਦਿਖਾਇਆ। ਇਸ ਕਰਕੇ ਬਾਈਬਲ ਬਿਆਨ ਕਰਦੀ ਇਹਨੂੰ ਪ੍ਰਭੂ ਵੀ ਅਤੇ ਮਸੀਹ ਵੀ ਕੀਤਾ ਗਿਆ, ਯਿਸੂ ਮਸੀਹ, ਕਿਉਂਕਿ ਉਹਨੇ ਜੀਵਨ ਜੀਆ, ਉਹਨੇ ਆਪਣਾ ਸਿਸਟਮ ਦਿਖਾਇਆ ਹੈ। ਉਹਨੇ ਲੋਕਾਂ ਨੂੰ ਦਿਖਾਇਆ ਕਿ ਕਿੱਦਾਂ ਦਾ ਜੀਵਨ ਇੱਕ ਮਸੀਹ ਬੰਦੇ ਦਾ ਹੋਣਾ ਚਾਹੀਦਾ, ਇੱਕ ਭੈਣ ਦਾ ਜੀਵਨ, ਇੱਕ ਭਾਈ ਦਾ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ। ਜੇ ਬਾਈਬਲ ਬਿਆਨ ਕਰਦੀ ਆ ਇੱਕ ਭੈਣ ਬਾਲ ਨਹੀਂ ਕਟਾ ਸਕਦੀ, ਪੈਂਟਾਂ ਨਹੀਂ ਪਾ ਸਕਦੀ, ਤੇ ਮੰਨਣਾ ਪੈਣਾ। ਕੋਈ ਬਾਈਬਲ ਦੇ ਵਚਨ ਨੂੰ ਕੱਟ ਨਹੀਂ ਸਕਦਾ, ਕਿਉਂਕਿ ਬਾਈਬਲ ਕੀ ਆ? ਦੋ ਖੰਭ, ਇੱਕ ਪੁਰਾਣਾ ਨਿਯਮ ਤੇ ਨया ਨਿਯਮ, ਦੋ ਖੰਭ ਦੇ ਨਾਲ ਉੱਡਣਾ ਪੈਣਾ। ਜੇ ਤੁਸੀਂ ਕਹੋਗੇ ਇੱਕ ਖੰਭ ਦੇ ਨਾਲ ਉੱਡਣਾ ਆ ਤਾਂ ਤੁਸੀਂ ਕਦੇ ਉਡਾਰੀ ਨਹੀਂ ਮਾਰ ਸਕਦੇ। ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਪੂਰੇ ਦਾ ਪੂਰਾ ਵਚਨ ਨੂੰ ਖਾਣਾ ਪੈਣਾ। ਜੋ ਬਾਈਬਲ ਬਿਆਨ ਕਰਦੀ ਉਸੇ ਅਨੁਸਾਰ ਜੀਵਨ ਬਤੀਤ ਕਰਨਾ ਪੈਣਾ।
ਤੇ ਆਹੀ ਮਸਲਾ ਹੋ ਗਿਆ ਕਿ ਜਿਹੜੇ ਲੋਕ ਖੁਦਾ ਦੇ ਵਿੱਚ ਨਹੀਂ ਚੱਲ ਰਹੇ, ਆਪਣੀਆਂ ਮਰਜ਼ੀਆਂ ਕਰ ਰਹੇ ਆ। ਜਿਹੜਾ ਆਪਣੀ ਮਰਜ਼ੀ ਕਰਦਾ ਉਹ ਕਦੇ ਵੀ ਪ੍ਰਭੂ ਨੂੰ ਪਸੰਦ ਨਹੀਂ ਆਉਂਦਾ। ਅਫਸੀਆਂ 4:5 ਵਿੱਚ ਲਿਖਿਆ ਆ, ਇੱਕੋ ਪ੍ਰਭੂ, ਇੱਕੋ ਨਿਸ਼ਚਾ, ਇੱਕੋ ਹੀ ਬਸਮਾ, ਇੱਕੋ ਹੀ ਆ, ਦੂਜਾ ਖੁਦਾ ਕੋਈ ਨਹੀਂ ਹੈ। ਜੇ ਬਸਮਾ ਯੀਸ਼ੂ ਮਸੀਹ ਦੇ ਨਾਮ 'ਚ ਆ ਤੇ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਹੀ ਆ। ਕੋਈ ਮਤਲਬ ਨਹੀਂ ਵੀ ਕਿਸੇ ਹੋਰ ਨਾਮ 'ਚ ਮੁਕਤੀ ਆ, ਕਿਸੇ ਹੋਰ ਨਾਮ ਦੇ ਵਿੱਚ ਕੁਝ ਹੋਵੇ। ਸਭ ਕੁਝ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਆ। ਕੁਲਸੀਆਂ 1:13 ਵਿੱਚ ਲਿਖਿਆ, 1:17 ਵਿੱਚ ਕਹਿੰਦਾ ਉਹ ਸਭ ਜੋ ਪਹਿਲਾਂ ਹੈ ਅਤੇ ਸਭੋ ਕੁਝ ਉਸੇ ਵਿੱਚ ਕਾਇਮ ਰਹਿੰਦਾ ਹੈ। ਕਹਿੰਦਾ ਉਹ ਸਭ ਤੋਂ ਪਹਿਲਾਂ ਹੈ। ਕੌਣ ਸਭ ਤੋਂ ਪਹਿਲਾਂ ਸੀਗਾ? ਪ੍ਰਭੂ ਯੀਸ਼ੂ ਮਸੀਹ ਸਭ ਤੋਂ ਪਹਿਲਾਂ ਸੀ। ਆਦ ਤੇ ਅੰਤ ਯੀਸ਼ੂ ਮਸੀਹ ਆ, ਪਹਿਲਾ ਤੇ ਪਿਛਲਾ ਯੀਸ਼ੂ ਮਸੀਹ ਆ। ਕੋਈ ਦੂਜਾ ਖੁਦਾ ਨਹੀਂ ਆ, ਕੋਈ ਦੂਜਾ ਸਿੰਘਾਸਨ ਨਹੀਂ ਆ, ਇੱਕੋ ਹੀ ਆ ਜਿਹਦਾ ਨਾਮ ਅਨੰਤ ਕਾਲ ਦਾ ਪਿਤਾ ਤੇ ਸ਼ਾਂਤੀ ਦਾ ਰਾਜਕੁਮਾਰ। ਇਸ ਕਰਕੇ ਚਾਹੀਦਾ ਜਿੰਨੇ ਮਨੁੱਖ ਉਹਦੀ ਉਪਾਸਨਾ ਕਰਨੀ ਚਾਹੁੰਦੇ ਆ, ਉਹਨੂੰ ਉਹਦੀ ਆਗਿਆਕਾਰੀ ਦੇ ਵਿੱਚ ਚੱਲਣਾ ਪੈਣਾ। ਜੇ ਆਗਿਆਕਾਰੀ ਕਰਨਗੇ ਤੇ ਖੁਦਾਵੰਦ ਉਹਨਾਂ ਦੇ ਅੱਗੇ ਖੜ ਜੂਗਾ। ਕੋਈ ਸ਼ੈਤਾਨ ਉਹਨਾਂ ਦੇ ਅੱਗੇ ਨਹੀਂ ਖੜ ਸਕਦਾ, ਕਿਉਂਕਿ ਪ੍ਰਭੂ ਯੀਸ਼ੂ ਮਸੀਹ ਖੁਦ ਖੜ ਜਾਂਦਾ ਹੈ। ਜਦੋਂ ਸ਼ਰਤਕ ਮੇਸ਼ਕ ਅਬਦਨਗੋ ਨੂੰ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸਿੱਟਿਆ ਗਿਆ ਤੇ ਸੇਕ ਨੂੰ ਵਧਾਇਆ ਗਿਆ ਤੇ ਰਾਜਾ ਉਹਨੂੰ ਲੈ ਗਿਆ, ਕਹਿੰਦਾ ਹੁਣ ਵੀ ਮੌਕਾ ਮਾਫੀ ਮੰਗ ਲਓ। ਉਹ ਕਹਿੰਦਾ ਰਾਜਨ, ਕਹਿੰਦਾ ਤੂੰ ਸਾਨੂੰ ਜੋ ਮਰਜ਼ੀ ਕਰ, ਕਹਿੰਦਾ ਅਸੀਂ ਤੇਰੇ ਅੱਗੇ ਮੱਥਾ ਨਹੀਂ ਟੇਕਣਾ। ਕਹਿੰਦਾ ਜੇ ਸਾਡਾ ਯਹੋਵਾ ਸਾਨੂੰ ਨਾ ਵੀ ਬਚਾਵੇ ਅਸੀਂ ਤਾਂ ਵੀ ਤੇਰੀ ਉਪਾਸਨਾ ਕਰਾਂਗੇ। ਇਹਨੂੰ ਕਹਿੰਦੇ ਵਿਸ਼ਵਾਸ, ਇਹਨੂੰ ਕਹਿੰਦੇ ਆਗਿਆਕਾਰੀ। ਦਾਊਦ ਨੇ ਆਗਿਆਕਾਰੀ ਕੀਤੀ, ਸੈਮੂਅਲ ਨੇ ਆਗਿਆਕਾਰੀ ਕੀਤੀ, ਯਿਰਮੀਆ ਨਬੀ ਨੇ ਆਗਿਆਕਾਰੀ ਕੀਤੀ, ਮੂਸਾ ਨੇ ਆਗਿਆਕਾਰੀ ਕੀਤੀ। ਹਰੇਕ ਜਿੰਨੇ ਉਹਦੇ ਪਵਿੱਤਰ ਲੋਕ ਆਏ ਆ, ਰਸੂਲਾਂ ਨੇ ਆਗਿਆਕਾਰੀ ਕੀਤੀ, ਕਿਉਂਕਿ ਆਗਿਆਕਾਰੀ ਦੇ ਵਿੱਚ ਜੀਵਨ। ਜਦੋਂ ਸੰਤ ਪਤਰਸ ਨੂੰ ਕੁੱਟਿਆ ਗਿਆ, ਮਾਰਿਆ ਗਿਆ ਤੇ ਉਹਨੂੰ ਕਹਿੰਦੇ ਤੂੰ ਪ੍ਰਚਾਰ ਨਹੀਂ ਕਰਨਾ ਯੀਸ਼ੂ ਮਸੀਹ ਦਾ। ਉਹ ਕਹਿੰਦਾ ਇਹ ਕਿੱਦਾਂ ਹੋ ਸਕਦਾ ਵੀ ਮਨੁੱਖਾਂ ਦੀ ਗੱਲਾਂ ਮੰਨਣਾ ਤੇ ਪਰਮੇਸ਼ਵਰ ਦੀ ਗੱਲਾਂ ਨੂੰ ਨਾ ਮੰਨਣਾ। ਕਹਿੰਦਾ ਨਹੀਂ, ਜੋ ਯਹੋਵਾ ਨੇ ਮੈਨੂੰ ਕਿਹਾ ਪ੍ਰਭੂ ਯੀਸ਼ੂ ਮਸੀਹ ਨੇ, ਮੈਂ ਉਹਦਾ ਪ੍ਰਚਾਰ ਕਰੂੰਗਾ। ਤੇ ਕੀ ਹੋਇਆ? ਸੰਤ ਪਤਰਸ ਨੂੰ ਪੁੱਠੀ ਸਲੀਬ ਦਿੱਤੀ ਗਈ। ਉਹ ਕਹਿੰਦਾ ਮੈਨੂੰ ਪੁੱਠੀ ਸਲੀਬ ਕਰਕੇ ਮਾਰਿਆ ਜਾਵੇ। ਜਦੋਂ ਕਿਸੇ ਦੇ ਅੰਦਰ ਪਵਿੱਤਰ ਆਤਮਾ ਆਉਂਦਾ ਖੁਦਾ ਦਾ ਤੇ ਆਗਿਆਕਾਰੀ ਕਰਨੀ ਸਿਖਾਉਂਦਾ, ਉਹ ਬੰਦਾ ਆਪਣੀ ਮਰਜ਼ੀ ਨਹੀਂ ਕਰਦਾ। ਜੇ ਅੱਜ ਮਨੁੱਖ ਆਪਣੀ ਮਰਜ਼ੀ ਕਰਦੇ ਆ ਤੇ ਸਮਝ ਲਓ ਉਹਨਾਂ ਦੇ ਅੰਦਰ ਫਿਰ ਗੜਬੜੀ ਆ। ਖੁਦਾ ਦਾ ਆਤਮਾ ਨਹੀਂ। ਖੁਦਾ ਦਾ ਆਤਮਾ ਆਗਿਆਕਾਰੀ ਕਰਨੀ ਸਿਖਾਉਂਦਾ, ਜੀਵਨ ਬਤੀਤ ਕਰਦਾ। ਖੁਦਾ ਦਾ ਆਤਮਾ ਇੱਕ ਮਨੁੱਖ ਦੇ ਅੰਦਰ ਰਹਿ ਕੇ ਹੁਣ ਪਛਾਣੂਗਾ ਕੌਣ ਵੀ ਕਿਸ ਮਨੁੱਖ ਦੇ ਅੰਦਰ ਪਵਿੱਤਰ ਆਤਮਾ? ਜਿਹਦੇ ਅੰਦਰ ਖੁਦਾ ਦਾ ਆਤਮਾ ਹੋਊਗਾ ਉਹੀ ਪਛਾਣ ਸਕਦਾ। ਜਿਹਦੇ ਅੰਦਰ ਪਵਿੱਤਰ ਆਤਮਾ ਹੋਊਗਾ ਉਹੀ ਪਛਾਣ ਸਕਦਾ ਵੀ ਦੂਜੇ ਮਨੁੱਖ ਦੇ ਅੰਦਰ ਪਵਿੱਤਰ ਆਤਮਾ ਕਿ ਸ਼ੈਤਾਨ ਦਾ ਆਤਮਾ ਹੈ। ਆਮ ਮਨੁੱਖ ਕਿਸੇ ਆਤਮਿਕ ਬੰਦੇ ਦੀ ਪਰਖ ਨਹੀਂ ਕਰ ਸਕਦਾ ਸਰੀਰਕ ਨੂੰ, ਕਿਉਂਕਿ ਉਹ ਸਰੀਰ ਨਾਲ ਹੀ ਦੇਖਦਾ ਸਾਰਿਆਂ ਨੂੰ। ਲੇਕਿਨ ਜਿਹੜਾ ਆਤਮਿਕ ਮਨੁੱਖ ਹੁੰਦਾ ਆ ਉਹ ਆਤਮਿਕ ਅੱਖਾਂ ਦੇ ਨਾਲ ਦੇਖਦਾ ਹੈ। ਸਰੀਰਕ ਮਨੁੱਖ ਸਰੀਰਕ ਅੱਖਾਂ ਨਾਲ ਦੇਖਦੇ, ਲੇਕਿਨ ਆਤਮਿਕ ਮਨੁੱਖ ਕਿੱਦਾਂ ਦੇਖਦੇ? ਆਤਮਿਕ ਅੱਖਾਂ ਦੇ ਨਾਲ। ਇਸ ਕਰਕੇ ਸਾਰਿਆਂ ਨੂੰ ਚਾਹੀਦਾ, ਅੱਜ ਮੌਕਾ ਹੈਗਾ। ਇਹ ਨੂਹ ਦੇ ਸਮੇਂ 'ਚ ਅਸੀਂ ਰਹਿ ਰਹੇ ਹਾਂ। ਅੱਜ ਮੌਕਾ ਹੈਗਾ, ਆਪਣੇ ਪਾਪਾਂ ਤੋਂ ਤੋਬਾ ਕਰੋ, ਤਾਂ ਕਿ ਜਦੋਂ ਖੁਦਾਵੰਦ ਆਵੇ ਤਾਂ ਉਹਦੇ ਨਾਲ ਰੈਪਚਰ ਵਿੱਚ ਜਾ ਸਕੀਏ। ਕਿਉਂਕਿ ਪ੍ਰਭੂ ਨੇ ਕਿਹਾ ਮੈਂ ਉੱਪਰ ਜਾ ਕੇ ਬਹੁਤ ਘਰ ਤਿਆਰ ਕੀਤੇ, ਮੈਂ ਆਊਂਗਾ ਤੇ ਆਪਣੀ ਦੁਲਹਨ ਨੂੰ ਲੈ ਕੇ ਜਾਊਂਗਾ। ਇਸ ਕਰਕੇ ਜਿੰਨੇ ਲੋਕ ਇਸ ਪ੍ਰਚਾਰ ਨੂੰ ਸੁਣ ਰਹੇ ਆ, ਆਪਣੇ ਪਾਪਾਂ ਤੋਂ ਤੋਬਾ ਕਰੋ, ਆਪਣੇ ਜੀਵਨ ਨੂੰ ਪ੍ਰਭੂ ਨੂੰ ਸਮਰਪਿਤ ਕਰੋ। ਕੋਈ ਸ਼ੈਤਾਨ ਦੀ ਸ਼ਕਤੀ ਤੁਹਾਡੇ ਕੋਲ ਖਲੋ ਨਹੀਂ ਸਕਦੀ, ਮੌਤ ਵੀ ਨਹੀਂ ਤੁਹਾਨੂੰ ਲੈ ਕੇ ਜਾ ਸਕਦੀ। ਹਿਜਕੀਆ ਦੇ ਕੋਲ ਮੌਤ ਆਈ ਤੇ ਕੀ ਹੋਇਆ? ਮੌਤ ਚਲੀ ਗਈ। ਸ਼ਰਤਕ ਮੇਸ਼ਕ ਅਬਦਨਗੋ ਦੇ ਕੋਲ ਮੌਤ ਆਈ ਤੇ ਕੀ ਹੋਇਆ? ਚਲੇ ਗਈ, ਲੈ ਕੇ ਨਹੀਂ ਗਈ। ਦਾਨੀਏਲ ਨੂੰ ਸ਼ੇਰਾਂ ਦੇ ਕੂਨੇ ਸਿੱਟਿਆ ਗਿਆ ਤੇ ਕੀ ਹੋਇਆ? ਮੌਤ ਸੀਗੀ ਉੱਥੇ, ਲੇਕਿਨ ਕੀ ਹੋਇਆ? ਚਲੇ ਗਈ, ਕੁਛ ਨਾ ਕਰ ਸਕੀ। ਖੁਦਾ ਦੇ ਲੋਕਾਂ ਨੂੰ ਮੌਤ ਨਹੀਂ ਮਾਰ ਸਕਦੀ, ਕਿਉਂਕਿ ਖੁਦਾ ਦੇ ਲੋਕ ਅਮਰ ਆ। ਭਾਈ ਬ੍ਰੈਨਮ ਨੇ ਕਿਹਾ ਖੁਦਾ ਦੀ ਦੁਲਹਨ ਅਮਰ ਆ। ਜੇ ਤੁਸੀਂ ਅਮਰ ਹੋਣਾ ਚਾਹੁੰਦੇ ਹੋ ਤੇ ਇਸ ਅੰਮ੍ਰਿਤ ਜਲ ਨੂੰ ਪੀਣਾ ਪੈਣਾ। ਅੰਮ੍ਰਿਤ ਜਲ ਕੁਝ ਹੋਰ ਨਹੀਂ, ਜਿਉਂਦੇ ਯਹੋਵਾ ਦਾ ਸੰਦੇਸ਼ ਆ। ਭਾਈ ਵਿਲੀਅਮ ਬ੍ਰੈਨਮ ਦਾ ਸੰਦੇਸ਼ ਅੰਮ੍ਰਿਤ ਆ। ਜਿਹੜਾ ਪੀਊਗਾ, ਜੀਵਨ ਬਤੀਤ ਕਰੂਗਾ, ਉਹ ਰੈਪਚਰ ਵਿੱਚ ਚਲਾ ਜਾਵੇਗਾ। ਲੇਕਿਨ ਜਿਹੜਾ ਨਹੀਂ ਮੰਨੂਗਾ ਉਹਦੇ ਵਾਸਤੇ ਸਜ਼ਾ ਦਾ ਹੁਕਮ। ਇਸ ਕਰਕੇ ਉਹਨੇ ਕਿਹਾ ਹੇ ਬੁਰਿਆਰੋ, ਮੱਤੀ 7:21 ਵਿੱਚ ਕਹਿੰਦਾ ਮੇਰੇ ਕੋਲ ਦੂਰ ਚਲੇ ਜਾਓ। ਜੇ ਲੋਕ ਦਾਵਾ ਕਰ ਰਹੇ ਪ੍ਰਭੂ ਤੇਰੇ ਨਾਮ 'ਚ ਭਵਿੱਖਬਾਣੀਆਂ ਕੀਤੀਆਂ, ਤੇਰੇ ਨਾਮ 'ਚ ਅਸੀਂ ਆਹ ਕੀਤਾ ਉਹ ਕੀਤਾ, ਪ੍ਰਭੂ ਕਹਿੰਦਾ ਮੈਂ ਤੁਹਾਨੂੰ ਜਾਣਦਾ ਨਹੀਂ, ਤੁਸੀਂ ਕੌਣ? ਇਸ ਕਰਕੇ ਅੱਜ ਮੌਕਾ ਹੈਗਾ, ਆਪਣੇ ਜੀਵਨ ਨੂੰ ਸਮਰਪਿਤ ਕਰੋ। ਖੁਦਾ ਤੋਂ ਮਾਫੀ ਮੰਗੋ, ਕਹੋ ਪ੍ਰਭੂ ਯੀਸ਼ੂ ਮਸੀਹ ਮੇਰਾ ਜੀਵਨ ਤੈਨੂੰ ਸਮਰਪਿਤ ਆ, ਮੇਰੇ ਜੀਵਨ ਨੂੰ ਤੂੰ ਲੈ ਕੇ ਚੱਲ। ਖੁਦਾ ਤੁਹਾਡੀ ਅਗਵਾਈ ਕਰੇ। ਤੁਸੀਂ ਆਪਣੀ ਅਗਵਾਈ ਆਪ ਨਹੀਂ ਕਰ ਸਕਦੇ, ਕੋਈ ਮਨੁੱਖ ਆਪਣੀ ਅਗਵਾਈ ਆਪ ਨਹੀਂ ਕਰ ਸਕਦਾ, ਲੇਕਿਨ ਪਵਿੱਤਰ ਆਤਮਾ ਅਗਵਾਈ ਕਰ ਸਕਦਾ ਹੈ। ਇਸ ਕਰਕੇ ਪਵਿੱਤਰ ਆਤਮਾ ਨੂੰ ਕਹੋ ਪਵਿੱਤਰ ਆਤਮਾ ਸਾਡੀ ਅਗਵਾਈ ਕਰ ਪ੍ਰਭੂ ਯੀਸ਼ੂ ਮਸੀਹ। ਸਾਡੇ ਜੀਵਨਾਂ ਵਿੱਚੋਂ ਗੜਬੜੀਆਂ
ਇਹ ਸਾਰੀਆਂ ਗੰਦਗੀਆਂ ਬਾਹਰ ਕੱਢ, ਅਸੀਂ ਤੇਰੀ ਆਗਿਆਕਾਰੀ ਦੇ ਵਿੱਚ ਜੀਵਨ ਬਤੀਤ ਕਰੀਏ। ਆਓ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ। ਧੰਨਵਾਦ ਪਿਆਰੇ ਪ੍ਰਭੂ ਯਿਸੂ ਮਸੀਹ, ਤੇਰੇ ਨਾਮ ਦੀ ਮਹਿਮਾ ਖੁਦਾਵੰਦਾ। ਸੱਚਮੁੱਚ ਮੇਰੇ ਮਹਾਨ ਪਿਤਾ, ਜਦੋਂ ਕੈਦ ਖੁਦਾਵੰਦਾ ਤੇਰੇ ਅੱਗੇ ਬਲੀਆਂ ਲੈ ਕੇ ਗਿਆ ਪ੍ਰਭੂ ਯਿਸੂ ਮਸੀਹ, ਤੁਸੀਂ ਭੇਟ ਨੂੰ ਸਵੀਕਾਰ ਨਹੀਂ ਕੀਤਾ ਖੁਦਾਵੰਦਾ, ਕਿਉਂਕਿ ਤੂੰ ਪ੍ਰਭੂ ਜੀ ਆਗਿਆਕਾਰੀ ਨੂੰ ਪਸੰਦ ਕਰਦਾ, ਭੇਟਾਂ ਨੂੰ, ਪੈਸੇ ਨੂੰ ਪਸੰਦ ਨਹੀਂ ਕਰਦਾ ਖੁਦਾਵੰਦਾ। ਮੇਰੇ ਮਹਾਨ ਪਿਤਾ, ਇੱਕ ਮਨੁੱਖ ਜਦੋਂ ਤੇਰੇ ਕੋਲ ਆਉਂਦਾ ਹੈ ਪ੍ਰਭੂ ਜੀ, ਤੇ ਉਸ ਪ੍ਰਭੂ ਯਿਸੂ ਮਸੀਹ ਟੁੱਟੇ ਹੋਏ ਹਿਰਦੇ ਨਾਲ ਆਵੇ ਮੇਰੇ ਮਹਾਨ ਪਿਤਾ, ਤਾਂ ਉਸ ਨੂੰ ਮਾਫ ਕਰ ਦਿੰਦਾ ਹੈ ਖੁਦਾਵੰਦਾ, ਕਿਉਂਕਿ ਪ੍ਰਭੂ ਯਿਸੂ ਮਸੀਹ ਤੂੰ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹੈ ਪ੍ਰਭੂ ਜੀ। ਤੂੰ ਕਿਹਾ ਹੈ ਕਿ ਆਪਣੇ ਆਪਣੇ ਪਾਪਾਂ ਤੋਂ ਬਾਹਰ ਆ ਜਾਓ, ਮੇਰੀ ਪ੍ਰਜਾ ਬਾਬੁਲ ਵਿੱਚੋਂ ਬਾਹਰ ਆ ਜਾ। ਸੱਚ ਹੈ ਖੁਦਾਵੰਦ, ਜਦੋਂ ਤੇਰੀ ਪ੍ਰਜਾ ਬਾਬੁਲ ਵਿੱਚੋਂ ਬਾਹਰ ਆ ਰਹੀ ਹੈ ਖੁਦਾਵੰਦਾ, ਤੇ ਤੂੰ ਉਹਨਾਂ ਲੋਕਾਂ ਤੇ ਦਇਆ ਕਰ ਰਿਹਾ ਹੈ। ਲੇਕਿਨ ਜਿਹੜੇ ਲੋਕ ਅੱਜ ਵੀ ਗੜਬੜੀ ਵਿੱਚ ਹੈ ਖੁਦਾਵੰਦ ਪ੍ਰਭੂ ਜੀ, ਮਿਸ਼ਨਾਂ ਜਥੇਬੰਦੀਆਂ ਵਿੱਚ ਹਨ ਪ੍ਰਭੂ ਜੀ, ਸੰਸਾਰ ਦੇ ਵਿੱਚ ਜਿਹਨੇ ਲੋਕ ਪ੍ਰਭੂ ਜੀ ਤੇਰੇ ਸੰਦੇਸ਼ ਨੂੰ ਵੀ ਛੱਡ ਕੇ ਸੰਸਾਰ ਵਿੱਚ ਚਲੇ ਗਏ ਖੁਦਾਵੰਦਾ, ਉਹ ਮੇਰੇ ਮਹਾਨ ਪਿਤਾ ਵਾਪਸ ਆ ਜਾਣ ਖੁਦਾਵੰਦ, ਕਿਉਂਕਿ ਪ੍ਰਭੂ ਜੀ ਤੇਰੇ ਵਚਨ ਦੇ ਵਿੱਚ ਜੀਵਨ ਹੈ, ਲੇਕਿਨ ਜੇ ਤੇਰੇ ਸੰਦੇਸ਼ ਤੋਂ ਬਾਹਰ ਜਾਂਦੇ ਹਨ ਤਾਂ ਮੌਤ ਹੈ ਖੁਦਾਵੰਦਾ। ਤੇ ਪ੍ਰਭੂ ਯਿਸੂ ਮਸੀਹ ਤੂੰ ਹਮੇਸ਼ਾ ਹੀ ਵਚਨਾਂ ਦੇ ਨਾਲ ਲੋਕਾਂ ਨੂੰ ਆਗਿਆਕਾਰੀ ਕਰਨੀ ਸਿਖਾਉਂਦਾ ਹੈ ਖੁਦਾਵੰਦਾ, ਕਿਉਂਕਿ ਤੂੰ ਭੇਟਾਂ ਤੋਂ, ਕਿਸੇ ਚੀਜ਼ਾਂ ਤੋਂ ਖੁਸ਼ ਨਹੀਂ ਹੁੰਦਾ ਪ੍ਰਭੂ ਜੀ, ਤੂੰ ਹਮੇਸ਼ਾ ਆਗਿਆਕਾਰੀ ਤੋਂ ਖੁਸ਼ ਹੁੰਦਾ ਹੈ ਪ੍ਰਭੂ ਜੀ। ਅਸੀਂ ਹਮੇਸ਼ਾ ਤੇਰੀ ਆਗਿਆਕਾਰੀ ਕਰਦੇ ਰਹੀਏ ਖੁਦਾਵੰਦਾ, ਜਿਸ ਤੱਕ ਆਪਣੀ ਦੁਲਹਨ ਨੂੰ ਲੈਣ ਨਹੀਂ ਆਉਂਦਾ ਖੁਦਾਵੰਦਾ, ਅਸੀਂ ਤੇਰੀ ਆਗਿਆਕਾਰੀ ਕਰੀਏ ਮੇਰੇ ਮਹਾਨ ਪਿਤਾ। ਜਿਨ੍ਹਾਂ ਲੋਕਾਂ ਨੇ ਵਚਨ ਸੁਣਿਆ ਪ੍ਰਭੂ ਜੀ, ਉਹਨਾਂ ਦੇ ਸਭਨਾਂ ਦੇ ਹਿਰਦਿਆਂ ਨੂੰ ਬਦਲ ਦੇ ਖੁਦਾਵੰਦਾ, ਹਰੇਕ ਨੂੰ ਆਸ਼ੀਸ਼ ਔਰ ਬਰਕਤ ਦੇ ਖੁਦਾਵੰਦਾ। ਜੋ ਵੀ ਤੇਰੇ ਘਰ ਵਿੱਚ ਆਏ ਹਨ ਖੁਦਾਵੰਦਾ, ਇਹਨਾਂ ਦੇ ਪ੍ਰਭੂ ਯਿਸੂ ਮਸੀਹ ਤੰਗੀਆਂ ਮੁਸੀਬਤਾਂ ਨੂੰ ਦੇਖ ਪ੍ਰਭੂ ਜੀ, ਆਪਣੇ ਵਚਨ ਦੇ ਦਾਇਰੇ ਵਿੱਚ ਲੈ ਕੇ ਆ। ਕੋਈ ਵੀ ਕਮੀ ਕੱਟੀ ਕਮਜ਼ੋਰੀਆਂ ਇਹਨਾਂ ਦੇ ਸਰੀਰਾਂ ਵਿੱਚ ਨਾ ਰਹੇ, ਇਹਨਾਂ ਦੇ ਬੱਚਿਆਂ ਨੂੰ, ਇਹਨਾਂ ਦੇ ਕੰਮਾਂ ਕਾਰਾਂ ਨੂੰ ਆਸ਼ੀਸ਼ ਔਰ ਬਰਕਤ ਦੇ ਮੇਰੇ ਮਹਾਨ ਪਿਤਾ। ਪ੍ਰਭੂ ਯਿਸੂ ਮਸੀਹ ਤੂੰ ਬਹੁਤ ਜਲਦੀ ਆ ਰਿਹਾ ਹੈ ਖੁਦਾਵੰਦਾ, ਤੇਰੀ ਦੁਲਹਨ ਤੇਰੇ ਇੰਤਜ਼ਾਰ ਵਿੱਚ ਬੈਠੀ ਹੈ ਪ੍ਰਭੂ ਯਿਸੂ ਮਸੀਹ, ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਸਾਰਾ ਆਦਰ ਜਲਾਲ ਮਹਿਮਾ ਪ੍ਰਭੂ ਯਿਸੂ ਮਸੀਹ ਦੇ ਜਿੰਦਾ ਅਤੇ ਜਲਾਲੀ ਨਾਮ ਨੂੰ। ਆਮੀਨ। ਹਾਲੇਲੂਇਆ।